हाँ जी, गुड मॉर्निंग ਸਾਰਿਆਂ ਨੂੰ। ਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੱਧ ਬਿੰਦੂ ਕਿਸੇ ਰੇਖਾ ਨੂੰ ਕਿਸ ਅਨੁਪਾਤ ਵਿੱਚ ਵੰਡਦਾ ਹੈ। ਤੁਸੀਂ ਦੇਖੋਗੇ ਇਸ ਤਰ੍ਹਾਂ ਜਿਹੜਾ ਤੁਹਾਡੇ ਕੋਲੇ ਕੋਈ ਰੇਖਾ ਖੰਡ ਹੋਏਗਾ ਤੇ ਮੱਧ ਬਿੰਦੂ ਜਿਹੜਾ ਉਹ ਵਿਚਾਲੇ ਹੁੰਦਾ, ਤੁਹਾਨੂੰ ਪਤਾ ਹੈ। ਮੰਨ ਲਓ m ਇਜ਼ ਦਾ ਮਿਡ ਪੁਆਇੰਟ, ਠੀਕ ਹੈ। ਤਾਂ ਜਿੰਨੀ ਆ ਦੂਰੀ ਹੈਗੀ ਹੈ ਤੁਹਾਡੇ ਕੋਲੇ a ਤੋਂ m ਤੱਕ ਦੀ ਦੂਰੀ ਜਿਹੜੀ ਹੈ, ਉਨੀ ਦੂਰੀ ਜਿਹੜੀ ਹੈ m ਤੋਂ b ਤੱਕ ਦੀ ਹੈ, ਠੀਕ ਹੈ। ਤੇ ਹੁਣ ਗੱਲ ਹੈਗੀ ਇਹਨਾਂ ਦੇ ਰੇਸ਼ੀਓ ਦੀ। ਰੇਸ਼ੀਓ ਦੇਖੀਏ ਤਾਂ ਇਸ ਨੂੰ ਤੁਸੀਂ ਕੀ ਲਿਖ ਸਕਦੇ ਹੋ, am ਬਟਾ mb is equal to ਇਹ 1 ਹੋ ਜਾਏਗਾ ਜੀ ਤੁਹਾਡੇ ਕੋਲ। ਦੋਨੇ ਪਾਸੇ ਜਿਹੜਾ ਹੈ mb ਨਾਲ ਡਿਵਾਈਡ ਕਰਨ ਤੇ am ਬਟਾ mb ਬਰਾਬਰ 1 ਆ ਗਿਆ। ਤੇ ਇੱਕ ਨੂੰ ਜਿਹੜਾ ਤੁਸੀਂ 1 ਬਟਾ 1 ਵੀ ਲਿਖ ਸਕਦੇ ਹੋ। ਤੇ 1 ਬਟਾ 1 ਜਿਹੜਾ ਇਹਦਾ ਮਤਲਬ ਹੋ ਗਿਆ ਕਿ ਇਹਨਾਂ ਦੋਨਾਂ ਦਾ ਅਨੁਪਾਤ ਜਿਹੜਾ ਉਹ 1 ਅਨੁਪਾਤ 1 ਹੋ ਜਾਏਗਾ ਜੀ, ਠੀਕ ਹੈ। ਤਾਂ ਆਹ ਵਾਲਾ 1 ਅਨੁਪਾਤ 1 ਸੀਗਾ ਐਵੇਂ। ਅਗਲਾ ਸਵਾਲ ਹੈਗਾ ਜੀ, ਕਿਸੇ ਲੀਪ ਦੇ ਸਾਲ ਵਿੱਚ 53 ਮੰਗਲਵਾਰ ਆਉਣ ਦੀ ਸੰਭਾਵਨਾ ਦੱਸੋ। 53 ਮੰਗਲਵਾਰ ਆਉਣ ਦੀ ਸੰਭਾਵਨਾ ਦੱਸੋ। ਤਾਂ ਵੈਸੇ ਤੁਹਾਨੂੰ ਪਤਾ ਹੈ ਕਿ ਇੱਕ ਸਾਲ ਦੇ ਵਿੱਚ 52 ਹਫ਼ਤੇ ਹੁੰਦੇ ਆ। ਤੁਸੀਂ 365 ਤੁਹਾਨੂੰ ਪਤਾ ਹੈ ਕਿ 365 ਦਾ ਜਿਹੜਾ ਹੈ, ਤਾਂ 365 ਦਿਨ ਹੁੰਦੇ ਆ ਤੁਹਾਡੇ ਕੋਲੇ। ਤਾਂ 365 ਨੂੰ ਜਦੋਂ ਤੁਸੀਂ 7 ਨਾਲ ਡਿਵਾਈਡ ਕਰਦੇ ਹੋ, ਠੀਕ ਹੈ, ਤਾਂ 7 ਚੌਕੇ 28, 7 ਪੰਜੇ 35, ਠੀਕ ਹੈ। ਤੇ 15 ਸੌਰੀ, ਆਪਣੇ ਕੋਲੇ ਗੱਲ ਹੋ ਰਹੀ ਸੀ ਕਿ ਲੀਪ ਦੇ ਸਾਲ ਦੀ, ਠੀਕ ਹੈ। ਤਾਂ ਲੀਪ ਦੇ ਵਿੱਚ ਜਿਹੜਾ ਹੈ ਤੁਹਾਡੇ ਕੋਲ ਇੱਥੇ ਦਿਨ ਜਿਹੜੇ ਉਹ 66 ਹੋ ਜਾਣਗੇ ਜੀ, 366 ਦਿਨ ਹੋ ਜਾਣਗੇ ਲੀਪ ਦੇ ਵਿੱਚ। ਇੱਕ ਫਰਵਰੀ ਜਿਹੜਾ ਆਪਣਾ 129 ਦਾ ਹੁੰਦਾ ਹੈ, ਨਾ ਕਿ 28 ਦਾ ਹੁੰਦਾ। ਇਸ ਕਰਕੇ ਇੱਥੇ ਇੱਕ ਦਿਨ ਵੱਧ ਜਾਂਦਾ ਹੈ ਆਰਡੀਨਰੀ ਡੇ ਤੋਂ। ਤੇ ਹੁਣ ਇੱਥੇ ਜਿਹੜਾ ਤੁਹਾਡੇ ਕੋਲੇ ਹੋ ਗਿਆ 6 16, ਤਾਂ 7 ਦੂਣੀ 14, ਠੀਕ ਹੈ। 2 ਬਚ ਗਿਆ ਜੀ ਤੁਹਾਡੇ ਕੋਲ। 2 ਦਿਨ ਐਕਸਟਰਾ ਬਚਦੇ ਆ। 52 ਹਫ਼ਤੇ ਤਾਂ ਕੰਪਲੀਟ ਪੂਰੇ 52 ਹਫ਼ਤੇ ਹੋ ਜਾਂਦੇ ਆ। ਤੇ ਇਹਦੇ ਤੋਂ ਇਲਾਵਾ 2 ਦਿਨ ਹੋਰ ਬਚ ਜਾਂਦੇ ਤੁਹਾਡੇ ਕੋਲੇ। ਤਾਂ ਉਹ 2 ਦਿਨ ਜਿਹੜੇ ਬਚਣਗੇ ਤਾਂ ਉਹ ਕਿਹੜੇ ਕਿਹੜੇ ਬਚਣਗੇ, ਕਿਵੇਂ ਕਿਵੇਂ ਬਚਣਗੇ, ਤਾਂ ਦੇਖੋ ਜਰਾ। ਇਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲੇ ਪਹਿਲਾ ਹੋ ਸਕਦਾ ਹੈ ਕਿ ਸੰਡੇ ਹੋਵੇ, ਫਿਰ ਉਹਦੇ ਨਾਲ ਦੂਸਰਾ ਜਿਹੜਾ ਦਿਨ ਹੈਗਾ ਉਹ ਮੰਡੇ ਆ ਜਾਏਗਾ। ਸੰਡੇ ਮੰਡੇ ਹੋ ਸਕਦਾ ਹੈ, ਜਾਂ ਫਿਰ ਮੰਡੇ ਟਿਊਜ਼ਡੇ ਵੀ ਹੋ ਸਕਦਾ ਹੈ, ਜਾਂ ਫਿਰ ਟਿਊਜ਼ਡੇ ਵੈਨਸਡੇ, ਮਤਲਬ ਸੋਮਵਾਰ ਮੰਗਲ, ਮੰਗਲ ਬੁੱਧ, ਬੁੱਧ ਵੀਰ, ਵੀਰ ਹਾਂ ਬੁੱਧ ਤੇ ਵੀਰ, ਤੇ ਵੀਰ ਤੇ ਸ਼ੁੱਕਰ, ਤੇ ਸ਼ੁੱਕਰ ਤੇ ਸ਼ਨੀ, ਸ਼ੁੱਕਰ ਅਤੇ ਸ਼ਨੀ, ਅਤੇ ਸ਼ਨੀ ਤੇ ਐਤਵਾਰ। ਸ਼ਨੀਵਾਰ ਕੀ ਹੋ ਗਿਆ, ਥੋੜਾ ਚੈੱਕ ਕਰੋ ਜਰਾ। ਥਰਸਡੇ, ਫਰਾਈਡੇ, ਇੱਥੇ ਸੀਗਾ ਫਰਾਈਡੇ ਸੈਟਰਡੇ, ਫਰਾਈਡੇ ਸੈਟਰਡੇ ਤੇ ਸੈਟਰਡੇ ਸੰਡੇ, ਠੀਕ ਹੈ। ਆਹ ਵਾਲਾ ਸੈਟਰਡੇ ਹੈਗਾ, ਆਹ ਸੈਟਰਡੇ ਹੈ, ਆਹ ਸੰਡੇ ਹੈਗਾ, ਠੀਕ ਹੈ। ਤਾਂ ਇਹ ਚੀਜ਼ ਥੋੜਾ ਜਿਹਾ ਧਿਆਨ ਕਰ ਲਿਓ ਜੀ। ਤਾਂ ਐਤਵਾਰ, ਸੋਮਵਾਰ, ਸੋਮਵਾਰ ਮੰਗਲਵਾਰ, ਮੰਗਲਵਾਰ ਬੁੱਧਵਾਰ, ਬੁੱਧਵਾਰ ਵੀਰਵਾਰ, ਵੀਰਵਾਰ ਸ਼ੁੱਕਰਵਾਰ, ਸ਼ੁੱਕਰਵਾਰ ਸ਼ਨੀਵਾਰ, ਸ਼ਨੀਵਾਰ ਐਤਵਾਰ, ਠੀਕ ਹੈ। ਇਸ ਤਰੀਕੇ ਨਾਲ ਇਹ ਦਿਨ ਬਚਣਗੇ ਤੁਹਾਡੇ ਕੋਲ। 2 ਦਿਨ ਜਿਹੜੇ ਵੀ ਹੋਣਗੇ, ਦੋ ਇਕੱਠੇ ਬਚਣਗੇ ਮਤਲਬ ਜਿਵੇਂ, ਹਨਾ। ਤਾਂ ਇਹਦੇ ਚ ਤੁਸੀਂ ਦੇਖੋ ਕਿ ਜਿਹੜਾ ਹੈ ਕਿਹੜੇ ਦਿਨ ਦੀ ਇਹਨੇ ਗੱਲ ਕੀਤੀ ਹੈਗੀ। ਕਹਿੰਦੇ ਮੰਗਲਵਾਰ ਜਿਹੜੇ 53 ਕਦੋਂ ਆਣਗੇ, ਤਾਂ 52 ਤਾਂ ਪੂਰੇ ਪੂਰੇ ਆਣੇ ਹੀ ਆਣੇ ਹਰੇਕ ਸਾਲ ਦੇ ਵਿੱਚ। ਤੇ ਇੱਕ ਜਿਹੜਾ ਮੰਗਲਵਾਰ, ਇਹਦੇ ਚ ਦੇਖੋ ਤੁਸੀਂ, ਮੰਗਲਵਾਰ ਜਿਹੜਾ ਟਿਊਜ਼ਡੇ ਹੁੰਦਾ ਹੈ, ਤਾਂ ਟਿਊਜ਼ਡੇ ਇੱਕ ਤਾਂ ਇਸ ਇੱਥੇ ਟਿਊਜ਼ਡੇ ਆਉਂਦਾ ਤੇ ਇੱਕ ਟਿਊਜ਼ਡੇ ਜਿਹੜਾ ਉਹ ਇੱਥੇ ਆਉਂਦਾ ਹੈਗਾ। ਇਹ ਟਿਊਜ਼ਡੇ ਨਹੀਂ ਹੈਗੇ, ਇਹ ਥਰਸਡੇ ਹੈਗੇ। ਇਹਦੇ ਚ ਤੁਸੀਂ ਦੇਖ ਰਹੇ ਹੋ ਕਿ 2 ਦਿਨ, 2 ਆਪਣੇ ਕੋਲੇ ਜਿਹੜੇ ਹੈ 2-2 ਦਿਨਾਂ ਦੇ ਜਿਹੜੇ ਪੇਅਰ ਬਣਾਏ ਆਪਾਂ ਨੇ। ਇਹਦੇ ਚ 2 ਇਸ ਤਰ੍ਹਾਂ ਦੇ ਹੈਗੇ ਜਿਹਦੇ ਚ ਮੰਗਲਵਾਰ ਆ ਰਹੇ ਆਪਣੇ ਕੋਲੇ। ਤਾਂ ਮੰਗਲਵਾਰ ਜਿਹੜਾ ਉਹ 2 ਥਾਂ ਤੇ ਆ ਰਿਹਾ, ਤਾਂ 2 ਤੇ ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਕਿੰਨੇ ਪੇਅਰ ਆਪਣੇ ਕੋਲੇ ਹੈਗੇ। ਤਾਂ ਆ 1, ਆ ਵਾਲਾ 2, ਆ 3, ਸੌਰੀ ਆ 3, ਆ 4, ਆ 5, ਆ 6 ਤੇ ਆ ਵਾਲਾ 7। ਤਾਂ ਇਸ ਤਰ੍ਹਾਂ ਦੇ 7 ਹੈਗੇ ਆ। ਤਾਂ ਇਹ 7 ਦੇ ਵਿੱਚੋਂ 2 ਦੇ ਵਿੱਚ ਜਿਹੜਾ ਹੈ ਮੰਗਲਵਾਰ ਇੱਕ ਆਂਦਾ ਹੈਗਾ। ਤਾਂ ਇਹਦਾ ਮਤਲਬ 52 ਇਹ ਤੇ ਇੱਕ ਆ ਵਾਲਾ ਇਧਰੋਂ ਜਾਂ ਭਾਵੇਂ ਇਧਰੋਂ, ਤਾਂ ਇੱਕ ਹੋਰ ਵਧੇਗਾ। ਤਾਂ ਇਹ 2 ਇਹਦੇ ਕੇਸ ਹੈਗੇ ਜਿਨ੍ਹਾਂ ਚ ਵਧਣਾ ਹੈਗਾ। ਤਾਂ 2/7 ਇਹ ਪ੍ਰੋਬੇਬਿਲਿਟੀ ਤੁਹਾਡੀ ਇਸ ਤਰ੍ਹਾਂ ਹੋਵੇਗੀ, 2/7। ਤਾਂ ਸੀਕੈਂਟ ਸਕੁਅਰ ਦਾ ਮੁੱਲ ਟੈਂਜੈਂਟ ਥੀਟਾ ਦੇ ਰੂਪ ਵਿੱਚ ਕੀ ਹੋਵੇਗਾ। ਤਾਂ ਇਹ 3 ਫਾਰਮੂਲੇ ਬੇਟਾ ਜੀ ਆਪਣੇ ਕੋਲੇ, ਤੇ ਉਹਨਾਂ ਦੀ ਆਪਾਂ ਹੁਣ ਚਰਚਾ ਕਰ ਲਈਏ ਕਿਹੜੇ ਕਿਹੜੇ ਸੀਗੇ। ਤਾਂ ਇਹਦੇ ਵਿੱਚ ਜਿਹੜਾ ਹੈ ਉਹ ਫਾਰਮੂਲੇ ਜਿਹੜੇ ਤੁਸੀਂ ਯਾਦ ਰੱਖਣੇ, ਤੁਸੀਂ ਆਪਣੀ ਕਾਪੀਆਂ ਦੇ ਉੱਪਰ ਨੋਟਸ ਵੀ ਲੈ ਸਕਦੇ ਹੋ, ਲੈ ਕੀ ਸਕਦੇ ਹੋ, ਲੈ ਹੀ ਲੈਣੇ ਤੁਸੀਂ।
ਤਾਂ ਕਿ ਤੁਹਾਨੂੰ ਜਿਹੜਾ ਵਾਰੀ-ਵਾਰੀ ਲਿਖਣ ਨਾਲ ਹੀ ਯਾਦ ਹੋ ਜਾਂਦਾ ਅੱਧੀ ਚੀਜ਼ਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਹੈਗੀ ਹੈ ਜੀ sin ਸਕੁਅਰ ਥੀਟਾ ਪਲੱਸ cos ਸਕੁਅਰ ਥੀਟਾ ਇਜ਼ ਇਕੁਅਲ ਟੂ 1। ਠੀਕ ਹੈ, ਇੱਕ ਤਾਂ ਆ ਯਾਦ ਰੱਖਣੀ ਹੈ। दूसरी हैगी है 1 प्लस टेंजेंट स्क्वायर थीटा इज इक्वल टू सीकेंट स्क्वायर थीटा, सीकेंट स्क्वायर थीटा। ते तीसरी हैगी है 1 प्लस कोटेंजेंट स्क्वायर थीटा इज इक्वल टू, हाँ जी कौन दसेगा 1 प्लस कोटेंजेंट स्क्वायर की हुंदा है? कोसिकेंट। हाँ वेरी गुड, कोसिकेंट द स्क्वायर, वेरी गुड, कोसिकेंट स्क्वायर थीटा। हाँ जी, ਤੇ ਇੱਥੇ ਥੀਟਾ ਹੈਗਾ ਤਾਂ ਇੱਧਰ ਵੀ ਥੀਟਾ ਹੈਗਾ, ਇੱਧਰ x ਹੈਗਾ ਤਾਂ ਇੱਧਰ ਵੀ x ਹੋ ਜਾਏਗਾ। ਇਸੇ ਤਰੀਕੇ ਨਾਲ ਇੱਥੇ y ਹੈਗਾ ਤਾਂ ਇੱਥੇ y ਹੋ ਜਾਏਗਾ। ਠੀਕ ਹੈ, ਇੱਕੋ ਜਿਹੇ ਇਹ ਦੋਨੇ ਇੱਕੋ ਜਿਹੇ ਹੋਣੇ ਚਾਹੀਦੇ ਹੈਗੇ। ਐਵੇਂ ਹੁਣ ਤੁਹਾਡੇ ਤੋਂ ਮੈਂ ਇਹ ਪੁੱਛ ਲਾਂ ਕਿ ਕੀ ਸਾਈਨ ਸਕੁਅਰ ਥੀਟਾ ਜਾਂ x ਪਲੱਸ cos ਸਕੁਅਰ y ਕੀ ਇੱਕ ਹੋਵੇਗਾ? ਕੀ ਇੱਕ ਹੋਵੇਗਾ? ਹਾਂਜੀ नो सर। नो सर। हाँ ਇਹ ਇੱਕ ਨਹੀਂ ਹੋਵੇਗਾ। ਇਹਦਾ ਜਵਾਬ ਇੱਕ ਨਹੀਂ ਆਏਗਾ ਕਿਉਂਕਿ ਕਿਉਂਕਿ ਇਹਦੇ ਵਿੱਚ ਐਂਗਲ ਜਿਹੜਾ ਹੈਗਾ x ਹੈਗਾ, ਇਹਦੇ ਵਿੱਚ ਐਂਗਲ ਜਿਹੜਾ ਉਹ y ਹੈਗਾ, ਤਾਂ ਇਹ ਦੋਨੇ ਸੇਮ ਹੋਣੇ ਚਾਹੀਦੇ ਆ ਤਾਂ ਇਹ ਇੱਕ ਹੁੰਦਾ ਹੈ, ਨਹੀਂ ਤਾਂ ਨਹੀਂ ਹੁੰਦਾ। ਠੀਕ ਹੈ, ਤਾਂ ਇਸ ਕਰਕੇ ਆਹ ਵਾਲਾ ਇੱਕ ਨਹੀਂ ਹੈ। ਠੀਕ ਹੈ, ਤਾਂ ਇਸ ਤੋਂ ਅੱਗੇ ਜਿਹੜਾ ਹੈ ਹੁਣ ਇਹਦੇ ਤੋਂ ਤੁਹਾਨੂੰ ਕਲੀਅਰ ਹੋ ਹੀ ਗਿਆ ਕਿ ਸੀਕੈਂਟ ਸਕੁਅਰ ਥੀਟਾ ਦਾ ਮੁੱਲ ਟੇਂਜੈਂਟ ਥੀਟਾ ਦੇ ਰੂਪ ਵਿੱਚ ਚਾਹੀਦਾ ਸੀਗਾ। ਤਾਂ ਸੀਕੈਂਟ ਸਕੁਅਰ ਜਿਹੜਾ ਹੈਗਾ ਆਹ ਵਾਲਾ ਸੀਕੈਂਟ ਸਕੁਅਰ ਹੈਗਾ। ਠੀਕ ਹੈ, ਤੇ ਟੇਂਜੈਂਟ ਥੀਟਾ ਇਸ ਪਾਸੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਜਿਹੜਾ ਫਾਰਮੂਲਾ ਹੈਗਾ ਉਹ ਟੇਂਜੈਂਟ ਦੇ ਵਿੱਚ ਹੈਗਾ ਜਾਂ ਫਿਰ ਕਨਸਟੈਂਟਸ ਲੱਗੇ ਹੋਏ ਨਾਲ, ਹਨਾ। ਟੇਂਜੈਂਟ ਤੋਂ ਇਲਾਵਾ ਵੀ ਹੋਰ ਕੋਈ ਟੀ ਰੇਸ਼ੋ ਨਹੀਂ ਹੈਗੀ, ਟ੍ਰਿਗਨੋਮੈਟ੍ਰਿਕ ਰੇਸ਼ੋ ਜਾਂ ਤਿਕੋਣਮਿਤੀ ਅਨੁਪਾਤ ਹੋਰ ਕੋਈ ਨਹੀਂ ਹੈਗਾ ਟੇਂਜੈਂਟ ਤੋਂ ਇਲਾਵਾ। ਠੀਕ ਹੈ, ਤਾਂ ਇਹਦਾ ਮਤਲਬ ਇਹਦਾ ਜਵਾਬ ਸੀਕੈਂਟ ਸਕੁਅਰ ਦਾ 1 ਪਲੱਸ ਟੇਂਜੈਂਟ ਸਕੁਅਰ ਹੋ ਗਿਆ ਜੀ, ਆਹ ਵਾਲਾ ਜਵਾਬ ਹੋ ਗਿਆ। ਇਸ ਤੋਂ ਅੱਗੇ ਹੈ ਕਿਹੜੇ ਗਣਿਤਦਾਨ ਨੇ ਸਭ ਤੋਂ ਪਹਿਲਾਂ ਜਿਹੜਾ ਕਾਰਟੀਜ਼ਨ ਪ੍ਰਣਾਲੀ ਦੀ ਖੋਜ ਕੀਤੀ ਸੀ? ਤਾਂ ਇਹਦਾ ਮਤਲਬ ਇਹਦਾ ਨਾਮ ਹੈ ਰੇਨੇ ਦਕਾਰਤੇ। ਇਹ ਆਪਣੇ ਜਰਮਨ ਦੇ ਸੀਗੇ ਜੀ। ਠੀਕ ਹੈ, ਸਾਵਧਾਨ ਸੀਗੇ, ਗਣਿਤਕ ਸੀਗੇ, ਰੇਨੇ ਦਕਾਰਤੇ। ਠੀਕ ਹੈ, ਤੇ ਆਹ ਦੇਖੋ ਤੁਸੀਂ ਇੱਥੇ ਦੇਖੋ, ਧਿਆਨ ਨਾਲ ਦੇਖੋ ਜਰਾ, ਆਹ ਵਾਲੇ ਅੱਖਰ ਦੇਖੋ ਜਰਾ। ਠੀਕ ਹੈ, ਤੇ ਇਹ ਦੇਖੇ ਤੁਸੀਂ, ਤੇ ਹੁਣ ਮੈਂ ਲਿਖਦਾ ਕਾਰਟੀਜ਼ੀਅਨ। ਆਹ ਵਾਲਾ ਕਾਰਟੀਜ਼ਨ ਸ਼ਬਦ ਜਿਹੜਾ ਪਾਇਆ ਗਿਆ ਇੰਗਲਿਸ਼ ਦੇ ਇਹਦੇ ਸਪੈਲਿੰਗ ਦਿਖਾਉਂਦਾ ਤੁਹਾਨੂੰ। ਤਾਂ ਆਹ ਵਾਲੇ ਤੇ ਆਹ ਚਾਰ ਜਿਹੜੇ ਹੈਗੇ ਆ, ਜਿਹੜੇ ਮੈਂ ਇੱਥੇ ਹਾਈਲਾਈਟ ਕੀਤੇ ਆ, ਆਹ ਤੇ ਆਹ ਜਿਹੜੇ ਸੇਮ ਹੀ ਹੈਗੇ ਆ। ਠੀਕ ਹੈ, ਅਸਲ ਚ ਕਾਰਟੀਜ਼ਨ ਜਿਹੜਾ ਹੈਗਾ ਉਹ ਦਕਾਰਤੇ ਦੇ ਨਾਮ ਤੋਂ ਹੀ ਆਇਆ ਹੈ। ਠੀਕ ਹੈ, ਸਮਝ ਆ ਗਈ? यस सर। हाँ तो ये हाँ ये नाम तो ही कार्टेशियन बनाया हुआ है और ਇਹਦਾ ਕੋਈ अर्थ नहीं हैगा, सिर्फ ਇਹਦਾ मतलब है ਦਕਾਰਤੇ ਦਾ, ਐਵੇਂ ਸਮਝ ਸਕਦੇ ਹੋ ਤੁਸੀਂ। ਖੈਰ ਅੱਗੇ ਤੁਰਦੇ ਹਾਂ। ਨਿਵਾਣ ਕੋਣ ਕੀ ਹੈ? ਦ੍ਰਿਸ਼ਟੀ ਰੇਖਾ ਤੇ ਖਤਿਜ ਰੇਖਾ ਨਾਲ ਬਣੇ ਕੋਣ ਨੂੰ ਨਿਵਾਣ ਕੋਣ ਕਹਿੰਦੇ ਹਨ। ਹੁਣ ਇਹ ਹੀ ਨਿਵਾਣ ਕੋਣ ਹੈ ਤੇ ਇਹਨੂੰ ਹੀ ਉਚਾਣ ਕੋਣ ਕਹਿੰਦੇ। ਇੱਥੇ ਭਾਵੇਂ ਉਚਾਣ ਕੋਣ ਲਿਖ ਦੋ ਤਾਂ ਜਿੰਨਾ ਲਿਖਿਆ ਨਾ ਉਹਦੇ ਅਨੁਸਾਰ ਇੱਥੇ ਉਚਾਣ ਕੋਣ ਵੀ ਪਾਇਆ ਜਾ ਸਕਦਾ ਸੀਗਾ। ਠੀਕ ਹੈ, ਤਾਂ ਆਪਾਂ ਹਾਂਜੀ ਕਿਹੜਾ ਕਿੱਥੇ ਗਾ ਜੀ? ਪੰਜਵੇਂ ਕੁਐਸਚਨ ਤੋਂ ਹੀ ਉੱਪਰ ਵੀ ਦੱਸਣਾ ਕੁਝ ਸਰ? ਫਿਫਥ। ਠੀਕ ਹੈ ਜੀ, ਤੇ ਦ੍ਰਿਸ਼ਟੀ ਰੇਖਾ ਤਾਂ ਲਾਈਨ ਆਫ ਸਾਈਟ ਹੈਗਾ ਜੀ। ਲਾਈਨ ਆਫ ਸਾਈਟ ਜਿਹੜੀ ਜਿੱਥੋਂ ਆਪਾਂ ਮੰਨ ਲਓ ਆਪਣੀ ਅੱਖ ਇੱਥੇ ਹੈਗੀ ਆ, ਆਪਾਂ ਇਸ ਚੀਜ਼ ਨੂੰ ਦੇਖ ਰਹੇ ਹਾਂ, ਤਾਂ ਆ ਜਿਹੜੀ ਸਟ੍ਰੇਟ ਲਾਈਨ ਹੈਗੀ ਹੈ ਇਸ ਨੂੰ ਆਪਾਂ ਲਾਈਨ ਆਫ ਸਾਈਟ ਕਹਿੰਦੇ ਹਾਂ। ਠੀਕ ਹੈ, ਦ੍ਰਿਸ਼ਟੀ ਰੇਖਾ ਕਹਿੰਦੇ ਆ। ਇੱਥੇ ਆਪਣੀ ਅੱਖ ਹੈਗੀ ਹੈ, ਕੋਈ ਚੀਜ਼ ਇੱਥੇ ਉੱਡ ਰਹੀ ਹੈ ਜਾਂ ਕਿਵੇਂ ਵੀ ਉੱਚੀ ਹੈਗੀ ਹੈ, ਜੋ ਵੀ ਦੇਖ ਰਹੇ ਹਾਂ ਆਪਾਂ। ਠੀਕ ਹੈ, ਤਾਂ ਇਸ ਲਾਈਨ ਸਟ੍ਰੇਟ ਲਾਈਨ ਜਿਹੜੀ ਦੋਨਾਂ ਨੂੰ ਕਨੈਕਟ ਕਰਦੀ ਹੈਗੀ ਹੈ, ਇਸ ਨੂੰ ਲਾਈਨ ਆਫ ਸਾਈਟ ਕਹਿੰਦੇ ਆ। ਕਲੀਅਰ ਹੈ? ਦ੍ਰਿਸ਼ਟੀ ਰੇਖਾ ਕਹਿੰਦੇ ਆ। ਤੇ ਅੱਗੇ ਹੈਗਾ ਜੀ ਖਿਤਿਜ ਰੇਖਾ। ਖਿਤਿਜ ਰੇਖਾ ਜਿਹੜੀ ਹੈਗੀ ਹੈ ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਜੀ ਹੌਰੀਜ਼ੌਂਟਲ ਲਾਈਨ। ਹੌਰੀਜ਼ੌਂਟਲ, HORIZONTAL, ਹੌਰੀਜ਼ੌਂਟਲ ਲਾਈਨ। ਹੌਰੀਜ਼ੌਂਟਲ ਜਾਂ ਹੋਰਾਈਜ਼ਨ ਵੀ ਕਹਿ ਦਿੰਦੇ ਹੈਗੇ, ਪਰ ਹੌਰੀਜ਼ੌਂਟਲੀ ਤੁਸੀਂ ਯਾਦ ਰੱਖ ਲਓ। ਹੋਰਾਈਜ਼ਨ ਜਿਹੜਾ ਹੈਗਾ ਉਹ ਸ਼ਬਦ ਆਹ ਵਾਲਾ ਇੰਨਾ ਸ਼ਬਦ ਹੈਗਾ ਜੀ ਹੋਰਾਈਜ਼ਨ। ਹੋਰਾਈਜ਼ਨ ਦਾ ਮਤਲਬ ਵੀ ਹੈ ਕੁਛ ਇਸ ਤਰ੍ਹਾਂ ਦਾ ਹੀ ਹੈ। ਤਾਂ ਲੇਟਵੀਂ ਲਾਈਨ ਜਿਹੜੀ ਹੈਗੀ ਹੈ, ਲੇਟਵੀਂ ਥੋੜਾ ਜਿਹਾ ਉੱਚੀ ਨੀਵੀਂ ਹੋ ਗਈ ਹੈ, ਤਾਂ ਮੇਰੇ ਖਿਆਲ ਹੁਣ ਠੀਕ ਜੀ ਹੈਗੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਦੀ ਲਾਈਨ ਜਿਹੜੀ ਵੀ ਹੁੰਦੀ ਹੈ ਇਸ ਨੂੰ ਆਪਾਂ ਖਿਤਿਜ ਰੇਖਾ ਜਾਂ ਹੌਰੀਜ਼ੌਂਟਲ ਲਾਈਨ ਕਹਿੰਦੇ ਆ, ਆਹ ਵਾਲੀ ਜਿਹੜੀ ਹੈ। ਠੀਕ ਹੈ, ਲੇਟਵੀਂ ਲਾਈਨ ਨੂੰ ਹੀ ਖਿਤਿਜ ਰੇਖਾ ਕਿਹਾ ਜਾਂਦਾ ਹੈ। ਲੇਟਵੀਂ ਤਾਂ ਹੁਣ ਆਪਣਾ ਸੀਗਾ ਜੀ ਤੁਹਾਡਾ ਜਿਹੜਾ ਆਬਜੈਕਟ, ਤੁਸੀਂ ਇੱਥੇ ਖੜੇ ਹੋ, ਮੰਨ ਲਓ ਤੁਸੀਂ ਉੱਪਰ ਨੂੰ ਦੇਖ ਰਹੇ ਹੋ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਦ੍ਰਿਸ਼ਟੀ ਰੇਖਾ ਇਸ ਤਰ੍ਹਾਂ ਬਣੇਗੀ ਤੇ ਆਹ ਵਾਲੀ ਜਿਹੜੀ ਹੈ ਉਹ ਖਿਤਿਜ ਰੇਖਾ ਹੋਏਗੀ। ਠੀਕ ਹੈ, ਖਿਤਿਜ ਰੇਖਾ ਹੌਰੀਜ਼ੌਂਟਲ ਲਾਈਨ ਹੋਏਗੀ। ਠੀਕ ਹੈ, ਜਿਹੜੀ ਧਰਤੀ ਦੇ ਨਾਲ ਨਾਲ ਚੱਲਦੀ ਹੈ, ਐਵੇਂ ਸਮਝ ਲਓ।
ये धरती के नाल चलती है, इतने धरती हैगी, ठीक है, ये इको जी रही हैगी, इतने क्षितिज रेखा कहते हैं इस उपर वाली लाइन इन, क्लीयर है। तो आह वाला जिसे जिस किसी ऑब्जेक्ट में जो तुम देखते हो तो आह वाला एंगल जो बनता है इसनों आप कहते हैं एंगल ऑफ एलिवेशन। उपर ਨੂੰ देख रहे हैं तो एलिवेशन, एंगल ऑफ एलिवेशन, एंगल ऑफ एलिवेशन। ते ਜਿਹੜਾ ਜੇਕਰ ਆਈਓ ਜਿਹੜਾ ਖਿਤਿਜ ਰੇਖਾ ਤੋਂ ਥੱਲੇ ਨੂੰ ਕੋਈ ਚੀਜ਼ ਦੇਖਦੇ ਹਾਂ, ਜਿਵੇਂ ਮੰਨ ਲਓ ਆਪਾਂ ਕਿਸੇ ਉਚਾਈ ਤੇ ਖੜੇ ਹੈਗੇ ਆ, ਆ ਮੰਨ ਲਓ ਕੋਈ ਉਚਾਈ ਤੇ ਖੜੇ ਆਪਾਂ ਤੇ ਥੱਲੇ ਨੂੰ ਕੋਈ ਚੀਜ਼ ਦੇਖਦੇ ਆ ਆਪਾਂ, ਠੀਕ ਹੈ, ਆ ਕੋਈ ਵਸਤੂ ਹੈਗੀ, ਆਬਜੈਕਟ ਹੈਗਾ, ठीक है, आ वाला जड़ा है की कहते हैं नाम ही निकल गया खैर। तो इत्थे जे मान लो तुसी खड़े हो तो तुसी नीचे नूं देख रहे हो हॉरिजॉन्टल लाइन तो, आ हॉरिजॉन्टल लाइन हैगी है तुहाडी, ठीक है, तो थल्ले नूं देख रहे हो, इस पासे नूं देख रहे हो तो इस नूं कहंदे आपां एंगल ऑफ डिप्रेशन, एंगल ऑफ एलिवेशन, एंगल ऑफ डिप्रेशन। पंजाबी दे लई इहदा नाम है उचाण कोण उपरला, ते नीचे जड़ा बनाया आपने ये है निवाण कोण, निवाण निवाण कोण, ठीक है, निवाण कोण। तो हुण निवाण कोण की कहंदे, निवाण लिखिया नहीं, निवाण कोण। तो निवाण कोण जिहड़ा है तुहाडा हॉरिजॉन्टल अते दृष्टि रेखा, आ दृष्टि रेखा हैगी है, आ वाली हॉरिजॉन्टल लाइन हैगी, खितिज रेखा हैगी, दोनों के विचकार बने हुए कोण हुंदा है जी, ठीक है। तो दोनों के लिए जवाब जिहड़े है निवाण कोण की हुंदा है, तो आ भी आई हुंदा है, उचाण कोण भी आई हुंदा है, ठीक है। दोनों जिहड़े इक्को ही दे जिहड़े है वो उत्तर हो सकते हैं। बस ਇਹਦਾ फर्क सिर्फ की है कि आप की उपर वाल देख रहे हैं कि थल्ले वाल देख रहे हैं खितिज रेखा तो, बस इन्ना ही फर्क है। जे खितिज रेखा तो थल्ले वाल नूं देख रहे हैं तो एंगल ऑफ डिप्रेशन या फिर निवाण कोण है, ते जे उपर नूं देख रहे हैं तो उचाण कोण या एंगल ऑफ एलिवेशन है, ठीक है। अगे अगले सवाल पे आते हैं। किसे जेकर किसी घटना के होने की संभावना 0.85 है तो उसके ना होने की संभावना कितनी होगी। तो तुसी देख रहे हो कि किसी घटना, अपने को फार्मूला की सीगा घटना की संभावना, मान लो घटना तुहाडे कोले नाम ओदा ई हैगा, किसी घटना ई की संभावना पी ई प्लस पी ई बार या फिर इसमें आप लिखते हैं ई नहीं, नॉट ई, ठीक है, नहीं। तो इसका जोड़ जिहड़ा हुंदा है वो हमेशा एक हुंदा है, ये फार्मूला तुसी याद रखना है। किसी घटना के होने की संभावना ते ना होने की संभावनावां दा जोड़ कितना हुंदा है, हाँ जी 1 हुंदा है जी, वेरी गुड। किसी घटना की संभावना अते उसके ना होने की संभावना, दोनों संभावनावां दा जोड़ हमेशा एक हुंदा है। इसनूं एवें भी लिखदे हां पीई प्लस पीई बार, ठीक है। ते आ वाला एक क्वेश्चन मेरे ख्याल एक पेपर दे विच आया सीगा, ਉਹਦੇ ਚ 0 पाया होया सीगा शायद, ਇਹ ਪਤਾ ਨਹੀਂ 9ਵੀਂ ਦੇ ਵਿੱਚ ਸੀਗਾ ਕਿ 10ਵੀਂ ਦੇ ਵਿੱਚ ਸੀਗਾ, ਮੈਨੂੰ याद नहीं है एग्जैक्ट, ਤੇ ਉਹ ਇਸ ਕਰਕੇ गलत ਸੀਗਾ। खैर तो ये देख रहे हो हम दोनों का जोड़ जो एक है तो आ पूछा उसके ना होने की संभावना, हम उसके ना होने की संभावना पूछी है, तो ना होने की मतलब आ वाला पूछा है, तो आ वाला तुहानू दिता है। तो इस समीकरण के विच इत्थे जिहड़ा तुहाडे कोले 0.85 है, आ वाले इसदा मुल जिहड़ा है, ठीक है, आ 85 0.85 है, आ इसदा मुल है, ते ਇਹਦਾ ਮੁੱਲ ਆਪਾਂ ਨੂੰ ਪਤਾ ਨਹੀਂ ਹੈਗਾ। ਮੰਨ ਲਓ ਤਾਂ ਇਹਦੇ ਆਪਾਂ ਪੀ ਬਾਰ ਲਿਖਾਂਗੇ ਬਰਾਬਰ 1 ਦੇ ਹੁੰਦਾ ਹੈ, ਤਾਂ ਇਹਦਾ ਮਤਲਬ ਪੀ ਬਾਰ ਫਿਰ ਕਿੰਨਾ ਹੋਇਆ, ਪੀ ਬਾਰ ਬਰਾਬਰ 1 ਮਾਈਨਸ 0.85। ਹੁਣ ਕਈ ਵਿਦਿਆਰਥੀ ਆਪਣੇ ਚੋਂ ਅਜੇ ਹੈਗੇ ਜਿਨ੍ਹਾਂ ਨੂੰ ਇਹ ਘਟਾਓ ਨਹੀਂ ਕਰਨੀ ਆਉਂਦੀ ਹੋਵੇਗੀ, क्योंकि मैं अक्सर देखता क्लासां दे विच, तां इसनूं तो जिहड़ा तुसीं घटाना है तो 0.85 लिख के इस तरीके नाल घटाना है। एक नूं की लिखना है 1.00, जिन्ने डिजिट्स इत्थे हैगे डेसिमल तो बाद उन्ने ही इत्थे डेसिमल लगा के पूरे कर लेनी है, ठीक है। कहने का मतलब मेरा ये है कि जिथे नंबर दे विच पॉइंट नहीं लग्या होया, डेसिमल पॉइंट नहीं लग्या होया, उहदे अखीर दे विच पॉइंट लगा लेना। जिवें 1 सीगा तो 1 दे अखीर दे विच पॉइंट लगाया तो 1 पॉइंट हो गया। 1 पॉइंट के बाद जिन्नियां मर्जी जीरोस लगा ली आपां उहदे नाल नंबर दे उपर फर्क नहीं पैंदा है, ठीक है।
ਤਾਂ ਇਸ ਕਰਕੇ ਜਿਹੜਾ ਇਸ ਨੂੰ ਤੁਸੀਂ 1.00 ਲਿਖੋਗੇ ਤੇ ਚੋਂ ਆ ਘਟਾਓਗੇ ਤਾਂ ਇਹ ਤੁਹਾਡੇ ਕੋਲੇ 5 ਬਚ ਜਾਏਗਾ ਜੀ। ਇੱਧਰ ਤੁਹਾਡੇ ਕੋਲੇ ਕੈਰੀ ਜਿਹੜਾ ਇੱਕ ਇੱਧਰ ਜਾਏਗਾ ਤਾਂ ਇਹ 10 ਦੇ ਵਿੱਚੋਂ 5 ਘਟਾਏ ਤਾਂ 5 ਤੇ ਇੱਧਰ ਆ 9 ਰਹਿ ਗਿਆ ਜੀ ਤੁਹਾਡੇ ਕੋਲੇ। ਠੀਕ ਹੈ, 9 ਦੇ ਵਿੱਚੋਂ 8 ਘਟਾਓਗੇ ਤਾਂ ਤੁਹਾਡੇ ਕੋਲੇ 1 ਬਚੇਗਾ ਜੀ ਤੇ ਆ 0 ਹੋ ਜਾਏਗਾ 0.15। ਠੀਕ ਹੈ, ਤਾਂ ਇਹ ਚੀਜ਼ ਚੈੱਕ ਕਰ ਲੈਣੀ ਹੈ, ਘਟਾਓ ਜਿਹੜੀ ਸਮਝ ਲੈਣੀ ਹੈ ਕਿਵੇਂ ਕਰਨੀ ਸੀਗੀ। ਤਾਂ ਇਹ ਤੁਹਾਡੇ ਕੋਲੇ ਹੈਗਾ ਜੀ 0.15। ਤਾਂ ਇਸ ਕਰਕੇ ਆਹ ਵਾਲਾ ਜਵਾਬ ਜਿਹੜਾ ਸੀਗਾ ਇੱਥੇ ਸੀਗਾ 0.15। ਇਸ ਤੋਂ ਅੱਗੇ ਆਉਂਦੇ ਆ ਜੀ ਕਿਹੜੇ ਗਣਿਤਦਾਨ ਨੇ ਸਭ ਤੋਂ ਪਹਿਲਾਂ ਪਾਈ ਦਾ ਦਸ਼ਮਲਵ ਸਥਾਨਾਂ ਦੇ ਰੂਪ ਵਿੱਚ ਹੱਲ ਕੀਤਾ। ਪਾਈ ਨੂੰ ਦਸ਼ਮਲਵ ਸਥਾਨਾਂ ਦੇ ਰੂਪ ਵਿੱਚ ਹੱਲ ਕੀਤਾ ਤਾਂ ਮਤਲਬ ਤੁਹਾਨੂੰ ਪਤਾ ਹੈ ਕਿ ਪਾਈ ਦਾ ਮੁੱਲ ਜਿਹੜਾ ਹੈ ਉਹ ਕਿੰਨਾ ਹੁੰਦਾ ਹੈ, ਕੋਈ ਦੱਸ ਸਕਦਾ ਹੈ? ਪਾਈ ਦਾ ਮੁੱਲ ਕਿੰਨਾ ਹੁੰਦਾ ਹੈ? 22/7। 22/7। ਹਾਂਜੀ, ਹੋਰ ਕੋਈ ਜਵਾਬ? सर 3.75 सर। 75। अच्छा जी, चलो उसके बाद जवाब दे दिओ, कोई नहीं, आप डिस्कस कर लेंगे। हाँ जी, और बेटा जी किसी ने पता है और किसी ਨੂੰ ਇਹਦੇ ਬਾਰੇ π/7 3.75 ਤੋਂ ਇਲਾਵਾ ਕੁਝ ਹੋਰ ਯਾਦ ਹੋਵੇ ਕਿਸੇ ਨੂੰ? ਕੁਝ 3.14। 3.14 ठीक है। और हाँ जी बेटा जी, कोई और कोई दसना चाहता है? ये ਇੱਥੇ फुल स्टॉप लगा के ਅੱਗੇ चालू करा मैं ਇਹਨੂੰ। हाँ जी, कोई दसेगा? शाबाश शाबाश, वेरी गुड, बहुत अच्छे जवाब दे रहे हो तुसी। जिन्ना पार्टिसिपेशन तुहाडी होएगी उन्ना ही वधिया जिहड़ा है समझ आएगा तुहानू। चलो ठीक है जी। ਤਾਂ ਪਾਈ ਦਾ ਜਿਹੜਾ ਹੈਗਾ ਪਹਿਲੇ ਤਾਂ ਪਾਈ ਦੀ ਗੱਲ ਹੀ ਕਰ ਲੈਂਦੇ ਆਪਾਂ। ਪਾਈ ਦੀ ਜਿਹੜੀ ਕੀਮਤ ਹੈਗੀ ਹੈ ਤੁਹਾਡੇ ਕੋਲੇ ਸਭ ਤੋਂ ਪਹਿਲੀ ਗੱਲ ਕਿ ਉਹ 22/7 ਨਹੀਂ ਹੁੰਦੀ, ਨਾ ਹੀ ਇਹ ਜਿਹੜਾ ਹੈ ਨਾ ਹੀ ਪਾਈ ਜਿਹੜਾ ਉਹ 3.14 ਹੁੰਦਾ ਹੈ। ਠੀਕ ਹੈ, ਹੁਣ ਕੀ ਹੈ ਫਿਰ ਕਿਉਂ ਆਪਾਂ ਇਹਨਾਂ ਨੂੰ ਇੰਨੇ ਲਿਖ ਲੈਂਦੇ ਆ? ਜਦੋਂ ਸਵਾਲ ਕਰਦੇ ਆ ਤਾਂ ਆਪਾਂ ਇਹਦੇ ਚ ਜਿਹੜਾ ਹੈ ਇਹ 22/7 ਲਗਾ ਲੈਂਦੇ ਆ ਜਾਂ ਕਈ ਵਾਰੀ 3.14 ਲਗਾ ਲੈਂਦੇ ਆ। ਠੀਕ ਹੈ, ਆ 3.75 ਤਾਂ ਬਿਲਕੁਲ ਵੀ ਨਹੀਂ ਹੈਗਾ ਜੀ, ਇਹ ਤਾਂ ਬਹੁਤ ਦੂਰ ਹੋ ਗਿਆ। ਠੀਕ ਹੈ, ਆ ਤਾਂ ਬਿਲਕੁਲ ਵੀ ਨਹੀਂ ਹੈਗਾ। ਤੇ ਤਾਂ ਹੁਣ ਆਪਣੇ ਕੋਲੇ ਦੋ ਮੁੱਲ ਹੈਗੇ ਜਿਹੜੇ ਮੈਂ ਕਹਿੰਦਾ ਕਿ ਪਾਈ ਦੇ ਬਰਾਬਰ ਨਹੀਂ ਹੈਗੇ। ਠੀਕ ਹੈ, ਤਾਂ ਅਸਲ 'ਚ ਇਹ ਹੈ ਕਹਾਣੀ ਕੀ ਹੈਗੀ ਹੈ। ਤਾਂ ਪਾਈ ਦਾ ਜਿਹੜਾ ਆ 22/7 ਦਾ ਮੁੱਲ ਜਿਹੜਾ ਦੇਖੀਏ, ਜੇਕਰ ਇਹਨੂੰ ਆਪਾਂ 22 ਨੂੰ 7 ਨਾਲ ਭਾਗ ਕਰਦੇ ਹਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਇਹਦਾ ਮਾਨ ਜਿਹੜਾ ਆਉਂਦਾ ਹੈ ਤਾਂ 3.142857। ਫਿਰ ਉਹਦੇ ਤੋਂ ਬਾਅਦ ਆਈਓ ਡਿਜਿਟਸ 142857 ਇੱਥੇ ਫਿਰ ਆਣੇ ਸ਼ੁਰੂ ਹੋ ਜਾਂਦੇ ਆ ਤੇ ਆਈ ਫਿਰ ਅੱਗੇ ਫਿਰ ਆ ਜਾਂਦੇ ਆ, ਫਿਰ ਅੱਗੇ ਫਿਰ ਐਵੇਂ ਰਿਪੀਟ ਹੋ ਜਾਂਦਾ ਹੈ। ਇਸ ਤਰੀਕੇ ਨਾਲ ਇਹ ਜਿਹੜਾ ਪ੍ਰੋਸੈਸ ਚੱਲਦਾ ਹੀ ਰਹਿੰਦਾ ਹੈ, ਖਤਮ ਨਹੀਂ। ਤਾਂ ਇਹ 3.142857 142857 142857 142857 ਇਸ ਤਰੀਕੇ ਨਾਲ ਇਹ ਚੱਲਦਾ ਰਹਿੰਦਾ ਹੈ। ਤਾਂ ਤੁਸੀਂ ਇਹ ਤਾਂ ਦੇਖਿਓ 22/7 ਦਾ ਮਾਨ ਕਿੰਨਾ ਹੈਗਾ। ਠੀਕ ਹੈ, ਹੁਣ ਪਾਈ ਦਾ ਜਿਹੜਾ ਅਸਲੀ ਮਾਨ ਹੈਗਾ ਉਹ ਕਿਹਦੇ ਬਰਾਬਰ ਹੈਗਾ? ਤਾਂ ਉਹ ਲਗਭਗ ਜਿਹੜਾ ਹੈ, ਅਜੇ ਵੀ ਮੈਂ ਬੋਲ ਰਿਹਾ ਲਗਭਗ, ਕਾਰਨ ਉਹਦਾ ਇਹ ਮੈਂ ਹੁਣੇ ਕਲੀਅਰ ਕਰਦਾ। ਚਲੋ 3.14159265358979 ਇਹਦੇ ਤੋਂ ਅੱਗੇ ਮੈਨੂੰ ਯਾਦ ਨਹੀਂ ਹੈਗੇ। ਠੀਕ ਹੈ, ਤਾਂ ਇਹ ਪਾਈ ਦਾ ਮਾਨ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਕਿ ਇਹ ਸਿਰਫ ਜਿਹੜਾ ਹੈ ਉਹ ਇੱਥੋਂ ਤੱਕ ਹੀ ਜਿਹੜਾ ਉਹ ਸਹੀ ਹੈਗਾ 3.14 3.14। ਠੀਕ ਹੈ, ਤਾਂ ਇੱਥੋਂ ਤੱਕ ਤਾਂ ਇਹ ਮੈਚ ਕਰਦਾ ਹੈਗਾ ਤੁਹਾਡਾ ਆਹ ਵਾਲਾ ਦੋਨਾਂ ਦੇ ਵਿੱਚ। ਠੀਕ ਹੈ, ਤਾਂ ਇਹਦੇ ਤੋਂ ਅੱਗੇ ਜਿਹੜਾ ਹੈ ਇੱਥੇ 2 ਆ ਜਾਂਦਾ, ਇੱਥੇ 1 ਆ ਜਾਂਦਾ, ਫਿਰ ਸਾਰੇ ਅਲੱਗ ਹੀ ਹੋ ਜਾਂਦੇ ਆ, ਕੁਝ ਨਹੀਂ ਹੈਗਾ। ਤੇ ਦੂਜੀ ਗੱਲ ਇਹਦੇ ਚ ਨੀਚੇ ਵਾਲੇ ਜਿਹੜੇ ਪੈਟਰਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹਦੇ ਚ ਕੁਝ ਵੀ ਰਿਪੀਟ ਨਹੀਂ ਹੁੰਦਾ। ਇਹਦੇ ਚ ਜਿਹੜਾ 142857 142857 ਇਹ ਰਿਪੀਟ ਹੋ ਰਿਹਾ ਸੀਗਾ। ਠੀਕ ਹੈ, ਤਾਂ ਇਹਦੇ ਚ ਕੁਝ ਵੀ ਰੈਪੀਟੀਸ਼ਨ ਨਹੀਂ ਹੈਗੀ। ਤੇ ਜਿਹੜੇ ਨੰਬਰ ਦੇ ਵਿੱਚ ਕੋਈ ਵੀ ਰੈਪੀਟੀਸ਼ਨ ਨਾ ਹੋਵੇ, ਡਿਜਿਟਸ ਆਪਣੇ ਹਿਸਾਬ ਨਾਲ ਅੱਗੇ ਕੁਝ ਹੋਰ ਹੀ ਆਉਂਦੇ ਰਹਿਣ, ਹਰ ਵਾਰੀ ਕੁਝ ਨਵਾਂ ਹੀ ਆਉਂਦਾ ਰਹੇ, ਤਾਂ ਉਸ ਤਰ੍ਹਾਂ ਦੇ ਨੰਬਰਸ ਜਿਹੜੇ ਹੁੰਦੇ ਆ ਡੈਸੀਮਲ ਨੰਬਰਸ, ਤਾਂ ਉਹ ਜਿਹੜੇ ਉਹਨਾਂ ਨੂੰ ਕਹਿੰਦੇ ਆਪਾਂ ਇਰੈਸ਼ਨਲ ਜਾਂ ਅਪਰਿਮੇय। ਇਰੈਸ਼ਨਲ ਜਾਂ ਫਿਰ ਅਪਰਿਮੇय। ਠੀਕ ਹੈ, ਅਪਰਿਮੇय ਨੰਬਰ ਕੀ ਹੁੰਦੇ ਆ? ਠੀਕ ਹੈ, ਤਾਂ ਅਪਰਿਮੇय ਨੰਬਰ ਉਹ ਹੈਗੇ ਡੈਸੀਮਲ ਰੈਪਰੈਜ਼ੈਂਟੇਸ਼ਨ ਜਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕੁਝ ਵੀ ਪੈਟਰਨ ਤੁਹਾਨੂੰ ਨਜ਼ਰ ਨਹੀਂ ਆਵੇਗਾ। ਠੀਕ ਹੈ, ਜਿਵੇਂ ਇਹਦੇ ਚ ਪੈਟਰਨ ਨਜ਼ਰ ਆ ਰਿਹਾ ਸੀ ਨਾ 142857 ਵਾਲਾ, ਤਾਂ ਇਹਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹਨੂੰ ਕਾਪੀ ਪੇਸਟ ਕੀਤਾ ਜਾ ਸਕੇ। ਠੀਕ ਹੈ, ਇਹਦੇ ਚ ਤਾਂ ਕਾਪੀ ਪੇਸਟ ਸੀਗਾ, ਇਹਨੂੰ ਕਾਪੀ ਕਰੋ, ਇਹਨੂੰ ਪੇਸਟ ਕਰੀ ਜਾਓ ਅੱਗੇ ਅੱਗੇ। ਠੀਕ ਹੈ, ਤਾਂ ਇਹਦੇ ਚ ਜਿਹੜਾ ਨੀਚੇ ਵਾਲੇ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈਗਾ। ਤਾਂ ਹੁਣ
ਇਹ ਜਿਹੜੇ ਮਾਨ ਹੈਗੇ ਹੁਣ 22/7 ਦਾ ਜਿਹੜਾ ਮਾਨ ਹੈਗਾ ਇਹ ਪਾਈ ਦੇ ਲਗਭਗ ਨੇੜੇ ਦਾ ਮਾਨ ਹੈਗਾ, ਪਾਈ ਦਾ ਨੇੜੇ ਦਾ ਮਾਨ ਹੈਗਾ। ਨੇੜੇ ਦੇ ਮਾਨ ਦੇ ਲਈ ਆਪਾਂ ਇਸ ਨੂੰ ਆਪਾਂ ਐਵੇਂ ਬ੍ਰੈਕਟ ਬਰਾਬਰ ਲਗਭਗ ਬਰਾਬਰ ਹੈ, ਇਹਦਾ ਮਤਲਬ ਹੈ ਲਗਭਗ ਬਰਾਬਰ ਹੈ। ਤੇ ਇਸੇ ਤਰੀਕੇ ਨਾਲ ਪਾਈ ਜਿਹੜਾ ਉਹ ਲਗਭਗ 3.14 ਦੇ ਵੀ ਬਰਾਬਰ ਹੈਗਾ। ਤੁਸੀਂ ਦੇਖ ਰਹੇ ਹੋਗੇ 3.14 ਤੋਂ ਬਾਅਦ ਤਾਂ ਮਤਲਬ ਜਿਵੇਂ ਜਿਵੇਂ ਅੱਗੇ ਅੱਗੇ ਆਪਾਂ ਵਧਦੇ ਹਾਂ ਉਵੇਂ ਉਵੇਂ ਇਹਨਾਂ ਨੰਬਰ ਦੀ ਵੈਲਿਊ ਜਿਹੜੀ ਉਹ ਘਟਦੀ ਜਾਂਦੀ ਹੈਗੀ, ਤੁਹਾਨੂੰ ਇਹ ਪਤਾ ਹੈਗਾ। ਜਿਵੇਂ ਜਿਵੇਂ ਇੱਧਰ ਨੂੰ ਜਾਂਦੇ ਆ ਉਵੇਂ ਉਵੇਂ ਨੰਬਰ ਵੱਧਦਾ ਜਾਂਦਾ ਹੈ। ਪਲੇਸ ਵੈਲਿਊ ਕਹਿੰਦੇ ਆਪਾਂ ਇਸ ਨੂੰ। ਜਿਵੇਂ 1 2 3 ਹੀ ਹੈਗਾ ਤਾਂ ਇਹਦੇ ਚ ਸਭ ਤੋਂ ਜ਼ਿਆਦਾ ਵੈਲਿਊ ਕਿਹਦੀ ਹੈਗੀ ਹੈ? 1 ਦੀ ਪਲੇਸ ਵੈਲਿਊ ਜ਼ਿਆਦਾ ਹੈਗੀ ਹੈ ਕਿ 3 ਦੀ ਜ਼ਿਆਦਾ ਹੈਗੀ ਹੈ ਕਿ 2 ਦੀ ਜ਼ਿਆਦਾ ਹੈਗੀ ਹੈ? ਤੁਸੀਂ ਦੇਖ ਕੇ ਦੱਸੋ ਜਰਾ। अपना स्थानक मुल किहदा ज्यादा है? सर 3। हाँ जी सर प्लेस 3। 3। अच्छा ठीक है। ਜਿਹੜਾ ਬੇਟਾ ਤੁਸੀਂ ਕੱਲਾ 3 ਦੀ ਗੱਲ ਕਰ ਰਹੇ ਹੋ 1 2 3 ਇਹਦੇ ਵਿੱਚ 3 ਜਿਹੜਾ ਸਭ ਤੋਂ ਵੱਡਾ ਹੈਗਾ, ਇਸ ਨੂੰ ਕਹਿੰਦੇ ਆਪਾਂ ਫੇਸ ਵੈਲਿਊ। ਠੀਕ ਹੈ, ਫੇਸ ਵੈਲਿਊ ਦਾ ਮਤਲਬ ਹੈ ਜਿਹੜਾ ਦਿਖਦਾ ਹੈ ਉਹਦੀ ਵੈਲਿਊ। ਠੀਕ ਹੈ, ਐਵੇਂ ਸਮਝੋ ਇਹਨੂੰ। ਤੇ ਦੂਸਰਾ ਹੈਗਾ ਤੁਹਾਡੇ ਕੋਲੇ ਇਸ 3 ਦਾ ਮਤਲਬ ਕੱਲਾ 3 ਹੈਗਾ, ਇਸ 2 ਦਾ ਮਤਲਬ ਜਿਹੜਾ ਹੈਗਾ 20 ਹੈਗਾ ਤੇ ਇਸ 1 ਦਾ ਮਤਲਬ ਜਿਹੜਾ ਉਹ 100 ਹੈਗਾ। ਠੀਕ ਹੈ, ਤੇ ਇਹ ਤੁਹਾਡੇ ਕੋਲੇ ਜੋੜ ਕਰਦੀ ਇਹਨਾਂ ਦਾ ਤਾਂ ਇਹ ਤੁਹਾਡੇ ਕੋਲੇ 123 ਬਣ ਜਾਂਦਾ ਹੈਗਾ। ਇਸ ਤਰੀਕੇ ਨਾਲ ਤਾਂ ਹਰ ਇੱਕ ਨੰਬਰ ਜਿਹੜਾ ਉਹ ਇਸ ਤਰੀਕੇ ਨਾਲ ਲਿਖਿਆ ਹੁੰਦਾ ਅਸਲ 'ਚ। ਇਹ ਐਵੇਂ ਹੈਗਾ ਪਰ ਲੇਕਿਨ ਆਪਾਂ ਇਹਨੂੰ ਸ਼ਾਰਟ ਦੇ ਵਿੱਚ ਐਵੇਂ ਲਿਖ ਦਿੰਦੇ ਆ 1 2 3। ਠੀਕ ਹੈ, ਇਹਦੇ 'ਚ 100 1 100 ਹੈਗਾ, 2 20 2 10 ਹੈਗੇ ਤੇ 1 3 ਹੈਗਾ। 3 ਹਾਂ 1 3 ਵਾਰੀ ਹੈਗਾ। ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸ਼ੋ ਕਰਦੇ ਆ। ਇਸ ਤਰ੍ਹਾਂ ਦੇ ਸਿਸਟਮ ਨੂੰ ਆਪਾਂ ਪਲੇਸ ਵੈਲਿਊ ਕਹਿੰਦੇ ਆ। ਤਾਂ ਇਹ ਜਿਹੜੀ ਹੈ 3 ਦੀ ਪਲੇਸ ਵੈਲਿਊ ਜਿਹੜੀ ਹੈਗੀ ਹੈ ਉਹ 3 ਹੀ ਹੈਗੀ ਹੈ, 2 ਦੀ ਪਲੇਸ ਵੈਲਿਊ ਉਹ 20 ਹੈਗੀ ਹੈ ਤੇ 1 ਦੀ ਪਲੇਸ ਵੈਲਿਊ ਜਿਹੜੀ ਹੈਗੀ ਹੈ ਉਹ 100 ਹੈਗੀ ਹੈ। ਤਾਂ ਇਹਦੀ ਵੈਲਿਊ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਹੈਗੀ ਹੈ ਜਿਹੜਾ ਖੱਬੇ ਪਾਸੇ ਹੈਗਾ। ਜਿਵੇਂ ਜਿਵੇਂ ਆਪਾਂ ਖੱਬੇ ਪਾਸੇ ਚੱਲਦੇ ਹਾਂ ਉਵੇਂ ਉਵੇਂ ਵੈਲਿਊ ਵੱਧਦੀ ਜਾਂਦੀ ਹੈਗੀ ਹੈ, ਵੱਧਦੀ ਜਾਂਦੀ ਹੈਗੀ। ਜਿਵੇਂ ਜਿਵੇਂ ਸੱਜੇ ਪਾਸੇ ਚੱਲਦੇ ਆ ਉਵੇਂ ਉਵੇਂ ਦੀ ਵੈਲਿਊ ਜਿਹੜੀ ਉਹ ਘਟਦੀ ਜਾਂਦੀ ਹੈ। ਆਹ ਚੀਜ਼ ਜਿਹੜੀ ਹੈ ਇਹਨਾਂ ਨੰਬਰ ਦੇ ਉੱਪਰ ਲਾਗੂ ਹੋ ਰਹੀ ਹੈ। ਤਾਂ ਇਹਦੇ ਵਿੱਚ ਜਿਹੜੀ ਹੈ ਕਿੱਥੇ ਜੀ ਦੇਖ ਕੇ ਦੱਸਾਂ ਮੈਂ ਤੁਹਾਨੂੰ। ਆਹ ਦੇਖੋ, ਆਹ 2 ਡਿਜਿਟਸ ਦੇਖੋ ਜਰਾ। ਤਾਂ ਇਹਦੀ ਪਲੇਸ ਵੈਲਿਊ 5 ਦੀ ਪਲੇਸ ਵੈਲਿਊ ਜਿਹੜੀ ਹੈ ਉਹ 8 ਦੀ ਪਲੇਸ ਵੈਲਿਊ ਨਾਲੋਂ ਜ਼ਿਆਦਾ ਹੈਗੀ ਹੈ। ਇਹਦਾ ਮੀਨਿੰਗ ਜ਼ਿਆਦਾ ਹੈਗਾ, ਇਹਦਾ ਘੱਟ ਹੈਗਾ ਇਸ ਨੰਬਰ ਦੇ ਵਿੱਚ। ਠੀਕ ਹੈ, ਹਾਲਾਂਕਿ ਜਿਹੜਾ 8 ਵੱਡਾ ਦਿਸਦਾ 8 ਵੱਡਾ ਦਿਸਦਾ ਹੈਗਾ, 5 ਛੋਟਾ ਹੈਗਾ। ਪਰ ਜਿਹੜੇ ਨੰਬਰ ਦੇ ਵਿੱਚ ਜਿਹੜਾ ਫਰਕ ਜ਼ਿਆਦਾ ਪਾ ਰਿਹਾ ਹੈਗਾ ਉਹ ਆਹ ਵਾਲਾ 5 ਪਾ ਰਿਹਾ, ਨਾ ਕਿ ਆਹ 8 ਪਾ ਰਿਹਾ। ਜਿਵੇਂ ਜਿਵੇਂ ਅੱਗੇ ਨੂੰ ਤੁਰਦੇ ਜਾਂਦੇ ਆ ਉਵੇਂ ਉਵੇਂ ਨੰਬਰ ਦੇ ਉੱਪਰ ਫਰਕ ਜਿਹੜਾ ਉਹ ਘਟਦਾ ਜਾਂਦਾ ਹੈ। ਠੀਕ ਹੈ, ਉਹਦਾ ਜਿਹੜਾ ਇਫੈਕਟ ਹੈਗਾ ਉਹ ਘਟਦਾ ਜਾਂਦਾ ਹੈਗਾ। ਖੈਰ, ਤਾਂ ਸਭ ਤੋਂ ਪਹਿਲਾਂ ਜਿਹੜਾ ਦਸ਼ਮਲਵ ਦੇ ਸਭ ਤੋਂ ਪਹਿਲਾਂ ਪਾਈ ਨੂੰ ਦਸ਼ਮਲਵ ਦੇ ਸਥਾਨਾਂ ਦੇ ਰੂਪ ਵਿੱਚ ਹੱਲ ਕੀਤਾ ਸੀ ਤਾਂ ਕਿਸ ਨੇ ਕੀਤਾ ਸੀਗਾ? ਆਰਕੀਮੀਡੀਜ਼ ਨਾਮ ਦੇ ਵਿਅਕਤੀ ਨੇ ਕੀਤਾ ਸੀਗਾ। ਗ੍ਰੀਕ ਸੀਗਾ ਆਈ ਥਿੰਕ, ਕਨਫਰਮ ਕਰ ਲੈਣਾ ਹੈਗਾ। ਯੂਨਾਨ ਤੋਂ। ਗ੍ਰੀਕ ਨੂੰ ਯੂਨਾਨ ਵੀ ਕਹਿੰਦੇ ਆ ਜੀ। ਮੱਧਮਾਨ ਬੋਲਕ ਤੇ ਮੱਧਿਕਾ ਵਿੱਚ ਕੀ ਸੰਬੰਧ ਹੈ? ਤਾਂ 3 ਮੱਧਿਕਾ ਬਰਾਬਰ ਬੋਲਕ ਪਲੱਸ 2 ਮੱਧਮਾਨ। ਤਾਂ ਇਹ ਯਾਦ ਰੱਖਣ ਵਾਲਾ ਹੀ ਹੈ ਜੀ ਇਹ। ਤੇ ਇਹਦਾ ਜਿਹੜਾ ਹੈ ਇਹ ਕੋਈ ਵਿਗਿਆਨਕ ਸੂਤਰ ਨਹੀਂ ਹੈ ਇਹ। ਠੀਕ ਹੈ, ਇਹ ਕੁਝ ਤੁਹਾਡੇ ਕੋਲੇ ਅੰਕੜਿਆਂ ਤੋਂ ਹੀ ਜਿਹੜਾ ਹੈ ਇਹ ਅੰਦਾਜ਼ਾ ਲਗਾਇਆ ਗਿਆ ਕਿ ਇਹ ਲਗਭਗ ਇੰਨਾ ਕੁ ਹੁੰਦਾ ਹੈ। ਇਹ ਲਗਭਗ ਹੀ ਸੂਤਰ ਹੈਗਾ ਜੀ, ਇਹ ਬਿਲਕੁਲ ਐਗਜ਼ੈਕਟ ਨਹੀਂ ਸੈਟੀਸਫਾਈ ਕਰਦਾ। ਕੋਈ ਤੁਸੀਂ ਅੰਕੜੇ ਲੈ ਕੇ ਉਹਦੇ ਵਿੱਚ ਜਿਹੜਾ ਤੁਸੀਂ ਇਸ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਆਹ ਵਾਲਾ ਅਪਲਾਈ ਪੂਰਾ ਨਹੀਂ ਹੁੰਦਾ ਹੈ। ਇਹ ਇੰਪੀਰੀਕਲ ਰਿਲੇਸ਼ਨ ਕਹਿੰਦੇ ਆ ਇਹਨਾਂ ਨੂੰ, ਇੰਪੀਰੀਕਲ। ਠੀਕ ਹੈ, ਇਹਦਾ ਮਤਲਬ ਹੈਗਾ ਕਿ ਸਿਰਫ ਪ੍ਰਯੋਗ ਕਰਕੇ ਤੇ ਲਗਭਗ ਦੇਖਿਆ ਗਿਆ ਕਿ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਕੁਝ ਸੰਬੰਧ ਆਉਂਦਾ ਹੈ। ਤਾਂ ਉਹ ਲਗਭਗ ਸੰਬੰਧ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਆਉਂਦਾ ਹੈ ਜੀ। 3 ਮੱਧਿਕਾ ਬਰਾਬਰ 1 ਬੋਲਕ ਪਲੱਸ 2 ਮੱਧਮਾਨ। ਠੀਕ ਹੈ, ਇੰਪੀਰੀਕਲ ਰਿਲੇਸ਼ਨ ਹੈਗਾ ਜੀ। ਇਹ ਪੂਰਾ ਸਹੀ ਨਹੀਂ ਹੁੰਦਾ ਹੈ। ਸਮਝ ਆ ਗਿਆ? ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ, ਕੋਈ ਵੀ ਸੀਕੁਐਂਸ ਜਿਹੜੀ ਹੈ ਨੰਬਰਸ ਦੀ ਲੈ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਉਹਦੀ ਮੱਧਿਕਾ ਪਤਾ ਕਰੋ, ਬੋਲਕ ਪਤਾ ਕਰੋ, ਮੱਧਮਾਨ ਪਤਾ ਕਰੋ ਤੇ ਤੁਸੀਂ ਦੇਖੋਗੇ ਕਿ ਆਹ ਵਾਲਾ ਜਿਹੜਾ ਪੂਰਾ ਬਰਾਬਰ ਤਾਂ ਨਹੀਂ ਆਉਂਦਾਗਾ। ਠੀਕ ਹੈ, ਇਸ ਤੋਂ ਅੱਗੇ ਚੱਲਦੇ ਹਾਂ ਆਪਾਂ। -100 ਅਤੇ -80 ਵਿਚਕਾਰ ਕਿੰਨੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਹੋਣਗੀਆਂ? ਪ੍ਰਾਕ੍ਰਿਤਿਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਬੇਟਾ ਜੀ? ਜਿਹੜੀਆਂ 1 ਤੋਂ ਸ਼ੁਰੂ ਹੋ ਕੇ ਕਾਊਂਟਿੰਗ ਵਾਲੀਆਂ, 1 ਤੋਂ ਸ਼ੁਰੂ ਹੋ ਕੇ 1 2 3 4। ਠੀਕ ਹੈ, ਇਹਨਾਂ ਨੂੰ ਕੀ ਕਹਿੰਦੇ ਆ? ਪ੍ਰਾਕ੍ਰਿਤਿਕ ਸੰਖਿਆਵਾਂ। ਤਾਂ ਤੁਸੀਂ -100, ਹੁਣ -100 ਜਿਹੜਾ ਹੈਗਾ ਤੁਹਾਡੇ ਕੋਲੇ ਇਹਦੇ ਤੋਂ ਪਿੱਛੇ ਆ ਗਿਆ। ਠੀਕ ਹੈ, ਆ 0 ਫਿਰ -1
फिर -2 ਐਵੇਂ ਕਰਦੇ ਕਰਦੇ ਜਿਹੜਾ ਤੁਹਾਡੇ ਕੋਲੇ ਪਹਿਲਾਂ -80 ਆਏਗਾ, ਠੀਕ ਹੈ। ਤੇ ਉਹਦੇ ਤੋਂ ਪਹਿਲਾਂ ਜਿਹੜਾ ਹੈ ਹੋਰ ਪਿੱਛੇ ਚੱਲਾਂਗੇ ਤਾਂ -100 ਆਏਗਾ ਜੀ, ਠੀਕ ਹੈ। ਤਾਂ ਮਾਈਨਸ ਇਹਦੇ ਵਿਚਕਾਰ ਕੋਈ ਪ੍ਰਾਕਿਰਤਿਕ ਸੰਖਿਆ ਤੁਹਾਨੂੰ ਨਜ਼ਰ ਆ ਰਹੀ ਹੈ? ਪ੍ਰਾਕਿਰਤਿਕ ਸੰਖਿਆਵਾਂ ਤਾਂ ਇੱਥੇ ਬੈਠੀਆਂ ਹੈ, ਠੀਕ ਹੈ। ਇਹਨਾਂ ਨੂੰ n ਨਾਲ ਲਿਖਦੇ ਹਾਂ ਜੀ ਆਪਾਂ, ਕੈਪੀਟਲ N, ਠੀਕ ਹੈ। ਨੈਚੁਰਲ ਨੰਬਰਸ, ठीक है। तो ये विचकार कोई भी नैचुरल नंबर नहीं है, तो इसका जवाब जोड़ा है कोई नहीं हो गया। क्लीयर है? तुसी देखो कि 11वें सवाल दे विच x धुरे दे ते किसे बिंदु दे निर्देशांक दसो, तां धुरे दे किसे बिंदु दे निर्देशांक दसो। तां इहदे लई जिहड़ा है तो तुहाडे कोल इस तरह दे प्रश्न जिहड़े आ ओह पेपर दे विच भी पूछे गए सीगे। ते मान लो तुहाडे कोल जिहड़ा है कोआर्डिनेट एक्सिस जिहड़े आ ओह इस तरह बने होए हैगे, ठीक है। ਤੇ ਆਹ ਵਾਲਾ ਜਿਹੜੇ ਹੌਰੀਜ਼ੌਂਟਲ ਲਾਈਨ ਹੈਗੀ ਹੈ, ਖਿਤਿਜ ਰੇਖਾ ਜਿਹੜੀ ਹੈਗੀ ਹੈ ਹੌਰੀਜ਼ੌਂਟਲ, ਠੀਕ ਹੈ। ਤਾਂ ਇਸ ਨੂੰ ਜਿਹੜਾ ਆਪਾਂ ਐਕਸ ਐਕਸਿਸ ਦੇ ਨਾਮ ਨਾਲ ਲਿਖਦੇ ਹਾਂ, ਠੀਕ ਹੈ, ਜਾਂ ਐਕਸ ਧੁਰਾ ਲਿਖਦੇ ਆ ਪੰਜਾਬੀ ਦੇ ਵਿੱਚ, ਠੀਕ ਹੈ। ਤੇ ਜਿਹੜਾ ਵਰਟੀਕਲ ਲਾਈਨ ਹੈਗੀ ਹੈ, ਖੜਵੀਂ ਲਾਈਨ ਹੈਗੀ ਹੈ, ਇਸ ਨੂੰ ਆਪਾਂ ਜਿਹੜਾ ਹੈ ਉਹ ਵਾਈ ਐਕਸਿਸ ਲਿਖਦੇ ਹਾਂ। ਤੇ ਕਈ ਵਾਰੀ ਜਿਹੜਾ ਇਕੱਲਾ ਹੀ ਕੈਪੀਟਲ ਐਕਸ ਤੇ ਕੈਪੀਟਲ ਵਾਈ ਲਿਖ ਦਿੰਦੇ ਆ ਜੀ, ਇੰਨੇ ਨਾਲ ਹੀ ਆਪਾਂ ਨੂੰ ਸਮਝ ਆ ਜਾਂਦੀ ਹੈ ਕਿ ਕਿਹੜੀ ਐਕਸ ਐਕਸਿਸ ਹੈ ਕਿਹੜੀ ਵਾਈ ਐਕਸਿਸ ਹੈ। ਤੇ ਉਹ ਜਿਹੜਾ ਹੈਗਾ ਦੋਨਾਂ ਦਾ ਕਾਟ ਬਿੰਦੂ ਹੁੰਦਾ ਹੈ, ਠੀਕ ਹੈ। ਇਸ ਨੂੰ origin ਜਾਂ ਮੂਲ ਬਿੰਦੂ ਕਹਿੰਦੇ ਹਨ। ਉਹ ਨੂੰ ਕਾਟ ਬਿੰਦੂ ਦੋਨਾਂ ਧੁਰਿਆਂ ਦਾ, ਇਸ ਨੂੰ origin ਜਾਂ ਫਿਰ ਮੂਲ ਬਿੰਦੂ, origin ORIGIN, ਠੀਕ ਹੈ ਜੀ। ਤਾਂ ਇਹ ਤੁਹਾਡੇ ਕੋਲੇ origin ਹੈ। ਤੇ ਹੁਣ ਆਪਣੇ ਕੋਲੇ ਸੀਗਾ x ਧੁਰੇ ਦੇ ਕਿਸੇ ਬਿੰਦੂ ਦੇ ਨਿਰਦੇਸ਼ਾਂਕ। ਤਾਂ x ਧੁਰੇ ਦੇ ਉੱਪਰ ਜਿਹੜਾ ਪਹਿਲਾਂ ਗੱਲ ਕਰਦੇ ਹਾਂ ਆਪਾਂ ਕਿਸੇ ਬਿੰਦੂ, ਮੰਨ ਲਓ ਤੁਹਾਡੇ ਕੋਲੇ ਆਹ ਬਿੰਦੂ ਹੈਗਾ P, ਠੀਕ ਹੈ। ਤਾਂ ਇਹ P ਜਿਹੜਾ ਹੈਗਾ, ਇਸ P ਦੇ ਨਿਰਦੇਸ਼ਾਂਕ ਦੀ ਗੱਲ ਕਰਦੇ ਹਾਂ ਤਾਂ O ਤੋਂ ਲੈ ਕੇ ਤੇ ਇਸ ਤੋਂ ਪਰਪੈਂਡੀਕੂਲਰ ਆਪਾਂ ਨੇ ਡ੍ਰੌਪ ਕੀਤਾ, P ਤੋਂ M ਤੱਕ ਦਾ ਪਰਪੈਂਡੀਕੂਲਰ ਡ੍ਰੌਪ ਕੀਤਾ x ਐਕਸਿਸ ਦੇ ਉੱਪਰ, ਠੀਕ ਹੈ। ਪਰਪੈਂਡੀਕੂਲਰ ਦਾ ਮਤਲਬ ਹੈ ਲੰਬ ਬਣਾਇਆ, ਤਾਂ 90 ਡਿਗਰੀ ਦਾ ਕੋਣ ਬਣੇਗਾ ਇੱਥੇ। ਤੇ O ਤੋਂ ਲੈ ਕੇ ਤੇ M ਤੱਕ ਦੀ ਦੂਰੀ ਕਿੰਨੀ ਹੈਗੀ ਹੈ? x ਧੁਰੇ ਵਾਲੇ ਪਾਸੇ ਚੱਲਦੇ ਆ ਤਾਂ ਕਿੰਨੀ ਦੂਰ ਹੈਗਾ ਇਹ ਪੁਆਇੰਟ? ਸਿਰਫ x ਧੁਰੇ ਦੇ ਉੱਪਰ ਦੇਖਣਾ ਹੈ, ਕਿਹਦੀ ਸੀਧ 'ਚ ਹੈਗਾ ਇਹ, ਐਵੇਂ ਦੇਖਣਾ ਹੈ। ਤਾਂ M ਦੀ ਸੀਧ 'ਚ ਹੈਗਾ ਇਹ ਪੁਆਇੰਟ, ਠੀਕ ਹੈ। ਤਾਂ ਇਸ ਨੂੰ ਜਿਹੜਾ ਉਹ ਆਪਾਂ x ਨੰਬਰ ਦੇ ਨਾਲ ਲਿਖਦੇ ਹਾਂ ਕਿ ਆ ਦੂਰੀ OM ਦੀ ਜਿਹੜੀ ਹੈਗੀ ਹੈ ਉਹ x ਹੈਗੀ ਹੈ। OM ਜਿਹੜਾ ਹੈ ਉਹ x ਦੇ ਬਰਾਬਰ ਹੈਗਾ, x ਦੂਰੀ ਹੈਗੀ, ਇਕਾਈਆਂ, x ਇਕਾਈਆਂ ਦੂਰੀ ਹੈ। ਤੇ ਇਸੇ ਤਰੀਕੇ ਨਾਲ ਇੱਕ ਲੰਬ ਜਿਹੜਾ ਹੈਗਾ P ਤੋਂ ਆਪਾਂ y ਧੁਰੇ ਦੇ ਉੱਪਰ ਵੀ ਬਣਾ ਦਿੰਦੇ ਹਾਂ, ਠੀਕ ਹੈ। ਇਸ ਤਰੀਕੇ ਨਾਲ ਤਾਂ P ਤੋਂ ਇੱਕ ਪਰਪੈਂਡੀਕੂਲਰ ਆਪਾਂ ਬਣਾਉਂਦੇ ਹਾਂ N ਦੇ ਉੱਪਰ, PN ਜਿਹੜਾ ਇੱਕ ਪਰਪੈਂਡੀਕੂਲਰ ਹੈਗਾ। ਤਾਂ ਇਸ P ਬਿੰਦੂ ਦੀ y, ਤਾਂ ਬਿੰਦੂ ਦੀ x ਧੁਰੇ ਤੋਂ ਦੂਰੀ ਕਿੰਨੀ ਹੈਗੀ ਹੈ? ਤਾਂ ਇਸ ਨੂੰ ਆਪਾਂ y ਲਿਖਦੇ ਹਾਂ, y ਲਿਖਦੇ ਹਾਂ ਜੀ। x ਧੁਰੇ ਤੋਂ ਦੂਰੀ, ਆ x ਧੁਰਾ ਜਿਹੜਾ ਲਾਈਨ ਹੈਗੀ ਹੈ, x ਵਾਲੀ ਹੌਰੀਜ਼ੌਂਟਲ ਲਾਈਨ ਜਿਹੜੀ ਹੈਗੀ ਹੈ, x ਧੁਰੇ ਤੋਂ ਦੂਰੀ ਨੂੰ y ਲਿਖਦੇ ਹਾਂ, ਤੇ y ਤੋਂ ਦੂਰੀ ਕਿੰਨੀ ਹੈਗੀ ਹੈ ਉਸ ਨੂੰ x ਲਿਖਦੇ ਹਾਂ, ਠੀਕ ਹੈ। ਇਹ ਧਿਆਨ ਰੱਖਣਾ ਹੈਗਾ। ਤਾਂ x ਜਿਹੜਾ ਉਹ x ਐਕਸਿਸ ਵਾਲੇ ਪਾਸੇ ਹੈਗਾ, y ਜਿਹੜਾ ਉਹ y ਐਕਸਿਸ ਵਾਲੇ ਪਾਸੇ ਹੈਗਾ, ਐਵੇਂ, ਠੀਕ ਹੈ। ਕਲੀਅਰ ਹੈ ਸਾਰਿਆਂ ਨੂੰ ਇਹ? ਤੇ ਆਪਾਂ ਇਹ ਕਹਿੰਦੇ ਆ ਕਿ ਇਹ ਜਿਹੜਾ P ਦੇ ਕੋਆਰਡੀਨੇਟਸ ਜਿਹੜੇ ਹੋਣਗੇ, ਨਿਰਦੇਸ਼ਾਂਕ ਹੋਣਗੇ, ਫਿਰ ਉਹ ਹੋਣਗੇ ਆ ਪਹਿਲੇ x ਵਾਲੇ ਪਾਸੇ ਕਿੰਨਾ ਚੱਲਣਾ ਪੈਂਦਾ ਹੈ ਤੇ y ਵਾਲੇ ਪਾਸੇ ਕਿੰਨਾ ਚੱਲਣਾ ਪੈਂਦਾ ਹੈਗਾ। ਤਾਂ ਇਸ ਤਰੀਕੇ ਨਾਲ ਇਸ ਨੂੰ ਲਿਖਦੇ ਆ P x, y। ਇੱਕ ਹੋਰ ਥੋੜਾ ਦੇਖ ਲੈਂਦੇ ਆ ਆਪਾਂ ਇਸ ਨੂੰ। ਤਾਂ ਤੁਹਾਡੇ ਸਾਹਮਣੇ ਹੈ ਹੁਣ, ਮੰਨ ਲਓ ਤੁਹਾਡੇ ਕੋਲੇ ਕੋਆਰਡੀਨੇਟ ਐਕਸਿਸ ਇਸ ਤਰ੍ਹਾਂ ਦੇ ਹੈਗੇ, ਤਾਂ ਇਹ 3, ਇੱਧਰ 1 2 3 4, ਚਲੋ ਇੱਧਰ ਵੀ 4 ਲਗਾ ਦਿੰਦੇ। ਖੈਰ, ਤਾਂ ਹੁਣ ਜਿਹੜਾ ਹੈ ਆਹ ਬਿੰਦੂ ਹੈਗਾ, A ਕਹਿ ਲੈਂਦੇ, ਇਹਦਾ ਨਾਮ A ਹੈ। ਤਾਂ ਇਹ ਜਿਹੜਾ ਹੈ, ਇਹਨਾਂ ਪਹਿਲਾਂ ਤਾਂ ਇੱਕ ਚੀਜ਼ ਜਿਹੜੀ ਤੁਸੀਂ ਧਿਆਨ ਕਰੋ, ਜਿਹੜਾ ਇਹਨਾਂ ਨੂੰ ਗਿਣਤੀ ਮਿਣਤੀ ਕਿੱਧਰੋਂ ਕਰਨੀ ਹੈ। ਤਾਂ ਆਹ ਜਿਹੜਾ origin ਹੈਗਾ ਇੱਥੇ 0 ਰੱਖਣਾ ਤੁਸੀਂ, 1 ਇਹਦੇ ਨਾਲ 2 3 4, ਠੀਕ ਹੈ, 1 2 3 4। ਤੇ ਇਧਰਲੇ ਪਾਸੇ ਜਿਹੜਾ ਖੱਬੇ ਪਾਸੇ ਜੇਕਰ ਆਪਾਂ ਬਣਾਵਾਂਗੇ, ਇਸ ਪਾਸੇ ਬਣਾਵਾਂਗੇ ਤਾਂ -1 -2 -3 -4, ਠੀਕ ਹੈ। ਇਸ ਤਰੀਕੇ ਨਾਲ ਬਣ ਜਾਣਗੇ, ਠੀਕ ਹੈ। ਤਾਂ ਦੂਰੀ ਇੱਕੋ ਜਿਹੀ ਰੱਖਣੀ ਹੈ, ਵੈਸੇ ਇੱਧਰ ਥੋੜਾ ਜਿਹਾ ਘੱਟ ਵੱਧ ਹੋ ਗਿਆ, ਠੀਕ ਹੈ। ਤਾਂ ਤੁਸੀਂ ਸਕੇਲ ਨਾਲ ਬਣਾ ਸਕਦੇ ਹੋ ਇਹਨੂੰ। ਤਾਂ 1 2 3 4, ਠੀਕ ਹੈ, ਇਸ ਤਰੀਕੇ ਨਾਲ। ਤਾਂ ਹੁਣ ਆਪਾਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ ਹੈ ਇਹ 1 ਦੀ ਸੀਧ ਦੇ ਵਿੱਚ ਹੈ ਇੱਧਰ, ਤੇ ਇੱਧਰ ਜਿਹੜਾ 2 ਦੀ ਸੀਧ ਦੇ ਵਿੱਚ ਹੈਗਾ। ਤਾਂ ਇਸ ਪੁਆਇੰਟ ਦੇ ਨਿਰਦੇਸ਼ਾਂਕ ਕੀ ਹੋਣਗੇ? ਸੋਚੋ ਜਰਾ, ਤੁਸੀਂ ਦੇਖ ਕੇ ਦੱਸੋ ਜਰਾ ਕਿ ਇਹਦੇ ਨਿਰਦੇਸ਼ਾਂਕ ਕੀ ਲਿਖਾਂਗੇ। 2, 1, ਬਹੁਤ ਅੱਛੇ ਜੀ। ਹਾਂ, ਤਾਂ ਇਹ ਜਿਹੜਾ ਹੈ ਉਹ 2, 1 ਹੈਗਾ। ਜੇ ਆਪਣੇ ਕੋਲੇ ਮੰਨ ਲਓ ਪੁਆਇੰਟ ਜਿਹੜਾ ਮੈਂ x1 ਜੀ ਲਗਾਉਂਦਾ, ਠੀਕ ਹੈ,
ਤਾਂ ਪਹਿਲੇ ਆਪਾਂ ਨੇ ਆਹ ਵਾਲਾ ਡਿਸਟੈਂਸ ਇੱਧਰ ਨੂੰ ਦੇਖਣਾ ਹੈਗਾ, x ਵਾਲੇ ਪਾਸੇ ਨੂੰ ਡਿਸਟੈਂਸ ਪਹਿਲਾਂ ਦੇਖਣਾ ਹੈ, y ਵਾਲਾ ਡਿਸਟੈਂਸ ਬਾਅਦ ਦੇ ਵਿੱਚ ਦੇਖਣਾ ਹੈਗਾ। ਤਾਂ ਇੱਧਰੋਂ ਇੱਧਰ ਨੂੰ ਚੱਲਣਾ, ਮਤਲਬ x ਐਕਸਿਸ ਦੇ ਅਲੋਂਗ ਚੱਲਣਾ। ਤਾਂ ਕਿਹਦੀ ਸੀਧ ਦੇ ਵਿੱਚ ਪਹੁੰਚ ਗਏ ਆਪਾਂ? 1 ਦੀ ਸੀਧ ਦੇ ਵਿੱਚ ਪਹੁੰਚ ਗਏ ਆਪਾਂ ਇੱਥੇ ਇਸ ਪੁਆਇੰਟ B ਦੇ ਲਈ। ਆਹ B ਪੁਆਇੰਟ ਹੈ। ਤਾਂ ਇਹ ਜਿਹੜਾ ਪਹਿਲਾ ਕੋਆਰਡੀਨੇਟ ਤੁਹਾਡਾ ਆਹ ਵਾਲਾ 1 ਹੋ ਗਿਆ, ਠੀਕ ਹੈ। ਤੇ ਕਿੰਨਾ ਉੱਪਰ ਨੂੰ ਹੈਗਾ ਇਹ? ਤਾਂ ਇਹ 2 ਉੱਪਰ ਨੂੰ ਹੈਗਾ, ਤੁਸੀਂ ਦੇਖ ਰਹੇ ਹੋ ਇੱਥੇ। ਤਾਂ ਇਹ 2 ਜਿਹੜਾ ਹੈ ਇਹ 1,2, B ਪੁਆਇੰਟ ਜਿਹੜਾ ਉਹ 1,2 ਹੈ ਤੇ A ਪੁਆਇੰਟ ਜਿਹੜਾ ਤੁਹਾਡੇ ਕੋਲੇ 2,1 ਹੈਗਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਪੁਆਇੰਟਸ ਪਲਾਟ ਕਰਦੇ ਹਾਂ। ਤਾਂ ਇਸ ਤਰੀਕੇ ਨਾਲ ਕਰਨ ਨਾਲ ਦੁਬਾਰਾ ਫਿਰ ਦੇਖਦੇ ਹਾਂ, ਠੀਕ ਹੈ। ਮੰਨ ਲਓ ਤੁਹਾਡੇ ਕੋਲੇ ਕੋਆਰਡੀਨੇਟ ਐਕਸਿਸ ਜਿਹੜੇ ਆ ਕੁਝ ਇਸ ਤਰ੍ਹਾਂ ਦੇ ਹੈਗੇ ਆ, ਤਾਂ ਤੁਸੀਂ ਇਹਦੇ ਤੇ ਮਾਰਕ ਲਗਾ ਲੈਂਦੇ ਹੋ। ਤਾਂ 1 2 3, ਠੀਕ ਹੈ। -1 -2 ਆ 0 ਹੈ ਜੀ ਤੁਹਾਡੇ ਕੋਲੇ, -3 -4 -5, ਇੱਧਰ 1 2 3 ਤੇ ਇੱਧਰ -1 2 3। ਆ -1 ਹੈ, ਆ -2 ਹੈ, ਇਹ -3 -4। ਹਾਂਜੀ, ਹੁਣ ਤੁਹਾਡੇ ਕੋਲੇ ਪੁਆਇੰਟ ਜਿਹੜੇ ਮੈਂ ਕੁਝ ਪਲਾਟ ਕਰਦਾ, ਤੁਸੀਂ ਇਹਨਾਂ ਦੇ ਜਵਾਬ ਜਿਹੜੇ ਆ ਤੁਸੀਂ ਨੋਟ ਕਰਕੇ ਤੇ ਇੱਕ ਇੱਕ ਕਰਕੇ ਦੱਸ ਦਿਓ ਜੇ ਕੁਝ ਜਿਹੜਾ ਦੱਸਣਾ ਚਾਹੁੰਦੇ ਹੈਗੇ, ਠੀਕ ਹੈ। ਤਾਂ ਸਭ ਤੋਂ ਪਹਿਲਾ ਜਿਹੜਾ ਹੈਗਾ ਮੈਂ ਲਗਾਉਂਦਾ ਹਾਂ ਇੱਥੇ ਜੀ। ਹਾਂਜੀ, ਕੌਣ ਦੱਸਣਾ ਚਾਹੇਗਾ ਕਿਹੜਾ ਪੁਆਇੰਟ ਹੈ? 3,2। ਇੱਕ ਪੁਆਇੰਟ ਹੋਰ ਲਗਾਉਂਦਾ ਮੈਂ, ਹਾਂ -3,2, ਠੀਕ ਹੈ। ਆ 3 ਦੀ ਸੀਧ ਦੇ ਵਿੱਚ ਲਗਾ ਰਿਹਾ ਮੈਂ ਇੱਧਰ, ਠੀਕ ਹੈ। ਇੱਧਰ 4 ਦੀ ਸੀਧ ਦੇ ਵਿੱਚ। ਹਾਂਜੀ, ਹੁਣ ਆਹ ਪੁਆਇੰਟ ਦੱਸਣਾ ਹੈਗਾ, ਇਹਨੂੰ ਆਪਾਂ A ਕਹਿ ਲੈਂਦੇ ਹਾਂ, ਇਹਨੂੰ B ਕਹਿ ਲੈਂਦੇ ਹਾਂ। ਆ C ਪੁਆਇੰਟ ਦੇ ਨਿਰਦੇਸ਼ਾਂਕ ਦੱਸੋ ਜੀ ਕੀ ਹੋਣਗੇ? ਹਾਂ -3, -4, ਵੈਰੀ ਗੁੱਡ, ਬਹੁਤ ਅੱਛੇ, ਠੀਕ ਹੈ। ਤੇ ਇੱਕ ਪੁਆਇੰਟ ਆਪਾਂ ਇਸ ਇੱਧਰ ਵੀ ਲਗਾ ਲੈਂਦੇ ਹਾਂ। ਕਿੱਥੇ ਜੀ ਲਗਾ ਲਈਏ? ਤਾਂ ਆਪਾਂ ਲਗਾ ਲੈਂਦੇ ਹਾਂ ਜੀ ਇੱਥੇ ਜੀ। ਹਾਂਜੀ, ਆ D ਪੁਆਇੰਟ ਹੈਗਾ ਤੇ D ਪੁਆਇੰਟ ਦੇ ਨਿਰਦੇਸ਼ਾਂਕ ਕੀ ਹੋਣਗੇ? 1,4। ਹਾਂਜੀ, ਕੀ ਸਹੀ ਹੈ? 1,4 -4 ਹੈ। ਹਾਂ -4 ਹੈ ਬੇਟਾ, -4 ਹੈ। -4 ਹਾਂਜੀ ਹਾਂਜੀ -4, ਇੱਥੇ ਮਾਈਨਸ ਸੀਗਾ ਆਪਣਾ, ਠੀਕ ਹੈ। ਤਾਂ 1,-4 ਪੁਆਇੰਟ ਹੈਗਾ। ਤਾਂ 1 ਸਭ ਤੋਂ ਪਹਿਲਾਂ ਇੱਕ ਚੀਜ਼ ਆਪਾਂ ਨੇ ਇਹ ਨੋਟ ਕੀਤੀ ਹੈ ਕਿ ਸਭ ਤੋਂ ਪਹਿਲਾਂ ਆਪਾਂ x ਧੁਰੇ ਦੇ ਉੱਪਰ ਚੱਲਦੇ ਹਾਂ, ਇੱਧਰ ਨੂੰ ਚੱਲਦੇ ਹਾਂ, ਫਿਰ ਉਹਦੇ ਤੋਂ ਬਾਅਦ ਉੱਪਰ ਥੱਲੇ, ਠੀਕ ਹੈ। ਜਾਂ ਫਿਰ ਇੱਧਰ ਪਹਿਲੇ x ਧੁਰੇ ਦੇ ਉੱਪਰ ਇੱਧਰ, ਫਿਰ ਜਾਂ ਉੱਪਰ ਜਾਂ ਥੱਲੇ, ਇਸ ਤਰੀਕੇ ਨਾਲ ਆਪਾਂ ਚੱਲਦੇ ਹਾਂ, ਠੀਕ ਹੈ। ਤਾਂ ਹੁਣ ਇੱਕ ਚੀਜ਼ ਹੋਰ ਨੋਟ ਕਰ ਲਓ, ਇਹਨਾਂ ਦੇ ਨਿਰਦੇਸ਼ਾਂਕਾਂ ਦੇ ਜਿਹੜੇ ਪਹਿਲੇ ਤਾਂ ਇਹਨਾਂ ਨੂੰ ਇਹ ਚਾਰ ਆਪਣੇ ਕੋਲੇ ਪਾਰਟ ਬਣ ਗਏ ਇਸ ਪਲੇਨ ਦੇ। ਤਾਂ ਇਹਨੂੰ ਜਿਹੜਾ ਇਹ ਆਪਾਂ ਫਸਟ ਕੁਆਡਰੈਂਟ ਜਾਂ ਪਹਿਲੀ ਚੌਥਾਈ ਕਹਿੰਦੇ ਆ। ਕੁਆਡਰੈਂਟ, ਫਸਟ ਕੁਆਡਰੈਂਟ ਇੰਗਲਿਸ਼ ਮੀਡੀਅਮ ਵਾਲਿਆਂ ਦੇ ਲਈ, ਤੇ ਜਾਂ ਫਿਰ ਇਸ ਨੂੰ ਪੰਜਾਬੀ ਦੇ ਵਿੱਚ ਚੌਥਾਈ, ਪਹਿਲੀ ਚੌਥਾਈ, ਠੀਕ ਹੈ ਜੀ। ਇਸੇ ਤਰੀਕੇ ਨਾਲ ਇਹ ਵਾਲਾ ਭਾਗ ਜਿਹੜਾ ਹੈਗਾ, ਜਿਹੜਾ ਇਸ ਪਾਸੇ ਹੈਗਾ, ਤਾਂ ਇਸ ਨੂੰ ਆਪਾਂ ਦੂਸਰੀ ਚੌਥਾਈ ਕਹਿੰਦੇ ਆ, ਇਸ ਨੂੰ ਤੀਸਰੀ ਚੌਥਾਈ ਕਹਿੰਦੇ ਆ ਤੇ ਇਸ ਨੂੰ ਚੌਥੀ ਚੌਥਾਈ ਕਹਿੰਦੇ ਆ। ਤਾਂ ਯਾਦ ਇਹ ਰੱਖਣਾ ਹੈ ਕਿ ਸ਼ੁਰੂਆਤ ਕਿੱਥੋਂ ਕਰਨੀ ਹੈਗੀ? ਸ਼ੁਰੂਆਤ ਕਰਨੀ ਹੈ ਜੀ 12 ਵਜੇ ਵਾਲਾ ਟਾਈਮ ਤੇ 3 ਵਜੇ ਵਾਲਾ ਟਾਈਮ, ਇਹਨਾਂ ਦੋਨਾਂ ਦੇ ਵਿਚਕਾਰ ਸ਼ੁਰੂ ਕਰਨਾ ਹੈ। ਆ ਪਹਿਲੀ ਚੌਥਾਈ ਹੈ ਮਤਲਬ, ਠੀਕ ਹੈ। ਪਹਿਲੀ ਚੌਥਾਈ, ਦੂਸਰੀ ਚੌਥਾਈ, ਤੀਸਰੀ ਚੌਥਾਈ। ਆ ਟਾਈਮ ਜਸਟ ਵੈਸੇ ਹੀ ਦੱਸ ਦਿੱਤਾ ਤੁਹਾਨੂੰ ਕਿੱਥੇ ਦੀ ਹੈਗਾ। ਤੇ ਆਹ ਵਾਲਾ x ਤੋਂ ਰਹੇਗਾ x ਤੇ ਆ y ਤੇ x ਦੀ ਧਨਾਤਮਕ ਸਾਈਡ ਦੇਖਣੀ ਹੈ ਤੁਸੀਂ, ਪੋਜ਼ਿਟਿਵ ਸਾਈਡ ਦੇਖਣੀ ਹੈ ਕਿ ਪੋਜ਼ਿਟਿਵ ਸਾਈਡ ਕਿੱਥੇ ਹੈਗੀ ਹੈ। ਪੋਜ਼ਿਟਿਵ ਸਾਈਡ ਇਹਨਾਂ ਦੀ ਆਹ ਵਾਲੀ ਹੈਗੀ ਹੈ ਜੀ, ਇੱਧਰ ਆ ਪੋਜ਼ਿਟਿਵ, ਜਿੱਥੇ ਦੋਨੇ ਪੋਜ਼ਿਟਿਵ ਉਹ ਪਹਿਲੀ ਚੌਥਾਈ, ਠੀਕ ਹੈ। ਤੇ ਬਾਕੀ ਇਹਦੇ ਤੋਂ ਬਾਅਦ ਜਿਹੜਾ ਤੁਸੀਂ ਕੀ ਕਰਨਾ ਹੈ, ਇਹਦੇ ਤੋਂ ਬਾਅਦ ਤੁਸੀਂ ਐਂਟੀ ਕਲੌਕਵਾਈਜ਼ ਚੱਲਣਾ ਹੈ, ਐਂਟੀ ਕਲੌਕਵਾਈਜ਼, ਇਸ ਤਰੀਕੇ ਨਾਲ ਘੜੀ ਦੀ ਉਲਟੀ ਦਿਸ਼ਾ ਦੇ ਵਿੱਚ ਤੁਰਨਾ ਹੈ। 1 2 3 4, ਕਲੀਅਰ ਹੈ ਸਾਰਿਆਂ ਨੂੰ? ਹਾਂਜੀ, ਠੀਕ ਹੈ ਜੀ। ਯੈਸ ਸਰ। ਹੁਣ ਆਹ ਵਾਲਾ ਹੈਗਾ ਆਪਣਾ x ਧੁਰਾ, ਠੀਕ ਹੈ। ਇਸ x ਧੁਰੇ ਦੇ ਉੱਪਰ ਤੁਸੀਂ ਦੇਖੋ ਕਿਤੇ ਵੀ ਕੋਈ ਪੁਆਇੰਟ ਲੈਂਦੇ ਹੋ, ਮੰਨ ਲਓ ਆਹ ਪੁਆਇੰਟ ਹੈਗਾ ਤੁਹਾਡੇ ਕੋਲੇ, ਤਾਂ ਇਹਦੇ ਨਿਰਦੇਸ਼ਾਂਕ ਆਪਾਂ ਕੀ ਲਿਖਾਂਗੇ? ਇਸ ਬਿੰਦੂ ਦੇ ਨਿਰਦੇਸ਼ਾਂਕ ਆਪਾਂ ਕੀ ਲਿਖਾਂਗੇ? ਕੌਣ ਦੱਸੇਗਾ? ਆ ਰੈਡ ਡਾਟ ਲਗਾਈਏ ਜਿਹੜੀ, 0,2 ਨਹੀਂ ਬੇਟਾ, 2,0, ਠੀਕ ਹੈ। ਕਿਉਂਕਿ ਆਪਾਂ ਨੇ ਪਹਿਲਾਂ ਇਸ ਤਰਫ ਚੱਲਣਾ ਹੈਗਾ, x ਧੁਰੇ ਵਾਲੇ ਪਾਸੇ ਚੱਲਣਾ ਹੈਗਾ, ਤੇ x ਧੁਰੇ ਦੇ ਉੱਪਰ ਕਿੰਨਾ ਚੱਲੇ? 2 ਯੂਨਿਟ ਚੱਲੇ। 2 ਯੂਨਿਟ ਚੱਲਣ ਦਾ ਮਤਲਬ ਹੈ ਪਹਿਲਾ ਨੰਬਰ ਜਿਹੜਾ 2 ਹੋਏਗਾ, ਫਿਰ ਉਹਦੇ ਤੋਂ ਬਾਅਦ ਉੱਪਰ ਥੱਲੇ ਚੱਲਣਾ ਹੈ ਜੇ ਚੱਲਣਾ ਹੈ ਤਾਂ, ਠੀਕ ਹੈ। ਜਾਂ ਤਾਂ ਆਪਾਂ ਨੇ ਪਹਿਲਾਂ ਸੱਜੇ ਖੱਬੇ ਚੱਲਣਾ ਹੈ, ਠੀਕ ਹੈ। ਆਹ ਵਾਲਾ ਨੰਬਰ ਜਿਹੜਾ ਇਹ ਆਪਾਂ ਨੂੰ ਕਿੰਨਾ, origin ਤੋਂ ਕਿੰਨਾ ਦੂਰ ਚੱਲੇ ਆ, ਇਹ ਆਪਾਂ ਨੂੰ ਦੱਸਦਾ x, ਠੀਕ ਹੈ।
ਤੇ ਜਦੋਂ ਚੱਲਣ ਤੋਂ ਬਾਅਦ ਆਪਾਂ ਕੀ ਕਰਾਂਗੇ, ਫਿਰ ਉੱਪਰ ਥੱਲੇ ਚੱਲਾਂਗੇ ਤੇ ਇਹ ਉੱਪਰ ਥੱਲੇ ਜਿਹੜਾ ਹੈਗਾ ਇਹ y ਨੰਬਰ ਦੱਸਦਾ ਹੈਗਾ ਕਿ y ਹੈਗਾ। ਠੀਕ ਹੈ, ਤਾਂ ਖੱਬੇ ਸੱਜੇ ਹੋਣਾ ਇਹ x ਨੰਬਰ ਹੈ ਔਰ ਉੱਪਰ ਥੱਲੇ ਹੋਣਾ y ਨੰਬਰ ਹੈਗਾ, y ਨਿਰਦੇਸ਼ਾਂਕ ਹੈਗਾ। ਕਲੀਅਰ ਹੈ। ਇਸੇ ਤਰੀਕੇ ਨਾਲ ਆਹ ਵਾਲਾ ਪੁਆਇੰਟ ਜਿਹੜਾ ਹੈਗਾ, ਆਹ ਵਾਲਾ ਇਹਦੇ ਨਿਰਦੇਸ਼ਾਂਕ ਹੈਗੇ 3 0। ਇਸੇ ਤਰੀਕੇ ਨਾਲ ਆ 4 0 5 0, ਆਹ ਵਾਲਾ -1,0। ਠੀਕ ਨਜ਼ਰ ਆ ਰਿਹਾ ਤੁਹਾਨੂੰ? ਥੋੜਾ ਹੋਰ ਜ਼ੂਮ ਇਨ ਕਰ ਦਿੰਦੇ ਆ ਜੀ। ਠੀਕ ਹੈ, ਆ -1,0, ਆ ਇਹਦੇ ਨਾਲ ਹੀ ਜਿਹੜਾ ਹੈ ਆ -2,0, ਇਹਦੇ ਨਾਲ ਆ ਵਾਲਾ -3,0 ਇਹ ਵਾਲੇ। ਠੀਕ ਹੈ, ਇਹ ਨੰਬਰ ਹੈਗੇ। ਇਸੇ ਤਰੀਕੇ ਨਾਲ ਆ ਵਾਲਾ -4,0। ਹਾਂਜੀ ਹਾਂਜੀ, ਇਹਨੇ ਬਹੁਤ ਹੈ ਮੇਰੇ ਖਿਆਲ। ਹੁਣ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕੀ ਕਾਮਨ ਹੈਗਾ, ਕੀ ਚੀਜ਼ ਖਾਸ ਗੱਲ ਕੀ ਹੈਗੀ ਇਹਨਾਂ ਦੀ? ਇਹਨਾਂ ਦੀ ਖਾਸ ਗੱਲ ਕੀ ਹੈਗੀ ਹੈ? ਇਹਨਾਂ ਕੋਆਰਡੀਨੇਟਸ ਨੂੰ, ਇਹਨਾਂ ਨੰਬਰ, ਇਹਨਾਂ ਪੁਆਇੰਟਸ ਦੇ ਕੋਆਰਡੀਨੇਟਸ ਹੈਗੇ ਆ ਤੁਹਾਡੇ ਸਾਹਮਣੇ ਲਿਖੇ ਹੋਏ ਹੈਗੇ। ਠੀਕ ਹੈ, ਆਹ ਵਾਲੇ ਰੈੱਡ ਨਾਲ ਜਿਹੜੇ ਲਿਖੇ ਹੈਗੇ ਆਪਾਂ ਹੁਣ। ਹਾਂ, y ਹੈ ਜੋ 0 ਹੈ। ਵੈਰੀ ਗੁੱਡ, ਇਹੀ ਮੈਂ ਚਾਹੁੰਦਾ ਸੀ ਤੁਹਾਨੂੰ ਪਤਾ ਹੋਵੇ। ਆਹ ਵਾਲਾ ਨੰਬਰ ਜਿਹੜਾ ਹੈਗਾ ਇਹ ਤੁਹਾਡੇ ਕੋਲੇ 0 ਹੈਗਾ ਜੀ। ਠੀਕ ਹੈ, ਆਹ ਵਾਲਾ ਨੰਬਰ 0 ਹੈ। ਠੀਕ ਹੈ, ਇਹ ਨੰਬਰ 0 ਹੈ। ਠੀਕ ਹੈ, ਇਹ ਇਸ ਪੁਆਇੰਟ ਦਾ ਵੀ ਜਿਹੜਾ ਹੈ ਉਹ 0 ਹੈਗਾ। ਕਲੀਅਰ ਹੈ ਸਾਰਿਆਂ ਨੂੰ? ਤਾਂ ਹੁਣ ਆਪਾਂ ਆਪਣੇ ਸਵਾਲ ਤੇ ਆਉਂਦੇ ਹਾਂ। ਤਾਂ ਸਵਾਲ ਇਹ ਸੀਗਾ ਕਿ x ਧੁਰੇ ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਦੱਸੋ। x ਧੁਰੇ ਦੇ ਉੱਪਰ, ਤਾਂ ਇਹਦੇ ਵਿੱਚ ਜਿਹੜਾ y 0 ਹੁੰਦਾ ਹੈ। ਆ ਦੇਖੋ ਤੁਸੀਂ ਇੱਥੇ y 0 ਹੈਗਾ। ਠੀਕ ਹੈ, ਤਾਂ ਇਹ ਜਿਹੜਾ ਹੈ x ਧੁਰੇ ਦੇ ਉੱਪਰ ਕੋਈ ਵੀ ਬਿੰਦੂ ਹੋਏਗਾ ਉਹਦਾ y 0 ਹੋਏਗਾ। ਇਸੇ ਤਰੀਕੇ ਨਾਲ ਤੁਹਾਡੇ ਤੋਂ ਅਗਲਾ ਸਵਾਲ ਇਹ ਬਣਦਾ ਇਹਦੇ ਨਾਲ ਹੀ ਕਿ y ਧੁਰੇ ਦੇ ਉੱਪਰ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਦੱਸੋ। ਜਿਹੜਾ y ਧੁਰੇ ਦੇ ਉੱਪਰ ਇੱਥੇ ਕੋਈ ਪੁਆਇੰਟ ਹੋਏਗਾ ਤਾਂ ਉਹਦੇ ਨਿਰਦੇਸ਼ਾਂਕ ਕੀ ਹੋਣਗੇ? शाबाश, हरियप हरियप। 0, y। ठीक है, ਜਿਹੜਾ ਹੈ y ਆ ਉੱਪਰ ਨੂੰ ਤਾਂ ਕਿੰਨਾ ਮਰਜ਼ੀ ਹੋ ਸਕਦਾ, ਇੱਥੇ ਹੋ ਸਕਦਾ ਪੁਆਇੰਟ, ਇੱਥੇ ਹੋ ਸਕਦਾ, ਉਹ ਤਾਂ ਡਿਪੈਂਡ ਕਰੇਗਾ y ਦੇ ਉੱਪਰ। ਪਰ ਇੱਕ ਚੀਜ਼ ਜਿਹੜੀ ਇਹਨਾਂ ਸਾਰਿਆਂ ਦੇ ਵਿੱਚ ਕਾਮਨ ਰਹੇਗੀ ਉਹ ਹੈਗਾ ਇਹਨਾਂ ਦਾ x 0 ਰਹੇਗਾ, x ਕੋਆਰਡੀਨੇਟ 0 ਰਹੇਗਾ। ਠੀਕ ਹੈ, x ਕੋਆਰਡੀਨੇਟ 0 ਰਹੇਗਾ। ਤਾਂ ਇਸ ਤਰ੍ਹਾਂ ਦੇ ਜੇਕਰ y ਐਕਸਿਸ ਦੇ ਉੱਪਰ ਪੁਆਇੰਟ ਹੈਗਾ ਤਾਂ ਉਹਦੇ ਕੋਆਰਡੀਨੇਟ ਆਪਾਂ ਲਿਖਾਂਗੇ 0, y ਤੇ x ਐਕਸਿਸ ਦੇ ਉੱਪਰ। ਅੱਛਾ ਜੀ, ਠੀਕ ਹੈ, ਵੈਰੀ ਗੁੱਡ। ਤਾਂ ਮੇਰੇ ਖਿਆਲ ਕਲੀਅਰ ਹੈ। ਹਾਂ, ਇੱਕ ਹੋਰ ਇਹਨਾਂ ਦੇ ਨਾਮ ਦੀ ਗੱਲ ਕਰ ਲੈਂਦੇ ਆ। x ਕੋਆਰਡੀਨੇਟ ਨੂੰ ਕੀ ਕਹਿੰਦੇ ਆ, y ਕੋਆਰਡੀਨੇਟ ਨੂੰ ਕੀ ਕਹਿੰਦੇ ਆ? ਤਾਂ ਬਾਈ ਚਾਂਸ ਤੁਹਾਡੇ ਅੱਗੇ ਕਿਤੇ ਆਂਦਾ ਤਾਂ ਤੁਹਾਨੂੰ ਇਹ ਨਾ ਲੱਗੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ। ਤਾਂ x ਕੋਆਰਡੀਨੇਟ ਨੂੰ ਕੀ ਕਹਿੰਦੇ ਆ? ਤਾਂ x ਕੋਆਰਡੀਨੇਟ ਜਿਹੜਾ ਹੈਗਾ ਤੁਹਾਡਾ ਉਸ ਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਐਬਸੀਸਾ। ਐਬਸੀਸਾ। ਠੀਕ ਹੈ, ਪੰਜਾਬੀ ਦੇ ਵਿੱਚ ਇਸ ਨੂੰ ਕਹਿੰਦੇ ਆ ਭੁਜ। ਠੀਕ ਹੈ, y ਕੋਆਰਡੀਨੇਟ ਨੂੰ ਕਹਿੰਦੇ ਆ ਆਰਡੀਨੇਟ। ਆਰਡੀਨੇਟ। ਠੀਕ ਹੈ, ਪੰਜਾਬੀ ਦੇ ਵਿੱਚ ਇਸ ਦਾ ਨਾਮ ਹੈ ਕੋਟੀ। ਭੁਜ, ਕੋਟੀ। ਮਤਲਬ ਕੋਈ ਵੀ ਤੁਹਾਡੇ ਕੋਲੇ ਪੁਆਇੰਟਸ ਹੈਗੇ ਤਾਂ ਉਹ ਜਿਹੜੇ ਹੈ ਉਹ ਭੁਜ, ਕੋਟੀ ਹੁੰਦੇ ਹੈ। ਐਬਸੀਸਾ, ਆਰਡੀਨੇਟ। ਠੀਕ ਹੈ, ਇਸ ਤਰੀਕੇ ਨਾਲ ਹੁੰਦੇ ਹੈ। x ਜਿਹੜਾ ਉਹ ਭੁਜ ਹੈ, y ਹੈ ਉਹ ਕੋਟੀ ਹੈ। ਠੀਕ ਹੈ, ਤਾਂ ਹੁਣ ਇਸੇ ਸਵਾਲ ਨੂੰ ਜਿਹੜਾ ਰੀਫਰੇਮ ਕੀਤਾ ਜਾ ਸਕਦਾ ਹੈ। x ਧੁਰੇ ਤੇ ਕਿਸੇ ਸਥਿਤ ਕਿਸੇ ਬਿੰਦੂ ਦੀ ਕੋਟੀ ਕਿੰਨੀ ਹੋਵੇਗੀ? ਬਿੰਦੂ ਦੀ ਕੋਟੀ ਕਿੰਨੀ ਹੋਵੇਗੀ? ਹਾਂਜੀ, x ਧੁਰੇ ਤੇ ਸਥਿਤ, ਇਸੇ ਸਵਾਲ ਨੂੰ ਰੀਫਰੇਮ ਕਰ ਰਿਹਾ ਮੈਂ। x ਧੁਰੇ ਤੇ ਸਥਿਤ ਕਿਸੇ ਬਿੰਦੂ ਦੀ ਕੋਟੀ ਕਿੰਨੀ ਹੋਵੇਗੀ? ਦੱਸ ਦਿਓ ਜੀ। 0, ਵੈਰੀ ਗੁੱਡ। ਆਹ ਵਾਲਾ ਨੰਬਰ ਦੱਸਣਾ ਜੀ। ਆਹ ਕੋਟੀ ਆ ਹੁੰਦਾ ਹੈ ਤਾਂ ਕੋਟੀ ਇਹਦੀ 0 ਹੁੰਦੀ ਹੈ ਜੀ, ਕੋਟੀ 0 ਹੋਏਗੀ। ਠੀਕ ਹੈ, ਇਸੇ ਤਰੀਕੇ ਨਾਲ y ਧੁਰੇ ਦੇ ਉੱਪਰ ਸਥਿਤ ਕਿਸੇ ਬਿੰਦੂ ਦਾ ਭੁਜ ਕਿੰਨਾ ਹੋਵੇਗਾ? 0। ਤ੍ਰਿਭੁਜ ਦਾ ਕੇਂਦਰਕ ਮੱਧਿਕਾ ਨੂੰ ਕਿਸ ਅਨੁਪਾਤ ਵਿੱਚ ਵੰਡਦਾ ਹੈ? ਮੱਧਿਕਾ ਕੀ ਹੁੰਦੀ ਹੈ ਜੀ? ਸਭ ਤੋਂ ਪਹਿਲਾਂ ਇਹ ਦੇਖਣਾ ਆਪਾਂ ਨੇ ਮੱਧਿਕਾ ਹੁੰਦੀ ਕੀ ਹੈ। ਤਾਂ ਮੰਨ ਲਓ ਤੁਹਾਡੇ ਕੋਲੇ ਕੋਈ ਤਿਕੋਣ ਹੈਗੀ ਹੈ, ਤਿਕੋਣ ਦੇ ਵਿੱਚ 3 ਸਾਈਡਾਂ ਨੇ, ਤੁਹਾਨੂੰ ਪਤਾ ਹੈ। ਤਾਂ ਇਹਨਾਂ ਦੇ ਮੈਂ ਚਲੋ ਇੱਕ ਵਾਰ ਲਿਖ ਲੈਂਦੇ ਹਾਂ। ABC ਮੰਨ ਲਓ ਤੁਹਾਡੇ ਕੋਲੇ ਤਿਕੋਣ ਹੈਗੀ ਹੈ, ਇਹਦਾ ਮੱਧ ਬਿੰਦੂ M ਹੈਗਾ, ਇਸ AC ਦਾ ਮੱਧ ਬਿੰਦੂ N ਹੈ ਅਤੇ AB ਦਾ ਮੱਧ ਬਿੰਦੂ P ਹੈ ਮੰਨ ਲਓ। ਠੀਕ ਹੈ, ਤਾਂ ਇਹਨਾਂ ਨੂੰ ਸਾਹਮਣੇ ਵਾਲੇ ਸਿਖਰ ਨਾਲ ਮਿਲਾ ਦੇਣਾ ਹੈ। ਠੀਕ ਹੈ, ਆਹ ਵਾਲਾ ਮਿਲਾਇਆ, ਆਹ ਵਾਲਾ ਮਿਲਾਇਆ ਤੇ ਇੱਧਰ। ਤਾਂ ਇਹ ਜਿਹੜੇ ਵਿਚਾਲੇ ਜਿਹੜੀਆਂ ਲਾਈਨਾਂ ਤਿਕੋਣ ਦੇ ਵਿੱਚ ਵਾਹੀਆਂ ਨੇ ਆਪਾਂ ਨੇ, ਇਹਨਾਂ ਨੂੰ ਕਹਿੰਦੇ ਆਪਾਂ ਮੱਧਿਕਾ। ਕੀ ਕਹਿੰਦੇ ਇਹਨਾਂ ਨੂੰ?
ਮੱਧਿਕਾ ਜਾਂ ਫਿਰ ਮੀਡੀਅਨ ਜਾਂ ਫਿਰ ਇੰਗਲਿਸ਼ ਦੇ ਵਿੱਚ ਮੀਡੀਅਨ। ਮੀਡੀਅਨ ਕੀ ਹੈ? ਇਹ ਮਿਡ ਪੁਆਇੰਟ ਜਿਹੜਾ ਹੈਗਾ ਕਿਸੇ ਸਾਈਡ ਦਾ, ਉਹਨੂੰ ਆਪਣੇ ਸਾਹਮਣੇ ਵਾਲੇ ਸਿਖਰ ਨਾਲ ਮਿਲਾਣ ਤੇ ਜੋ ਰੇਖਾ ਬਣਦਾ ਹੈ, ਰੇਖਾਖੰਡ ਬਣਦਾ ਹੈ, ਇਸ ਨੂੰ ਮੱਧਿਕਾ ਕਿਹਾ ਜਾਂਦਾ ਹੈ ਕਿਸੇ ਤਿਕੋਣ ਦੇ ਵਿੱਚ। ਇਹ ਹਰ ਇੱਕ ਤਿਕੋਣ ਦੇ ਵਿੱਚ ਹੀ ਹੁੰਦੀਆਂ ਜੀ, ਠੀਕ ਹੈ। ਕਿਸੇ ਵੀ ਤਰ੍ਹਾਂ ਦੇ ਤਿਕੋਣ ਹੋਵੇ ਤੇ ਆਹ ਵਾਲਾ ਜਿਹੜਾ ਤਿੰਨਾਂ ਦਾ ਕਾਟ ਬਿੰਦੂ ਇੱਕ ਸਾਂਝਾ ਬਿੰਦੂ ਹੁੰਦਾ ਹੈ, ਠੀਕ ਹੈ। ਇੱਕੋ ਹੀ ਬਿੰਦੂ ਦੇ ਵਿੱਚੋਂ ਲੰਘਦੀਆਂ ਤਿੰਨੇ, ਐਵੇਂ ਨਹੀਂ ਹੈਗਾ ਦੋ ਅਲੱਗ, ਮਤਲਬ ਐਵੇਂ ਨਹੀਂ ਬਣਦਾਗਾ, ਐਵੇਂ ਨਹੀਂ ਬਣਦਾਗਾ, ਐਵੇਂ ਨਹੀਂ ਬਣਦਾਗਾ, ਐਵੇਂ ਨਹੀਂ ਟੱਪੇਗੀ ਆ, ਮਤਲਬ ਆ ਤਿੰਨ ਬਿੰਦੂ ਨਹੀਂ ਬਣਨਗੇ ਇੱਥੇ ਵਿਚਾਲੇ ਆਹ ਵਾਲੇ, ਐਵੇਂ ਨਹੀਂ ਹੋਏਗਾ। ਇਹ ਤਿੰਨੇ ਇਕੱਠੇ ਇੱਕ ਥਾਂ ਤੇ ਹੀ ਹੋਣਗੇ ਜਿਵੇਂ ਇੱਥੇ ਨਜ਼ਰ ਆ ਰਿਹਾ। ਇਹ ਪ੍ਰੋਪਰਟੀ ਹੈਗੀ ਹੈ ਜੀ ਇਹਦੀ, ਠੀਕ ਹੈ। ਇਹਦੇ ਉੱਪਰ ਮੈਂ ਜ਼ਿਆਦਾ ਹੋਰ ਨਹੀਂ ਡਿਟੇਲ ਨਾਲ ਜਾਂਦਾ। ਤਾਂ ਆ ਜਿਹੜਾ ਹੈ ਇਹ ਪੁਆਇੰਟ ਹੈਗਾ, ਇਸ ਨੂੰ ਕਹਿੰਦੇ ਆ ਕੇਂਦਰਕ ਜਾਂ ਸੈਂਟਰੋਇਡ, ਕੇਂਦਰਕ ਜਾਂ ਫਿਰ ਸੈਂਟਰੋਇਡ, ਸੈਂਟਰੋਇਡ ਆਫ ਅ ਟ੍ਰਾਇੰਗਲ, ਠੀਕ ਹੈ। ਕੇਂਦਰਕ ਜਾਂ ਸੈਂਟਰੋਇਡ। ਤੇ ਹੁਣ ਇਸ ਸੈਂਟਰੋਇਡ ਦੀ ਪ੍ਰੋਪਰਟੀ ਕੀ ਹੈਗੀ ਹੈ ਕਿ ਇਹ ਜਿਹੜਾ ਹੈ ਇਸ ਮੀਡੀਅਨ ਨੂੰ 2:1 ਵਿੱਚ ਵੰਡਦਾ ਹੈ। ਦੋ ਲੰਬਾਈਆਂ ਜਿਹੜੀਆਂ ਨੇ ਤੁਹਾਡੇ ਸਿਖਰ ਵਾਲੇ ਪਾਸੇ ਹੋਣਗੀਆਂ, ਆ ਸਿਖਰ ਸੀਗਾ, ਤਿਕੋਣਾਂ ਦੇ ਸਿਖਰ ਹੈਗੇ, ਵਰਟੈਕਸ ਹੈਗੇ, ਵਰਟੈਕਸ ਵਾਲੇ ਪਾਸੇ 2 ਹੈਗੇ, ਤੇ ਜਿਹੜੇ ਸਾਈਡ ਵਾਲੇ ਪਾਸੇ ਆ ਸਾਈਡ ਜਿਹੜੀ ਹੈਗੀ ਹੈ, ਆ ਪੁਆਇੰਟ ਸਾਈਡ ਤੇ ਹੈਗਾ ਨਾ, ਤਾਂ ਆ ਸਾਈਡ ਜਿਹੜਾ ਉਹ 1 ਹੁੰਦਾ ਹੈ। ਇਸੇ ਤਰੀਕੇ ਨਾਲ ਆ ਲੰਬਾਈ 2 ਹੋਏਗੀ, ਆ 1 ਹੋਏਗੀ, ਆ ਲੰਬਾਈ 2 ਹੋਏਗੀ, ਆ ਵਾਲੀ 1 ਹੋਏਗੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਜਿਹੜਾ ਹੈ ਇਹ ਇਸ ਅਨੁਪਾਤ ਦੇ ਵਿੱਚ ਵੰਡਦਾ ਹੈ। ਤਾਂ ਇਹਨਾਂ ਨੇ ਇਹ ਪੁੱਛਿਆ ਕਿ ਤ੍ਰਿਭੁਜ ਦਾ ਕੇਂਦਰਕ ਮੱਧਿਕਾ ਨੂੰ ਕਿਸ ਅਨੁਪਾਤ ਵਿੱਚ ਵੰਡਦਾ ਹੈ? ਕਿਸ ਅਨੁਪਾਤ ਵਿੱਚ ਵੰਡਦਾ ਹੈ? ਤਾਂ ਤੁਸੀਂ ਦੇਖ ਰਹੇ ਹੋ ਕਿ ਆਹ ਵਾਲੀ 2 ਲੰਬਾਈ ਹੈ ਤੇ ਆਹ ਵਾਲੀ ਜਿਹੜੀ ਹੈ, ਤੇ ਇਸ ਸੈਂਟਰ ਨੂੰ ਆਮ ਤੌਰ ਤੇ ਜੀ ਨਾਲ ਲਿਖ ਦਿੰਦੇ ਆ ਜੀ, ਇਹ ਵੀ ਨੋਟ ਕਰ ਲਿਓ ਜੀ। ਆਮ ਤੌਰ ਤੇ ਜ਼ਰੂਰੀ ਨਹੀਂ ਹੈਗਾ ਵੈਸੇ ਜੀ ਨਾਲ ਹੀ ਲਿਖਿਆ ਜਾਏ, ਕੁਝ ਹੋਰ ਵੀ ਲਿਖ ਸਕਦੇ ਆ। ਤਾਂ ਕਿਸ ਅਨੁਪਾਤ ਵਿੱਚ ਵੰਡਦਾ ਹੈ? ਤਾਂ 2:1 ਵਿੱਚ ਵੰਡਦਾ ਹੈ। ਆ ਲੰਬਾਈ 2 ਹੁੰਦੀ ਹੈ, ਆ 1 ਹੁੰਦੀ ਹੈ, ਆ 2, ਆ 1। ਵਰਟੈਕਸ ਵਾਲੇ ਪਾਸੇ 2, ਵਰਟੈਕਸ ਵਾਲੇ ਪਾਸੇ 2, ਵਰਟੈਕਸ ਵਾਲੇ ਪਾਸੇ 2, ਠੀਕ ਹੈ। ਹਾਂਜੀ, ਇੱਕ ਟ੍ਰਾਇੰਗਲ ਹੈ, ਇੱਕ ਟ੍ਰਾਇੰਗਲ ਹੈ, ਇਸ ਦੇ ਸਾਈਡਸ ਤੇ ਮਿਡ ਪੁਆਇੰਟ ਆਪਾਂ ਨੇ ਲਿਖੇ M N ਤੇ P, ਠੀਕ ਹੈ। ਇਹ ਤਿੰਨ ਮਿਡ ਪੁਆਇੰਟ ਲਿਖ ਲਏ। ਸਾਈਡਸ ਦੇ ਮਿਡ ਪੁਆਇੰਟ ਹੈਗੇ, ਮਤਲਬ BM ਤੇ MC ਬਰਾਬਰ ਹੈਗੇ, NC ਤੇ AN ਬਰਾਬਰ ਹੈਗੇ, ਮਤਲਬ ਆ ਦੋ ਟੁਕੜੇ ਆ ਬਰਾਬਰ ਹੈਗੇ, ਇੱਧਰ ਆ ਟੁਕੜਾ ਤੇ ਆ ਟੁਕੜਾ ਬਰਾਬਰ ਹੈਗੇ, ਇੱਧਰ ਆ ਤੇ ਆ ਵਾਲਾ ਬਰਾਬਰ ਹੈਗੇ, ਠੀਕ ਹੈ। ਇਸ ਤਰੀਕੇ ਨਾਲ ਮਿਡ ਪੁਆਇੰਟਸ ਹੈਗੇ, ਮਿਡ ਪੁਆਇੰਟ ਆਫ ਦਾ ਸਾਈਡਸ ਹੈਗੇ। ਅੱਛਾ, ਹੁਣ ਮਿਡ ਪੁਆਇੰਟ ਨੂੰ ਆ ਵਾਲਾ ਮਿਡ ਪੁਆਇੰਟ ਸੀਗਾ BC ਦਾ, M is a mid point of side BC। ਇਸ ਨੂੰ ਜੇਕਰ A ਨਾਲ ਮਿਲਾਇਆ ਜਾਂਦਾ ਹੈ ਤਾਂ ਆ AM ਜਿਹੜਾ ਬਣਦਾ ਹੈਗਾ, AM ਤੇ ਇਸੇ ਤਰੀਕੇ ਨਾਲ B ਨੂੰ N ਨਾਲ ਮਿਲਾਉਂਦੇ ਆ ਤਾਂ BN ਬਣੇਗਾ, ਤੇ P ਨੂੰ C ਨਾਲ ਮਿਲਾਉਂਦੇ ਆ ਤਾਂ CP ਬਣੇਗਾ। ਤਾਂ ਇਹਨਾਂ ਤਿੰਨਾਂ ਸੈਗਮੈਂਟਸ ਨੂੰ ਮੱਧਿਕਾ ਕਿਹਾ ਜਾਂਦਾ ਹੈ, ਮੀਡੀਅਨ ਕਿਹਾ ਜਾਂਦਾ ਹੈ, ਠੀਕ ਹੈ। ਮੀਡੀਅਨ ਆ ਸੀਗਾ ਤੁਹਾਡੇ ਕੋਲ AMBNN ਤੇ CP, ਇਹਨਾਂ ਨੂੰ ਕੀ ਕਹਿੰਦੇ ਆ? ਮੱਧਿਕਾ। ਤਾਂ ਮੱਧਿਕਾ ਜਿਹੜੀ ਤਿੰਨ ਮੱਧਿਕਾਵਾਂ ਨੇ ਆਪਣੇ ਕੋਲੇ, ਇਹ ਜਿਹੜੇ ਨਾਮ ਲਿਖਿਆ AMBN ਤੇ CP, ਤਾਂ ਇਹ ਤਿੰਨ ਮੱਧਿਕਾਵਾਂ ਜਿਹੜੀਆਂ ਨੇ ਤੁਹਾਡੇ ਕੋਲੇ, ਇਹ ਇੱਕੋ ਹੀ ਬਿੰਦੂ ਤੇ ਕੱਟਦੀਆਂ ਨੇ, ਠੀਕ ਹੈ। ਇੱਕੋ ਹੀ ਬਿੰਦੂ ਤੇ ਕੱਟਦੀਆਂ ਨੇ ਤੇ ਉਸ ਬਿੰਦੂ ਨੂੰ ਕੇਂਦਰਕ ਜਾਂ ਸੈਂਟਰੋਇਡ ਕਿਹਾ ਜਾਂਦਾ ਹੈ, ਠੀਕ ਹੈ। ਤੇ ਉਸ ਨੂੰ ਆਮ ਤੌਰ ਤੇ G ਨਾਲ ਲਿਖਿਆ ਜਾਂਦਾ ਹੈ, G, ਠੀਕ ਹੈ। ਆਹ ਵਾਲਾ G ਪੁਆਇੰਟ ਹੈ ਜੀ, ਜਿੱਥੇ ਹੁਣ ਜਿਹੜਾ ਮਾਊਸ ਪੁਆਇੰਟ ਕਰ ਰਿਹਾ। ਹੁਣ ਆ ਕੇਂਦਰਕ ਜਿਹੜਾ ਹੈਗਾ, ਇਹ ਕੇਂਦਰਕ ਇਸ ਮੱਧਿਕਾ ਨੂੰ 2:1 ਵਿੱਚ ਵੰਡਦਾ ਹੈ। ਦੋ ਭਾਗ ਜਿਹੜੇ ਹੈਗੇ ਆ ਉਹ ਸਿਖਰ ਵਾਲੇ ਪਾਸੇ ਹੁੰਦੇ ਆ, ਤੇ ਇੱਕ ਭਾਗ ਜਿਹੜਾ ਹੈ ਉਹ ਸਾਹਮਣੇ ਭੁਜਾ ਵਾਲੇ ਪਾਸੇ ਹੁੰਦਾ ਹੈ। ਆ ਭੁਜਾ ਹੈਗੀ ਹੈ, ਆ ਸਿਖਰ ਹੈਗਾ, ਠੀਕ ਹੈ। ਆ 2 ਲੰਬਾਈ, ਆ 1 ਲੰਬਾਈ, ਠੀਕ ਹੈ। ਸਾਰਿਆਂ ਦੇ ਵਿੱਚ ਆਹੀ ਕਹਾਣੀ ਜਿਹੜੀ ਲਾਗੂ ਹੁੰਦੀ ਹੈਗੀ, ਮਤਲਬ B ਤੋਂ G ਜਿਹੜਾ ਹੈ ਉਹ 2 ਲੰਬਾਈਆਂ ਹੋਏਗਾ ਤੇ ਆਹ ਵਾਲਾ 1 ਲੰਬਾਈ ਹੋਏਗਾ। ਇਕਾਈ ਅਲੱਗ ਆਪਾਂ ਬਦਲ ਸਕਦੇ ਹਾਂ, ਠੀਕ ਹੈ। ਇਕਾਈ ਚੂਜ਼ ਕਰ ਸਕਦੇ ਹਾਂ। ਆ 1 ਇਕਾਈ ਹੈਗੀ ਅਸਲ ਚ, ਹੁਣ ਆ 1 ਇਕਾਈ ਹੋਏਗੀ, ਆ 2 ਹੋਏਗੀ, ਇਹਦੇ ਤੋਂ ਦੁੱਗਣਾ ਹੋਏਗਾ ਇੱਧਰਲੇ ਪਾਸੇ, ਇਹਦਾ ਦੁੱਗਣਾ ਆ ਉੱਪਰਲੇ ਪਾਸੇ ਹੋਏਗਾ, ਇਹਦਾ ਦੁੱਗਣਾ ਆ ਇਸ ਪਾਸੇ ਹੋਏਗਾ, ਠੀਕ ਹੈ। ਤਾਂ ਇਸ ਨੂੰ ਕਹਿੰਦੇ ਆਪਾਂ 2:1 ਵਿੱਚ ਵੰਡਦਾ ਹੈ, ਠੀਕ ਹੈ। 2:1 ਵਿੱਚ ਵੰਡਦਾ ਹੈ।
ਤੁਸੀਂ ਇਹਨੂੰ ਐਕਟੀਵਿਟੀ ਦੇ ਤੌਰ ਤੇ ਵੀ ਇਸ ਤਰ੍ਹਾਂ ਬਣਾ ਕੇ ਤੇ ਤੁਸੀਂ ਖੁਦ ਮਾਪ ਸਕਦੇ ਹੋ ਇਹਨਾਂ ਦੀ ਏ ਜੀ ਲੰਬਾਈ ਕਿੰਨੀ ਆਂਦੀ ਹੈ, ਆ ਜੀ ਐਮ ਕਿੰਨੀ ਆਂਦੀ ਹੈਗੀ ਹੈ, ਬੀ ਜੀ ਕਿੰਨੀ ਆਂਦੀ ਹੈ, ਜੀ ਐਨ ਕਿੰਨੀ ਆਂਦੀ ਹੈ, ਪੀ ਜੀ ਤੇ ਜੀ ਸੀ ਕਿੰਨੀ ਹੈਗੀ ਹੈ। ਠੀਕ ਹੈ, ਤਾਂ ਤੁਸੀਂ ਇਹਨਾਂ ਨੂੰ ਮਾਪ ਕੇ ਤੇ ਇਹਨਾਂ ਨੂੰ ਭਾਗ ਕਰਕੇ ਦੇਖੋਗੇ ਤਾਂ ਤੁਹਾਡੇ ਕੋਲੇ 2 ਜਿਹੜਾ ਆ ਜਾਏਗਾ ਏ ਜੀ ਮਤਲਬ ਏ ਜੀ ਬਟਾ ਜੀ ਐਮ। ਠੀਕ ਹੈ, ਇਹ ਕਰਕੇ ਦੇਖੋਗੇ ਨਾ ਇਹਨਾਂ ਨੂੰ ਤਿਕੋਣ ਬਣਾ ਕੇ ਇਸ ਤਰ੍ਹਾਂ, ਤੇ ਤੁਸੀਂ ਜਦੋਂ ਇਹਨਾਂ ਦਾ ਕਰਕੇ ਦੇਖੋਗੇ ਤਾਂ ਇਹਦਾ ਜਿਹੜਾ ਜਵਾਬ ਹੈਗਾ ਉਹ ਲਗਭਗ ਤੁਹਾਡਾ 2 ਆ ਜਾਏਗਾ। ਠੀਕ ਹੈ, ਇਹ ਤੁਸੀਂ ਤੁਹਾਨੂੰ ਐਕਟੀਵਿਟੀ ਦੇ ਤੌਰ ਤੇ ਤੁਸੀਂ ਇਹਨੂੰ ਕਰ ਸਕਦੇ ਹੋ। ਇਸ ਤੋਂ ਅੱਗੇ ਦੇਖਦੇ ਹਾਂ ਜੀ, ਤ੍ਰਿਭੁਜ ਦੇ ਅਰਧ ਪਰਿਮਾਪ ਦਾ ਸੂਤਰ ਦੱਸੋ। ਕਹਿੰਦਾ ਅਰਧ ਪਰਿਮਾਪ, ਤਾਂ ਪਹਿਲੇ ਪਰਿਮਾਪ ਦੀ ਗੱਲ ਕਰ ਲਈਏ। ਤ੍ਰਿਭੁਜ ਦਾ ਪਰਿਮਾਪ ਕੀ ਹੁੰਦਾ ਹੈ? ਤਾਂ ਤ੍ਰਿਭੁਜ ਦਾ ਪਰਿਮਾਪ ਹੁੰਦਾ ਜੀ ਉਹਦੀਆਂ 3 ਭੁਜਾਵਾਂ ਦਾ ਜੋੜ। ਪਰਿਮਾਪ ਕੀ ਹੁੰਦਾ ਹੈ? ਕਿਸੇ ਵੀ ਆਕ੍ਰਿਤੀ ਦਾ ਪਰਿਮਾਪ ਕੀ ਹੁੰਦਾ ਹੈ? ਉਹਦੀਆਂ ਭੁਜਾਵਾਂ ਦਾ ਜੋੜ। ਯਾਦ ਰੱਖਣਾ ਹੈ, ਪਰਿਮਾਪ ਬਰਾਬਰ ਭੁਜਾਵਾਂ ਦਾ ਜੋੜ। ਪਰਿਮਾਪ ਕੀ ਹੁੰਦਾ ਹੈ? ਪਰਿਮਾਪ ਕੀ ਹੁੰਦਾ ਹੈ? ਬੋਲ ਦਿਓ। ਹਾਂ, ਜਿੰਨੀਆਂ ਵੀ ਭੁਜਾਵਾਂ ਨੇ, ਜੇ ਤਿੰਨ ਸਾਈਡਸ ਹੈਗੀਆਂ, ਤਿਕੋਣ ਹੈਗੀ ਹੈ, ਤਾਂ ਤੁਹਾਡੇ ਕੋਲੇ 3 ਸਾਈਡਸ ਦਾ ਜੋੜ ਹੋ ਜਾਏਗਾ। ਜੇ 4 ਹੈਗੀ ਤਾਂ 4 ਸਾਈਡਸ ਦਾ ਜੋੜ ਹੋ ਜਾਏਗਾ। ਠੀਕ ਹੈ, ਤਾਂ ਉਸ ਨੂੰ ਆਪਾਂ ਕਹਾਂਗੇ ਪਰਿਮਾਪ ਹੀ। ਤੇ ਆਪਣਾ ਚੱਕਰ ਜਿਹੜਾ ਹੈਗਾ ਉਸ ਦੇ ਵਿੱਚ ਪਰਿਮਾਪ ਦੀ ਥਾਂ ਤੇ ਘੇਰਾ ਸ਼ਬਦ ਦਾ ਇਸਤੇਮਾਲ ਕਰਦੇ ਆ। ਚੱਕਰ ਦਾ ਘੇਰਾ। ਪਰਿਮਾਪ ਜਿਹੜਾ ਇੰਗਲਿਸ਼ ਦੇ ਨਾਮ ਵੀ ਬੋਲ ਦਿੰਦਾ ਮੈਂ। ਇੰਗਲਿਸ਼ ਦੇ ਵਿੱਚ ਪਰਿਮਾਪ ਨੂੰ ਕਹਿੰਦੇ ਆ ਜੀ ਪੈਰੀਮੀਟਰ, PERIMETR, ਪੈਰੀਮੀਟਰ। ਠੀਕ ਹੈ, ਪੈਰੀਮੀਟਰ ਤੇ ਪਰਿਮਾਪ ਇੱਕੋ ਹੀ ਚੀਜ਼ ਹੈਗੀ ਹੈ ਜੀ। ਤੇ ਘੇਰਾ ਜਿਹੜਾ ਹੈਗਾ, ਘੇਰੇ ਨੂੰ ਸਰਕਮਫਰੈਂਸ ਕਹਿ ਦਿੰਦੇ ਆ ਜੀ। ਸਰਕਮਫਰੈਂਸ। ਠੀਕ ਹੈ, ਇਹ ਘੇਰਾ ਹੈ ਜੀ। ਚੱਕਰ ਦਾ ਘੇਰਾ ਹੁੰਦਾ ਹੈ। ਬਾਕੀ ਆਕ੍ਰਿਤੀਆਂ ਜਿਨ੍ਹਾਂ ਦੇ ਵਿੱਚ ਸਾਈਡਸ ਹੁੰਦੀਆਂ, ਜਿਵੇਂ ਆਹ ਵਾਲੀ ਬਣਾਈ ਹੈ ਮੈਂ, ਚਤੁਰਭੁਜ ਬਣਾਈ ਹੈ, ਤਾਂ ਇਸ ਚਤੁਰਭੁਜ ਦਾ ਪਰਿਮਾਪ ਹੁੰਦਾ ਹੈ ਜੀ। ਠੀਕ ਹੈ, ਘੇਰਾ ਵੀ ਕਹਿ ਦਿੰਦੇ ਆ ਕਈ ਵਾਰੀ। ਠੀਕ ਹੈ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਪਰਿਮਾਪ ਜਾਂ ਘੇਰਾ। ਤਾਂ ਅਰਧ ਪਰਿਮਾਪ, ਹੁਣ ਇਹਨੇ ਲਿਖਿਆ ਕਿ ਅਰਧ ਪਰਿਮਾਪ ਦਾ ਸੂਤਰ ਦੱਸੋ। ਅਰਧ ਪਰਿਮਾਪ, ਅਰਧ ਦਾ ਮਤਲਬ ਹੁੰਦਾ ਹੈ ਅੱਧਾ। ਕੀ ਅਰਥ ਹੁੰਦਾ ਅਰਧ ਦਾ? ਅੱਧਾ। ਤਾਂ ਅੱਧਾ ਜਿਹੜਾ ਹੈ ਆਹ ਵਾਲਾ 3 ਭੁਜਾਵਾਂ, ਤਿਕੋਣ ਦੀਆਂ 3 ਭੁਜਾਵਾਂ ਦਾ ਜੋੜ ਹੈਗਾ ਆਹ ਵਾਲਾ। ਠੀਕ ਹੈ, A + B + C ਤਿਕੋਣ ਜਿਹੜੀ ਹੈਗੀ ਹੈ ਤੁਹਾਡੇ ਕੋਲੇ, ਆਹ ਤਿਕੋਣ ਹੈਗੀ, ਇਹਦੀਆਂ ਭੁਜਾਵਾਂ ਦੇ ਮਾਪ ਅਗਰ ABC ਇਕਾਈਆਂ ਹੈ, ਤਾਂ ਇਹਨਾਂ ਤਿੰਨਾਂ ਦਾ ਜੋੜ, ਇਹ ਆਪਾਂ ਨੇ ਕੀ ਲਿਖਿਆ ਸੀਗਾ? ਪਰਿਮਾਪ। ਠੀਕ ਹੈ, ਹੁਣੇ ਦੱਸਿਆ ਸੀ ਨਾ ਪਰਿਮਾਪ ਹੁੰਦਾ ਹੈ ਭੁਜਾਵਾਂ ਦਾ ਜੋੜ, ਪਰਿਮਾਪ ਹੁੰਦਾ ਹੈ। ਤਾਂ ਪਰਿਮਾਪ ਹੋ ਗਿਆ A + B + C, ਤੇ ਇਹਨੇ ਲਿਖਿਆ ਅਰਧ ਪਰਿਮਾਪ। ਅਰਧ ਦਾ ਮਤਲਬ ਅੱਧਾ। ਅੱਧਾ ਦਾ ਮਤਲਬ ਹੈ ਇਹਨੂੰ 2 ਨਾਲ ਭਾਗ ਕਰਨਾ ਹੈ। ਜੋੜ ਨੂੰ ਪਹਿਲਾਂ ਜੋੜ ਕਰਨਾ ਹੈ, ਫਿਰ 2 ਨਾਲ ਭਾਗ ਕਰਨਾ ਹੈ। ਠੀਕ ਹੈ, ਤਾਂ ਇਸ ਦਾ ਅਰਥ ਪਰਿਮਾਪ ਦਾ ਸੂਤਰ ਹੋ ਗਿਆ ਜੀ A + B + C ਬਟਾ 2। ਤੇ ਇਸ ਨੂੰ S ਨਾਲ ਲਿਖਦੇ ਆ। S ਨਾਲ ਕਿਉਂ ਲਿਖਦੇ ਆ? ਕਿਉਂਕਿ ਅਰਧ ਪਰਿਮਾਪ ਜਿਹੜਾ ਇੰਗਲਿਸ਼ ਦੇ ਵਿੱਚ ਸੈਮੀ ਪੈਰੀਮੀਟਰ ਹੁੰਦਾ ਹੈ। ਪੈਰੀਮੀਟਰ ਸੈਮੀ ਲਗਾ ਦਿੱਤਾ, ਦਾ ਮਤਲਬ ਅੱਧਾ। ਠੀਕ ਹੈ, ਸੈਮੀ। ਤਾਂ ਸੈਮੀ ਦਾ ਜਿਹੜਾ S ਹੈਗਾ, ਉਹੀ ਉਹ S ਜਿਹੜਾ ਉਹ ਇੱਥੇ ਪਿਆ ਹੈਗਾ, S ਹੈਗਾ ਜੀ ਆ, ਇਸ ਕਰਕੇ ਇਹਦਾ ਨਾਮ S ਤੋਂ ਰੱਖਿਆ ਹੋਇਆ ਹੈ। S = A + B + C/2। ਠੀਕ ਹੈ, ਤੇ ਸੈਮੀ ਪੈਰੀਮੀਟਰ ਦਾ ਯੂਜ਼ ਕਿੱਥੇ ਹੁੰਦਾ ਹੈਗਾ? ਵੈਸੇ ਤੁਹਾਨੂੰ ਯਾਦ ਹੋਏਗਾ ਕੋਈ ਫਾਰਮੂਲਾ ਇਹਦਾ ਅਜਿਹਾ? ਸੈਮੀ ਪੈਰੀਮੀਟਰ ਦਾ ਯੂਜ਼ ਕਿੱਥੇ ਕਰਦੇ ਆ ਆਪਾਂ? ਕਿਹੜੇ ਫਾਰਮੂਲੇ 'ਚ ਕਰਦੇ ਆ? ਸ਼ਾਬਾਸ਼। ਸੈਮੀ ਪੈਰੀਮੀਟਰ ਦਾ ਯੂਜ਼ ਕਿੱਥੇ ਕਰਦੇ ਆ ਬੇਟਾ ਜੀ? ਹੀਰੋ ਫਾਰਮੂਲਾ ਦੇ ਵਿੱਚ। ਹੀਰੋ ਜਾਂ ਹੈਰੋਨਸ ਫਾਰਮੂਲਾ ਕਹਿੰਦੇ ਆ ਇਸ ਨੂੰ, ਹੀਰੋ ਜਾਂ ਫਿਰ ਹੈਰੋਨਸ ਫਾਰਮੂਲਾ। ਠੀਕ ਹੈ, ਕੀ ਹੁੰਦਾ ਹੈ? ਇਹ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਨ ਦੇ ਲਈ ਹੁੰਦਾ ਹੈ। ਏਰੀਆ ਕਹਿੰਦਾ ਹੈ ਕਿ ਇਨ ਟਰਮਸ ਆਫ S ਤੇ ABC ਦੇ ਵਿੱਚ ਹੁੰਦਾ ਹੈ S × S - A, S - B, S - C, ਤੇ ਇਹਦਾ √ ਠੀਕ ਹੈ, ਤਾਂ ਇਹ ਜਿਹੜਾ ਫਾਰਮੂਲਾ ਹੈਗਾ ਇਸ ਨੂੰ ਹੈਰੋਨਸ ਫਾਰਮੂਲਾ ਕਹਿੰਦੇ ਆ। ਇਹਦੇ 'ਚ ਹੁੰਦਾ ਕੀ ਹੈ? ਆ ਕੁਆਂਟੀਟੀ ਬਣਦੀ ਕੀ ਹੈ? ਤਾਂ ਇਹ ਏਰੀਆ ਹੁੰਦਾ ਹੈ ਜੀ, ਏਰੀਆ ਆਫ ਟ੍ਰਾਇੰਗਲ। ਏਰੀਆ ਆਫ ਟ੍ਰਾਇੰਗਲ ਜਾਂ ਖੇਤਰਫਲ ਜਿਹੜਾ ਏਰੀਆ, ਖੇਤਰਫਲ ਕਵਾਂਗੇ। ਤਾਂ ਖੇਤਰਫਲ ਜਿਹੜਾ ਤਿਕੋਣ ਦਾ ਉਹ ਹੈਗਾ S × S - A, S - B, S - C, ਸਾਰਿਆਂ ਦੀ ਗੁਣਾ, ਚਾਰਾਂ ਦੀ ਗੁਣਾ ਕਰਕੇ ਤੇ ਵਰਗਮੂਲ ਲੈਂਦੇ ਆ ਆਪਾਂ। ਵਰਗਮੂਲ ਲੈ ਕੇ ਤੇ ਜੋ ਕੁਆਂਟੀਟੀ ਬਣੇਗੀ ਆਪਣੇ ਕੋਲੇ ਉਹ ਖੇਤਰਫਲ ਹੋਏਗਾ ਤਿਕੋਣ ਦਾ। ਕਲੀਅਰ ਹੈ?
ਤੇ ਇਸ ਤੋਂ ਅੱਗੇ ਆਉਂਦੇ ਆ ਜੀ, ਕਿਸੇ ਜਮਾਤ ਦੇ ਵਿਦਿਆਰਥੀ, ਕੁੱਲ ਵਿਦਿਆਰਥੀਆਂ ਵਿੱਚੋਂ 10 ਲੜਕੇ ਤੇ 20 ਲੜਕੀਆਂ ਹਨ। ਲੜਕੇ ਨੂੰ ਕਲਾਸ ਦਾ ਮੋਨੀਟਰ ਬਣਾਉਣ ਦੀ ਸੰਭਾਵਨਾ ਦੱਸੋ ਜੀ ਕੀ ਹੋਏਗੀ। ਤਾਂ ਸੰਭਾਵਨਾ ਜਿਹੜੀ ਹੈ ਲੜਕੇ ਨੂੰ ਮੋਨੀਟਰ ਬਣਾਉਣਾ ਹੈ, ਲੜਕੇ ਨੂੰ ਮੋਨੀਟਰ ਬਣਾਉਣਾ ਹੈ ਤਾਂ ਲੜਕਿਆਂ ਦੀ ਗਿਣਤੀ, ਲੜਕਿਆਂ ਦੀ ਗਿਣਤੀ ਲੜਕੇ, ਠੀਕ ਹੈ, ਤੇ ਬਟਾ ਕੁੱਲ ਗਿਣਤੀ ਬਟਾ ਕੁੱਲ। ਤਾਂ ਹੁਣ ਤੁਸੀਂ ਦੇਖੋ ਕਿ ਲੜਕਿਆਂ ਦੀ ਗਿਣਤੀ ਕਿੰਨੀ ਹੈਗੀ ਹੈ, 10 ਲੜਕੇ ਹੈਗੇ ਜੀ, 10, ਤੇ ਕੁੱਲ ਕਿੰਨੇ ਹੈਗੇ ਆ ਪਲੱਸ ਆ, ਠੀਕ ਹੈ, ਲੜਕੇ ਵੀ ਹੈਗੇ ਲੜਕੀਆਂ ਵੀ ਹੈਗੀਆਂ, ਠੀਕ ਹੈ, ਤਾਂ ਟੋਟਲ ਹੋ ਗਿਆ 30 ਤੁਹਾਡੇ ਕੋਲੇ, ਆ 30 ਹੋ ਗਿਆ ਜੀ। ਹੁਣ ਇਹਨੂੰ ਜਿਹੜਾ ਸਿਫਰ ਨਾਲ ਸਿਫਰ ਕੱਟ ਕੇ ਤੇ ਛੋਟਾ ਕਰ ਸਕਦੇ ਹੋ 1/3, ਤਾਂ ਆ ਜਵਾਬ ਤੁਹਾਡਾ ਜਿਹੜਾ ਹੈ ਉਹ 1/3 ਹੋਏਗਾ, ਠੀਕ ਹੈ। ਇਸੇ ਤਰੀਕੇ ਨਾਲ ਇਸੇ ਸਵਾਲ ਨੂੰ ਇਹ ਪੁੱਛਿਆ ਜਾ ਸਕਦਾ ਕਿ ਇੱਕ ਲੜਕੀ ਨੂੰ ਮੋਨੀਟਰ ਬਣਾਉਣ ਦੀ ਸੰਭਾਵਨਾ ਦੱਸੋ, ਤਾਂ ਲੜਕੀ ਜਿਹੜੀ ਹੈ 20/30 ਹੋ ਜਾਏਗਾ ਜੀ, ਕਲੀਅਰ ਹੈ। ਤੇ ਸੰਭਾਵਨਾ ਜਿਹੜੀ ਹੈਗੀ ਹੈ ਉਸ ਨੂੰ ਆਪਾਂ P ਸ਼ਬਦ ਦੇ ਨਾਲ ਲਿਖ ਦਿੰਦੇ ਆ, P ਕਿਸੇ ਘਟਨਾ E ਦੀ ਸੰਭਾਵਨਾ PE, ਠੀਕ ਹੈ, P probability, probability BLITY, ਠੀਕ ਹੈ, ਤਾਂ probability। ओके ਦੋ ਚਲਾਂ ਵਾਲੀਆਂ ਦੋ ਰੇਖੀ ਸਮੀਕਰਨਾਂ ਦੇ ਆਲੇਖ ਸਮਾਂਤਰ ਹੋਣ। ਹਾਂ ਜੀ, ਇਹ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਤੁਹਾਡੇ ਪੇਪਰ ਦੇ ਵਿੱਚ। ਇਹਦੇ ਸਵਾਲ ਜਿਹੜੇ ਆਬਜੈਕਟਿਵ ਟਾਈਪ ਦੇ ਵਿੱਚ ਆਣੇ ਹੀ ਆਣੇ ਹੈਗੇ, ਪੱਕਾ ਹੀ ਆਣੇ ਹੈਗੇ ਕੁਛ ਨਾ ਕੁਛ, ਤਾਂ ਇਹਨੂੰ ਧਿਆਨ ਨਾਲ ਸਮਝ ਲਿਆ ਜਾਵੇ। ਕਦੋਂ ਕੀ ਕਿਹੜਾ ਮਤਲਬ ਹੱਲ ਕਿਵੇਂ ਹੁੰਦੇ ਹੈਗੇ ਤੇ ਕੀ ਜੋੜਾ ਸੰਗਤ ਹੁੰਦਾ ਹੈ ਕਿ ਨਹੀਂ ਹੁੰਦਾ, ਉਹ ਚੀਜ਼ ਨੂੰ ਸਾਰੇ ਨੂੰ ਮੈਂ ਹੁਣ ਕਲੀਅਰ ਕਰਨ ਜਾ ਰਿਹਾ, ਧਿਆਨ ਨਾਲ ਸੁਣਨਾ ਜੀ। ਹੁਣ ਤਾਂ ਜਾਂ ਤਾਂ ਦੋ ਰੇਖਾਵਾਂ ਜਿਹੜੀਆਂ ਨੇ ਉਹ ਕੱਟਣਗੀਆਂ, ਠੀਕ ਹੈ, ਜਾਂ ਫਿਰ ਉਹ ਸਮਾਂਤਰ ਹੋਣਗੀਆਂ, ਤੇ ਜਾਂ ਫਿਰ ਕੀ ਹੋਣਗੀਆਂ, ਇੱਕ ਦੂਜੇ ਦੇ ਉੱਪਰ ਹੀ ਹੋਣਗੀਆਂ ਜੀ, ਠੀਕ ਹੈ। ਦੂਸਰੀ ਲਾਈਨ ਵੀ ਇਹਦੇ ਉੱਪਰ ਹੀ ਹੋਏਗੀ ਜੀ ਇੱਥੇ, ਠੀਕ ਹੈ, ਮਤਲਬ ਦੋਨੇ ਕੀ ਹੋਣਗੀਆਂ, ਇੱਕ ਦੂਜੇ ਦੇ ਉੱਪਰ ਹੋਣਗੀਆਂ। ਜਦੋਂ ਉੱਪਰ ਹੁੰਦੀਆਂ ਉਹਨਾਂ ਨੂੰ ਕਹਿੰਦੇ ਆ ਆਪਾਂ ਸੰਪਾਤੀ, ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਕੋਇਨਸੀਡੈਂਟ, ਕੋਇਨਸੀਡੈਂਟ, ਠੀਕ ਹੈ। ਤੇ ਆ ਜਿਹੜੀਆਂ ਨੇ ਪੈਰਲਲ ਲਾਈਨਸ ਨੇ, ਇਹਨਾਂ ਨੂੰ ਪੈਰਲਲ ਜਾਂ ਸਮਾਂਤਰ ਕਹਿੰਦੇ ਆ। ਆਲੇਖ ਮੇਰੇ ਖਿਆਲ ਸਾਰੇ ਬਣਾ ਲੈਂਦੇ ਹੋਗੇ ਲਗਭਗ, ਠੀਕ ਹੈ। ਇਹ ਰੇਖਾਵਾਂ ਜਿਹੜੀਆਂ ਤੁਹਾਡੀਆਂ, ਤਾਂ ਇਹ ਹੈਗੀਆਂ ਇੰਟਰਸੈਕਟਿੰਗ ਲਾਈਨਸ, ਕਾਟਵੀਆਂ ਰੇਖਾਵਾਂ ਕੱਟਦੀਆਂ ਹੋਈਆਂ, ਇੰਟਰਸੈਕਟਿੰਗ ਲਾਈਨਸ। ਹੁਣ ਕਿਹਦੇ ਵਿੱਚ ਹੱਲ ਹੈਗਾ, ਕਿਹਦੇ ਵਿੱਚ ਨਹੀਂ ਹੈਗਾ, ਤਾਂ ਜਿੱਥੇ ਦੋ ਲਾਈਨਾਂ ਕੱਟਦੀਆਂ ਹਨ, ਜਿੱਥੇ ਜਿੱਥੇ ਜਿਹੜੇ ਜਿਹੜੇ ਸਾਂਝੇ ਬਿੰਦੂ ਹੈਗੇ ਆ, ਉਹ ਸਮੀਕਰਨਾਂ ਦੇ ਹੱਲ ਹੁੰਦੇ ਹਨ। ਯਾਦ ਰੱਖਣਾ ਹੈ, ਜਿੱਥੇ ਵੀ ਲਾਈਨਾਂ ਕੱਟਦੀਆਂ ਨੇ ਜਾਂ ਜੋ ਵੀ ਬਿੰਦੂ ਦੋਨਾਂ ਦੇ ਉੱਪਰ ਨੇ, ਦੋਨਾਂ ਰੇਖਾਵਾਂ ਦੇ ਉੱਪਰ ਨੇ, ਉਹ ਬਿੰਦੂ ਇਸ ਸਮੀਕਰਨ ਜੋੜੇ ਦੇ ਹੱਲ ਹੁੰਦੇ ਹਨ। ਤਾਂ ਇਹਨਾਂ ਦੋਨਾਂ ਦਾ ਸਾਂਝਾ ਬਿੰਦੂ ਜਿਹੜਾ ਹੈ ਉਹ ਆ ਹੈਗਾ ਜੀ, ਇਹ ਇਸ ਲਾਈਨ ਦੇ ਉੱਪਰ ਵੀ ਹੈਗਾ, ਪਹਿਲੀ ਲਾਈਨ ਦੇ ਉੱਪਰ ਵੀ ਹੈਗਾ ਤੇ ਦੂਸਰੀ ਲਾਈਨ ਦੇ ਉੱਪਰ ਵੀ ਹੈਗਾ, ਠੀਕ ਹੈ। ਆਹ ਵਾਲਾ ਬਿੰਦੂ ਜਿਹੜਾ ਡਾਟ ਲਗਾਈਏ ਵਿਚਾਲੇ, ਠੀਕ ਹੈ। ਤਾਂ ਇਹ ਸਮੀਕਰਨ ਪ੍ਰਣਾਲੀ ਦਾ ਹੱਲ ਹੋਵੇਗਾ, ਸਮੀਕਰਨ ਪ੍ਰਣਾਲੀ ਦਾ ਹੱਲ ਹੋਵੇਗਾ। ਕੀ ਇਹਨਾਂ ਵਿੱਚ ਕੋਈ ਸਾਂਝਾ ਬਿੰਦੂ ਨਜ਼ਰ ਆਉਂਦਾ ਤੁਹਾਨੂੰ? ਕੋਈ ਇੱਕੋ ਬਿੰਦੂ ਅਜਿਹਾ ਹੈਗਾ, ਕੋਈ ਇੱਕ ਜਾਂ ਇੱਕ ਤੋਂ ਵੱਧ ਬਿੰਦੂ ਅਜਿਹੇ ਹੈਗੇ ਜਿਹੜੇ ਦੋਨਾਂ ਦੇ ਵਿੱਚ? ਹਾਂ, ਇਹਦੇ ਵਿੱਚ ਕੁਝ ਵੀ ਸਾਂਝਾ ਨਹੀਂ ਹੈਗਾ, ਇਹਦੇ ਵਿੱਚ ਕੋਈ ਹੱਲ ਨਹੀਂ ਹੁੰਦਾ, ਸਮੀਕਰਨ ਪ੍ਰਣਾਲੀ ਦਾ ਕੋਈ ਹੱਲ ਨਹੀਂ ਹੁੰਦਾ, ਕੋਈ ਹੱਲ ਨਹੀਂ ਹੁੰਦਾ, no solution exists। ਤੇ ਇਹਦੇ ਵਿੱਚ ਤੁਹਾਡੇ ਕੋਲੇ ਇੱਕ ਸੋਲੂਸ਼ਨ ਹੁੰਦਾ ਹੈ, ਵਿਲੱਖਣ ਹੱਲ, ਠੀਕ ਹੈ। ਇਹਨੂੰ ਐਵੇਂ ਕਹਿੰਦੇ ਆਪਾਂ, ਵਿਲੱਖਣ ਜਾਂ ਫਿਰ ਯੂਨੀਕ ਸੋਲੂਸ਼ਨ, ਯੂਨੀਕ ਸੋਲੂਸ਼ਨ, ਯੂਨੀਕ ਸੋਲੂਸ਼ਨ ਹੁੰਦਾ ਜੀ, ਠੀਕ ਹੈ। ਵਿਲੱਖਣ ਹੱਲ ਹੁੰਦਾ ਹੈ ਮਤਲਬ ਇੱਕੋ ਇੱਕ ਹੁੰਦਾ ਹੈ ਜਿਹੜਾ ਕਿ ਇਸ ਸਮੀਕਰਨ ਪ੍ਰਣਾਲੀ ਦੋਨਾਂ ਇਕੁਏਸ਼ਨਸ ਨੂੰ, ਦੋਨਾਂ ਸਮੀਕਰਨਾਂ ਨੂੰ ਸੰਤੁਸ਼ਟ ਕਰਦਾ ਹੋਵੇ, ਤੇ ਉਹ ਵਾਲਾ ਬਿੰਦੂ, ਇਸ ਦੇ ਨਿਰਦੇਸ਼ਾਂਕ ਪੜ੍ਹ ਲੈਣੇ ਆ ਤੁਸੀਂ, ਤੇ ਇਹਦੇ ਨਿਰਦੇਸ਼ਾਂਕ ਜਿਹੜੇ ਹੈਗੇ ਉਹੀ ਸੋਲੂਸ਼ਨ ਹੁੰਦਾ ਜੀ। XY ਅਗਰ ਇਹਦੇ ਨਿਰਦੇਸ਼ਾਂਕ ਹੈਗੇ, A ਵੀ ਲਿਖ ਦਿੰਦਾ XY ਦੀ ਬਜਾਏ, ਤਾਂ A ਵੀ ਜਿਹੜੇ ਜੇਕਰ ਇਹਦੇ ਨਿਰਦੇਸ਼ਾਂਕ ਹੈਗੇ ਤਾਂ A ਵੀ ਜਿਹੜਾ ਹੈ X ਬਰਾਬਰ A ਤੇ Y ਬਰਾਬਰ B ਇਹਦਾ ਸੋਲੂਸ਼ਨ ਹੁੰਦਾ ਸਮੀਕਰਨ ਪ੍ਰਣਾਲੀ ਦਾ। X ਬਰਾਬਰ A, Y ਬਰਾਬਰ B ਸਮੀਕਰਨ ਪ੍ਰਣਾਲੀ ਦਾ ਸੋਲੂਸ਼ਨ ਜਾਂ ਹੱਲ ਹੁੰਦਾ ਹੈ, ਠੀਕ ਹੈ। ਤੇ ਇਹਨਾਂ ਵਿੱਚ ਕੁਝ ਵੀ ਸਾਂਝਾ ਨਹੀਂ ਹੈਗਾ ਤਾਂ ਕੋਈ ਹੱਲ ਨਹੀਂ ਹੋਏਗਾ, ਠੀਕ ਹੈ। ਤੇ ਇਹਦੇ ਵਿੱਚ ਤੁਸੀਂ ਹੁਣ ਸਾਂਝੇ ਬਿੰਦੂਆਂ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਤਾਂ ਸਾਰੇ ਬਿੰਦੂ ਸਾਂਝੇ ਹੀ ਨੇ ਜੀ, ਆ ਵੀ ਸਾਂਝਾ ਹੀ ਹੈ, ਆ ਵੀ ਸਾਂਝਾ ਹੀ ਹੈ, ਆ ਵੀ ਸਾਂਝਾ ਹੀ ਹੈ, ਤੇ ਇਹਨਾਂ ਦੋਨਾਂ ਦੇ ਵਿਚਕਾਰ ਵੀ ਬਹੁਤ ਸਾਰੇ ਹੋਰ ਬਿੰਦੂ ਜਿਹੜੇ ਹੈਗੇ ਉਹ ਸਾਂਝੇ ਹੈਗੇ, ਠੀਕ ਹੈ। ਹਰ ਦੋ ਬਿੰਦੂਆਂ ਦੇ ਵਿਚਕਾਰ ਇੱਕ ਬਿੰਦੂ ਸਾਂਝਾ ਹੈਗਾ, ਠੀਕ ਹੈ। ਇਹਦੇ ਵਿੱਚ ਤਾਂ ਸਾਰੇ ਹੀ ਸਾਂਝੇ ਹੀ ਹੁੰਦੇ ਆ,
ਤਾਂ ਇਹਦਾ ਮਤਲਬ ਇੱਥੇ ਜਿਹੜਾ ਹੈ ਸੋਲੂਸ਼ਨ ਜਿਹੜੇ ਹੈ ਉਹ ਅਨੰਤ ਹੱਲ ਹੁੰਦੇ ਹਨ। ਇਨਫਿਨਿਟ ਸੋਲੂਸ਼ਨਸ, ਇਨਫਿਨਿਟ ਨੰਬਰ ਆਫ ਸੋਲੂਸ਼ਨਸ। ਠੀਕ ਹੈ, ਤਾਂ ਇਹਦੇ ਵਿੱਚ ਇਹ ਸਾਰੇ ਜਿਹੜੇ ਜਿੰਨੇ ਵੀ ਬਿੰਦੂ ਤੁਹਾਨੂੰ ਇਸ ਲਾਈਨ ਦੇ ਉੱਪਰ ਨਜ਼ਰ ਆ ਰਹੇ ਹੈਗੇ, ਜਾਂ ਅਸਲ ਇਹ ਲਾਈਨ ਜਿਹੜੀ ਹੈਗੀ ਹੈ ਬਣਦੀ ਕਾਹਦੇ ਤੋਂ ਹੈ? ਬਿੰਦੂਆਂ ਤੋਂ ਹੀ ਬਣਦੀ ਹੈਗੀ ਹੈ। ਠੀਕ ਹੈ, ਲਾਈਨਾਂ ਜਿਹੜੀਆਂ ਨੇ ਇਹ ਬਿੰਦੂਆਂ ਤੋਂ ਹੀ ਬਣੀਆਂ ਹੋਈਆਂ। ਠੀਕ ਹੈ, ਇੱਥੇ ਬਹੁਤ ਸਾਰੇ ਬਿੰਦੂ ਹੈਗੇ ਐਵੇਂ ਐਵੇਂ। ਠੀਕ ਹੈ, ਇਹਨਾਂ ਸਾਰੇ ਬਿੰਦੂਆਂ ਤੋਂ ਮਿਲ ਕੇ ਹੀ ਲਾਈਨ ਬਣਦੀ ਹੈਗੀ ਹੈ। ਤਾਂ ਇਹ ਸਾਰੇ ਜਿੰਨੇ ਵੀ ਬਿੰਦੂ ਤੁਹਾਨੂੰ ਇਸ ਲਾਈਨ ਦੇ ਉੱਪਰ ਨਜ਼ਰ ਆ ਰਹੇ ਆ ਉਹ ਸਾਰੇ ਜਿਹੜੇ ਇਹਦੇ ਸੋਲੂਸ਼ਨ ਹੁੰਦੇ ਆ ਸਮੀਕਰਨ ਪ੍ਰਣਾਲੀ ਦੇ। ਠੀਕ ਹੈ, ਤੇ ਇਹਦੇ 'ਚ ਅਨੰਤ ਹੱਲ ਹੁੰਦੇ ਆ, ਅਨੇਕ ਹੱਲ ਹੁੰਦੇ ਆ। ਠੀਕ ਹੈ, ਯੂਨੀਕ ਨਹੀਂ ਹੈਗਾ, ਵਿਲੱਖਣ ਹੱਲ ਨਹੀਂ ਹੈਗਾ। ਠੀਕ ਹੈ, ਹਾਂ ਹੁਣ ਗੱਲ ਕਰਦੇ ਹਾਂ ਸੰਗਤ ਤੇ ਅਸੰਗਤ ਜੋੜੇ ਦੀ। ਸਮੀਕਰਨਾਂ ਦਾ ਜੋੜਾ ਸੰਗਤ ਹੈਗਾ ਕਿ ਨਹੀਂ ਹੈਗਾ, ਇਹ ਚੀਜ਼ ਹੋਰ ਸਮਝ ਲਓ। ਸੰਗਤ ਤੇ ਅਸੰਗਤ ਪੰਜਾਬ ਇੰਗਲਿਸ਼ ਦੇ ਵਿੱਚ ਕੀ ਸੀਗਾ? ਕੰਸਿਸਟੈਂਟ ਤੇ ਇਨਕੰਸਿਸਟੈਂਟ ਸੀਗਾ ਜੀ। ਕੰਸਿਸਟੈਂਟ ਸੰਗਤ ਜਿਹੜਾ ਹੁੰਦਾ ਹੈ ਉਹ ਕੰਸਿਸਟੈਂਟ ਹੁੰਦਾ ਹੈ, ਤੇ ਅਸੰਗਤ ਜਿਹੜਾ ਹੈ ਉਹ ਇਨਕੰਸਿਸਟੈਂਟ ਹੈਗਾ, ਇਨਕੰਸਿਸਟੈਂਟ। ਠੀਕ ਹੈ, ਕਲੀਅਰ ਹੈ? ਤਾਂ ਸੰਗਤ ਕਿਹੜੇ ਕਿਹੜੇ ਹੈਗੇ? ਜਿੱਥੇ ਵੀ ਕਿਤੇ ਹੱਲ ਆਂਦਾ ਹੈਗਾ ਉਹ ਸੰਗਤ ਹੈ। ਜਿੱਥੇ ਵੀ ਹੱਲ ਆਵੇ, ਜਿੱਥੇ ਵੀ ਸੋਲੂਸ਼ਨ ਐਗਜ਼ਿਸਟ ਕਰਦਾ ਹੈ ਤਾਂ ਉਹ ਵਾਲਾ ਜੋੜਾ ਸੰਗਤ ਹੁੰਦਾ ਹੈ। ਤਾਂ ਇਹਦਾ ਮਤਲਬ ਇੱਥੇ ਹੱਲ ਆਂਦਾ ਹੈ, ਦੇਖੋ ਆਪਾਂ ਨੇ ਲਿਖਿਆ ਸੀਗਾ ਹੱਲ ਆਂਦਾ ਹੈ, ਤਾਂ ਇਹਦਾ ਮਤਲਬ ਆਹ ਵਾਲਾ ਜੋੜਾ ਜਿਹੜਾ ਹੈ ਉਹ ਸੰਗਤ ਹੋਵੇਗਾ। ਠੀਕ ਹੈ, ਇੱਥੇ ਵੀ ਬਹੁਤ ਸਾਰੇ ਹੱਲ ਆ ਰਹੇ ਹੈ, ਹੱਲ ਆ ਰਹੇ ਹੈ ਤਾਂ ਇਹ ਵੀ ਜਿਹੜਾ ਜੋੜਾ ਸਮੀਕਰਨਾਂ ਦਾ ਸੰਗਤ ਹੋਵੇਗਾ, ਕੰਸਿਸਟੈਂਟ ਹੋਵੇਗਾ। ਕੰਸਿਸਟੈਂਟ ਆ ਦੋਨੇ। ਤੇ ਇਹਦੇ 'ਚ ਇਹਦੇ ਵਿੱਚ ਤੁਹਾਡੇ ਕੋਲੇ ਦੇਖ ਰਹੇ ਹੋ ਤੁਸੀਂ ਕਿ ਕੋਈ ਹੱਲ ਨਹੀਂ ਹੈਗਾ, ਇਹਦੇ 'ਚ ਕੋਈ ਹੱਲ ਨਹੀਂ ਹੈਗਾ ਤਾਂ ਇਹ ਇਨਕੰਸਿਸਟੈਂਟ ਹੈਗਾ ਜੀ, ਇਹ ਅਸੰਗਤ ਹੈਗਾ। ਆਹ ਵਾਲਾ ਪੇਅਰ ਜਿਹੜਾ ਇਕੁਏਸ਼ਨਸ ਦਾ ਇਨਕੰਸਿਸਟੈਂਟ ਜਾਂ ਫਿਰ ਅਸੰਗਤ। ਤਾਂ ਹੁਣ ਆਪਣੇ ਕੋਲੇ ਕੁਐਸਚਨ ਕੀ ਸੀਗਾ ਜੀ, ਉਹਨੂੰ ਦੇਖਦੇ ਹਾਂ। ਦੋ ਚਲਾਂ ਵਾਲੀਆਂ ਦੋ ਰੇਖੀ ਸਮੀਕਰਨਾਂ ਦੇ ਆਲੇਖ ਸਮਾਂਤਰ ਹੋਣ, ਪੈਰਲਲ ਹੋਣ, ਮਤਲਬ ਆਲੇਖ ਦਾ ਮਤਲਬ ਗ੍ਰਾਫ ਜੇਕਰ ਉਹਨਾਂ ਦੇ ਸਮਾਂਤਰ ਹੋਣ ਤਾਂ ਉਹਨਾਂ ਸਮੀਕਰਨਾਂ ਦੇ ਕਿੰਨੇ ਹੱਲ ਹੁੰਦੇ ਹਨ? ਆਹ ਸਮਾਂਤਰ ਵਾਲਾ ਜਿਹੜਾ ਸੀਗਾ ਆਪਣੇ ਕੋਲੇ, ਇਹ ਸਮਾਂਤਰ ਸੀਗੀਆਂ ਰੇਖਾਵਾਂ, ਸਮਾਂਤਰ ਦੇ ਵਿੱਚ ਕੋਈ ਹੱਲ ਨਹੀਂ ਹੁੰਦਾ, ਤਾਂ ਇਹਦਾ ਵਿੱਚ ਆਹੀ ਜਵਾਬ ਇਹਨੇ ਲਿਖਿਆ, ਕੋਈ ਹੱਲ ਨਹੀਂ ਹੋਵੇਗਾ। ਠੀਕ ਹੈ, ਤਾਂ ਇਹਦਾ ਕੋਈ ਹੱਲ ਨਹੀਂ ਹੈਗਾ ਜੀ। ਅੱਗੇ ਸਵਾਲ ਤੇ ਆਉਂਦੇ ਆ, ਜੋੜਨਯੋਗ ਉਲਟ ਕੀ ਹੈ? ਤਾਂ ਹੁਣ ਜੋੜਨਯੋਗ ਉਲਟ ਕੀ ਹੁੰਦਾ ਹੈ ਜੀ? ਜੋੜਨਯੋਗ ਉਲਟ ਅਜਿਹਾ ਨੰਬਰ ਹੁੰਦਾ ਹੈ ਜਿਹੜਾ ਕਿ ਕਿਸੇ ਵੀ ਨੰਬਰ ਦੇ ਵਿੱਚ ਜੋੜ ਦਈਏ ਤਾਂ 0 ਜਵਾਬ ਆ ਜਾਵੇ। ਠੀਕ ਹੈ, 5 ਦੇ ਵਿੱਚ ਕਿੰਨਾ ਜੋੜੀਏ? ਆਹ ਵਾਲਾ ਕੁਐਸਚਨ ਹੈਗਾ, ਆਹ ਕੁਐਸਚਨ ਹੈਗਾ 5 ਦੇ ਵਿੱਚ ਕਿੰਨਾ ਜੋੜੀਏ ਕਿ 0 ਆ ਜਾਏ। ਤੁਹਾਨੂੰ ਪਤਾ ਹੈ ਕਿ 5 ਦੇ ਵਿੱਚ -5 ਜੋੜਨ ਤੇ 0 ਆਉਂਦਾ ਹੈ, ਤਾਂ ਜੋ ਨੰਬਰ ਜੋੜਨ ਤੇ ਮਤਲਬ -5 ਦੇ ਵਿੱਚ ਜੋੜਨ ਤੇ 0 ਆਉਂਦਾ, ਤਾਂ ਇਹਦਾ ਮਤਲਬ -5 ਜਿਹੜਾ ਹੈ ਉਹ 5 ਦਾ ਜੋੜਨਯੋਗ ਉਲਟ ਹੈ, ਜੋੜਨਯੋਗ ਉਲਟ ਹੈ। ਇਸ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਐਡੀਟਿਵ ਇਨਵਰਸ, ਐਡੀਟਿਵ ਇਨਵਰਸ, ਜੋੜਾਤਮਕ ਉਲਟ, ਐਡੀਟਿਵ ਇਨਵਰਸ, ਜੋੜਨਯੋਗ ਉਲਟ ਜਾਂ ਜੋੜਾਤਮਕ ਉਲਟ ਵੀ ਕਹਿੰਦੇ ਆ ਜੀ ਇਸ ਨੂੰ, ਜੋੜਾਤਮਕ। ਠੀਕ ਹੈ, ਐਡੀਟਿਵ ਇਨਵਰਸ ਜਾਂ ਜੋੜਾਤਮਕ ਉਲਟ ਜਾਂ ਜੋੜਨਯੋਗ ਉਲਟ ਇੱਕੋ ਹੀ ਚੀਜ਼ ਹੈਗੀ ਹੈ ਜੀ, ਇਹਨੂੰ ਘਬਰਾਣਾ ਨਹੀਂ ਹੈਗਾ। ਪਤਾ ਨਹੀਂ ਕਹਿੰਦੇ ਆ ਕੀ ਆ ਗਿਆ, 1/2x ਇਹ ਜਿਹੜਾ ਹੈ ਤੁਹਾਡੇ ਕੋਲੇ ਇਹ ਐਵੇਂ ਚਾਹੁੰਦਾ ਹੈ, ਇਹ ਐਵੇਂ ਹੈਗਾ। ਠੀਕ ਹੈ, 1/2x ਹੈਗਾ, ਤਾਂ ਇਹਦੇ ਚ ਕਿੰਨਾ ਜੋੜੀਏ? ਤਾਂ ਇਹਦੇ ਚ -1/2x ਜੋੜਾਂਗੇ ਤਾਂ 0 ਆਏਗਾ। ਠੀਕ ਹੈ, ਤਾਂ ਇਹਦਾ ਮਤਲਬ ਆਹ ਵਾਲਾ ਜਿਹੜਾ ਹੈ ਇਹ ਜੋੜਾਤਮਕ ਉਲਟ ਹੈ ਕਿਹਦਾ? ਇਹਦਾ 1/2x ਦਾ। ਠੀਕ ਹੈ, ਤਾਂ ਇਹਦਾ ਜੋੜਾਤਮਕ ਉਲਟ ਜਿਹੜਾ ਤੁਹਾਡੇ ਕੋਲੇ ਆ ਜਵਾਬ ਹੋ ਗਿਆ ਸੀ। ਅੱਗੇ ਸਵਾਲ ਤੇ ਆਉਂਦੇ ਆ, ਪਾਇਥਾਗੋਰਸ ਥਿਓਰਮ ਕਿਸ ਕਿਸਮ ਦੀ ਤ੍ਰਿਭੁਜ ਵਿੱਚ ਲਾਗੂ ਹੁੰਦੀ ਹੈ? ਪਾਇਥਾਗੋਰਸ ਥਿਓਰਮ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਇਹਦੀ ਸਟੇਟਮੈਂਟ ਪਹਿਲਾਂ ਤਾਂ ਯਾਦ ਕਰ ਲਓ ਸਾਰੇ ਹੀ। ਸਰ ਰਾਈਟ ਐਂਗਲ ਟ੍ਰਾਇੰਗਲ। ਹਾਂ, ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਸ਼ੁਰੂਆਤ ਹੀ ਪਾਇਥਾਗੋਰਸ ਥਿਓਰਮ ਦੇ ਕਥਨ ਦੀ ਇੱਥੋਂ ਹੁੰਦੀ ਹੈ ਕਿ ਇਨ ਅ ਰਾਈਟ ਟ੍ਰਾਇੰਗਲ, ਸਟੇਟਮੈਂਟ ਜਿਹੜੀ ਹੈਗੀ ਹੈ ਇਨ ਅ ਰਾਈਟ ਟ੍ਰਾਇੰਗਲ ਦ ਹਾਈਪੋਟੇਨਿਊਜ਼, ਆ ਹਾਈਪੋਟੇਨਿਊਜ਼ ਜਿਹੜਾ ਹੈ ਕਰਨ ਨੂੰ ਕਹਿੰਦੇ ਆ ਜੀ, ਹਾਈਪੋਟੇਨਿਊਜ਼, ਤੇ square of the hypotenuse is equal to
square of hypotenuse is equal to sum of squares of the other two sides। other two sides ਕਿਹੜੀਆਂ ਨੇ? ਇੱਕ ਆ ਸਾਈਡ ਹੈਗੀ ਹੈ, ਇੱਕ ਆ ਸਾਈਡ ਹੈਗੀ ਹੈ। ਇਹਨਾਂ ਦੇ ਸਕੁਅਰ ਦਾ ਜੋੜ ਕਰ ਦਈਏ ਤਾਂ ਉਹ ਇਹਦੇ base तो ਬਰਾਬਰ। perpendicular ਹਾਂਜੀ ਨਹੀਂ, ਉਹਦੇ ਵਿੱਚ ਸਟੇਟਮੈਂਟ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਨਾਮ ਯੂਜ਼ ਨਹੀਂ ਕਰਦੇ, ਠੀਕ ਹੈ, ਕਿਉਂਕਿ ਇਹਦੇ ਚ ਤਾਂ ਬੇਸ ਕਿਹੜਾ ਹੈਗਾ, ਕਿਹੜਾ Okay, sir. ਪਰਪੈਂਡੀਕੂਲਰ ਹੈਗਾ ਨਾ, ਉਹਦਾ ਤਾਂ ਟ੍ਰਾਇੰਗਲ ਐਵੇਂ ਬਣਾ ਦਿਆਂਗੇ, ਫਿਰ ਕੀ ਕਰਾਂਗੇ? ਆ ਲਓ ਜੀ 90 ਡਿਗਰੀ ਦਾ ਹੈਗਾ। ਹੁਣ ਕਿਹੜਾ ਬੇਸ ਹੈਗਾ, ਕਿਹੜੇ ਬੇਸ? ਚਲੋ ਇੱਥੇ ਤਾਂ ਤੁਸੀਂ ਇਹ ਕਹਤਾ ਕਿ ਬੇਸ ਇਹ ਹੈਗਾ, ਹਨਾ। ਤੇ ਹੁਣ ਦਿੱਕਤ ਹੈਗੀ ਨਾ ਕਿਹੜਾ ਬੇਸ ਮੰਨੀਏ ਤੇ ਕਿਹੜਾ ਜਿਹੜਾ ਦੂਸਰਾ ਪਰਪੈਂਡੀਕੂਲਰ ਲਈਏ। ਤਾਂ ਇਸ ਕਰਕੇ ਜਿਹੜਾ ਇਸ ਨਾਮ ਨੂੰ ਜਿਹੜਾ ਉਹ ਟੋਟਲੀ ਜਿਹੜਾ ਇਗਨੋਰ ਕੀਤਾ ਗਿਆ ਕਿ ਬੇਸ ਪਰਪੈਂਡੀਕੂਲਰ ਦਾ ਸਕੁਅਰ ਜਿਹੜਾ ਹਾਈਪੋਟੇਨਿਊਜ਼ ਹੈ। ਤਾਂ ਐਵੇਂ ਨਹੀਂ ਕਹਿੰਦੇ ਆਪਾਂ ਇਹ ਕਹਿੰਦੇ ਹਾਂ ਕਿ ਜਿਹੜਾ ਹਾਈਪੋਟੇਨਿਊਜ਼ ਦਾ ਸਕੁਅਰ ਹੈ। ਹਾਈਪੋਟੇਨਿਊਜ਼ ਕੀ ਹੁੰਦਾ ਹੈ? ਇਸ 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਨੂੰ ਹਾਈਪੋਟੇਨਿਊਜ਼ ਕਹਿੰਦੇ ਆ, ਕਰਨ ਕਹਿੰਦੇ ਆ। ਤਾਂ ਕਰਨ ਜਿਹੜਾ ਹੈਗਾ ਉਹ ਕਰਨ ਦਾ ਵਰਗ ਬਰਾਬਰ ਬਾਕੀ ਦੀਆਂ ਦੋ ਭੁਜਾਵਾਂ ਦੇ ਵਰਗਾਂ ਦਾ ਜੋੜ ਹੈ, ਠੀਕ ਹੈ। ਤਾਂ ਇਹ ਬਾਕੀ ਦੀਆਂ ਦੋ ਭੁਜਾਵਾਂ ਮੰਨ ਲਓ a b ਹੈਗੀਆਂ, ਤਾਂ a ਦਾ ਵਰਗ ਪਲੱਸ b ਦਾ ਵਰਗ, ਇਹ ਇਸ ਨੂੰ ਆਪਾਂ ਕਹਿੰਦੇ ਆ ਜੀ ਪਾਇਥਾਗੋਰਸ ਥਿਓਰਮ, ਠੀਕ ਹੈ। ਤਾਂ ਕਿਹੜੀ ਤਿਕੋਣ ਦੇ ਵਿੱਚ ਲਾਗੂ ਹੁੰਦੀ ਹੈ? ਤਾਂ ਇੱਕ ਸਮਕੋਣ ਤਿਕੋਣ ਵਿੱਚ ਇੱਕ ਲਾਗੂ ਹੁੰਦੀ ਹੈ। ਸਮਕੋਣ ਤਿਕੋਣ ਹੋਣੀ ਲਾਜ਼ਮੀ ਹੈਗੀ ਹੈ, ਤੇ ਜੇ ਸਮਕੋਣ ਹੋਏਗੀ ਤਾਂ ਆਹ ਵਾਲਾ ਜਿਹੜਾ ਜਵਾਬ ਇਹਦਾ ਸਮਕੋਣ ਤਿਕੋਣ ਹੋਵੇਗਾ। ਮੂਲ ਸਮਾਨ ਅਨੁਪਾਤਤਾ ਥਿਓਰਮ ਦਾ ਦੂਸਰਾ ਨਾਮ ਕੀ ਹੈ? ਤਾਂ ਥੇਲਸ ਥਿਓਰਮ ਨੂੰ ਹੀ ਮੂਲ ਸਮਾਨ ਅਨੁਪਾਤਤਾ ਥਿਓਰਮ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਹਦਾ ਨਾਮ ਥੇਲਸ ਥਿਓਰਮ ਸੀਗਾ ਜੀ ਸ਼ਾਇਦ, ਠੀਕ ਹੈ, ਥੇਲਸ ਥਿਓਰਮ ਸੀਗੀ। ਦੋ ਘਾਤੀ ਸਮੀਕਰਨ ਕੀ ਹੈ? ਤਾਂ ਦੋ ਘਾਤੀ ਸਮੀਕਰਨ ਉਹ ਹੈਗੀ ਹੈ ਜਿਸ ਵਿੱਚ ਚੱਲ ਦੀ x ਜ਼ਰੂਰੀ ਨਹੀਂ ਹੈਗਾ। ਹੁਣ ਇੱਥੇ ਜਿਹੜਾ ਸ਼ਬਦ ਅੱਖਰ ਪਾਇਆ ਗਿਆ x, ਠੀਕ ਹੈ, x ਜ਼ਰੂਰੀ ਨਹੀਂ ਹੈਗਾ। x ਦੀ ਥਾਂ ਤੇ ਇੱਥੇ y ਵੀ ਹੋ ਸਕਦਾ ਹੈ, z ਵੀ ਹੋ ਸਕਦਾ ਹੈ, t ਵੀ ਹੋ ਸਕਦਾ ਹੈ, u ਕੁਛ ਵੀ, ਕੋਈ ਵੀ ਅੱਖਰ ਇਹਦੀ x ਦੀ ਥਾਂ ਤੇ ਆ ਸਕਦਾ ਹੈ। ਤਾਂ ਅਸਲ 'ਚ ਜਿਹੜੀ ਕੁਆਡਰੈਟਿਕ ਇਕੁਏਸ਼ਨ, ਇਹਨੂੰ ਕੁਆਡਰੈਟਿਕ ਇਕੁਏਸ਼ਨ ਕਹਿੰਦੇ ਆ ਜੀ ਦੋ ਘਾਤੀ ਨੂੰ, ਠੀਕ ਹੈ, ਕੁਆਡਰੈਟਿਕ, ਠੀਕ ਹੈ। ਦੋ ਘਾਤੀ ਸਮੀਕਰਨ ਜਿਹੜੀ ਹੈਗੀ ਹੈ ਉਹਦਾ ਜਨਰਲ ਫਾਰਮ ਜਿਹੜੀ ਹੈਗੀ ਹੈ ਉਹ ਆ ਹੈਗੀ ਹੈ ਜੀ ax² + bx + c। ਇਸ ਨੂੰ ਕੀ ਕਹਿੰਦੇ ਆ? ਕੁਆਡਰੈਟਿਕ ਇਕੁਏਸ਼ਨ ਜਾਂ ਦੋ ਘਾਤੀ ਸਮੀਕਰਨ ਕਹਿੰਦੇ ਆ। ਇਹਦੇ ਵਿੱਚ a0 ਤਾਂ ਹੁੰਦਾ ਹੀ ਨਹੀਂਗਾ, ਠੀਕ ਹੈ। ਇਹ ਵੀ ਇਹਦੇ ਚ ਨਾਲ ਹੀ ਯਾਦ ਰੱਖਣਾ ਕਿ a ਤਾਂ 0 ਨਹੀਂ ਰੱਖਣਾ, ਕਦੇ ਵੀ ਨਹੀਂ ਰੱਖਣਾ, ਕਿਉਂਕਿ a0 ਹੋ ਗਿਆ ਤਾਂ ਆਹ ਵਾਲੇ ਟਰਮ ਹੀ ਬਾਹਰ ਚਲੀ ਜਾਏਗੀ ਤੇ ਫਿਰ ਆ ਲੀਨੀਅਰ ਰਹਿ ਜਾਏਗਾ ਤੁਹਾਡੇ ਕੋਲੇ, ਠੀਕ ਹੈ, ਰੇਖੀ ਰਹਿ ਜਾਏਗਾ, ਰੇਖੀ ਸਮੀਕਰਨ ਰਹਿ ਜਾਏਗੀ। ਤਾਂ ਰੇਖੀ ਨਹੀਂ ਬਣਾਣੀ ਆਪਾਂ ਨੇ, ਇਹਨੂੰ ਦੋ ਘਾਤੀ ਬਣਾਣੀ ਹੈ। ਤਾਂ ਦੋ ਘਾਤੀ ਦੇ ਵਿੱਚ ਆਹ ਵਾਲਾ ਗੈਰ ਸਿਫਰ ਹੋਣਾ ਲਾਜ਼ਮੀ ਹੈ, ਨੋਨ ਜ਼ੀਰੋ ਹੋਣਾ ਲਾਜ਼ਮੀ ਹੈ, ਠੀਕ ਹੈ। ਆਹ ਨੋਨ ਜ਼ੀਰੋ ਹੋਵੇਗਾ ਤੇ b ਤੇ c ਜਿਹੜੇ ਜ਼ੀਰੋ ਹੋਣ ਤਾਂ ਹੋਣ, ਕੋਈ ਦਿੱਕਤ ਨਹੀਂ ਹੈਗੀ, ਦੋਨੇ ਹੀ ਜ਼ੀਰੋ ਹੋ ਜਾਣ ਭਾਵੇਂ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਤਾਂ ਇਹ ਜਿਹੀ ਸਮੀਕਰਨ ਜਿਸ ਵਿੱਚ ਚੱਲ ਦੀ, ਇੱਥੇ x ਦੀ ਥਾਂ ਤੇ ਚੱਲ ਦੀ ਵੱਡੀ ਤੋਂ ਵੱਡੀ ਘਾਤ 2 ਹੋਵੇ, ਠੀਕ ਹੈ, ਚੱਲ ਦੀ ਵੱਡੀ ਤੋਂ ਵੱਡੀ ਘਾਤ 2 ਹੋਵੇ। ਤਾਂ ਵੱਡੀ ਤੋਂ ਵੱਡੀ ਘਾਤ 2 ਹੋਵੇ, ਮਤਲਬ ਇਹਦੇ ਚ 3 ਵਾਲੇ ਨਹੀਂ ਆ ਸਕਦੇ, ਤੇ 2 ਤੋਂ ਘੱਟ ਵੀ ਨਹੀਂ ਲੈਣਾਗਾ ਆਪਾਂ ਨੇ ਘਾਤ ਜਿਹੜੀ ਹੈਗੀ ਚੱਲ ਦੀ, ਠੀਕ ਹੈ। ਆਹ ਤਾਂ ਹੋਏ, ਆਹ ਟਰਮ ਤਾਂ ਜ਼ਰੂਰ ਹੋਵੇ ਹੀ ਹੋਵੇ, ਭਾਵੇਂ a ਦਾ ਮੁੱਲ ਜਿਹੜਾ 0 ਤੋਂ ਇਲਾਵਾ ਕੁਝ ਵੀ ਹੋ ਸਕਦਾ, ਇੱਥੇ 1 ਹੋਵੇ, 2 ਹੋਵੇ, 4 ਹੋਵੇ, 8 ਹੋਵੇ, ਠੀਕ ਹੈ, ਭਾਵੇਂ ਕੁਝ ਹੋਰ √2 ਵੀ ਹੋਵੇ, ਕੋਈ ਵੀ ਰੀਅਲ ਨੰਬਰ ਜਿਹੜਾ ਹੈਗਾ, ਵਾਸਤਵਿਕ ਸੰਖਿਆ ਕੋਈ ਵੀ a ਦੀ ਥਾਂ ਤੇ ਆ ਸਕਦੀ ਹੈਗੀ, 0 ਨਹੀਂ ਹੋਣੀ ਚਾਹੀਦੀ, ਬਸ ਇੰਨੀ ਸ਼ਰਤ ਹੈਗੀ ਹੈ ਜੀ, ਠੀਕ ਹੈ। ਤਾਂ ਆਹ ਵਾਲੀ ਜਿਹੜੀ ਹੈ, ਤਾਂ ਇਸ ਦਾ ਅਜਿਹੀ ਸਮੀਕਰਨ ਜਿਸ ਵਿੱਚ ਚੱਲ ਦੀ ਵੱਡੀ ਤੋਂ ਵੱਡੀ ਘਾਤ 2 ਹੋਵੇ, ਠੀਕ ਹੈ ਜੀ। ਅਗਲੇ ਤੇ ਆਉਂਦੇ ਆ ਜੀ, ਦੋ ਸੰਖਿਆਵਾਂ ਦਾ ਗੁਣਨਫਲ ਲਸਵ ਹੈ, ਲਸਵ ਐਲਸੀਐਮ ਹੁੰਦਾ ਜੀ। ਲਘੁੱਤਮ ਸਮਾਪ ਵਰਤਿਆ, ਠੀਕ ਹੈ, ਇਹ ਸੰਸਕ੍ਰਿਤ ਤੋਂ ਆਏ ਹੋਏ ਜੀ, ਲਘੁੱਤਮ ਸਮਾਪ ਵਰਤਿਆ। ਤੇ ਦੂਸਰਾ ਜਿਹੜਾ ਹੈਗਾ ਮਹਸਵ ਹੈ, ਜਿਹੜਾ ਹੁੰਦਾ ਉਹਦੇ ਚ ਵਰਤਕ ਹੁੰਦਾ ਜੀ, ਵਰਤਕ, ਮਹੱਤਮ ਸਮਾਪ ਵਰਤਕ, ਤੇ ਆ ਹੈਗਾ ਲਘੁੱਤਮ ਸਮਾਪ ਵਰਤਿਆ ਤੋਂ ਭਾਵ ਇੱਥੇ ਤੁਸੀਂ ਗੁਣਜ ਤੋਂ ਲੈ ਸਕਦੇ ਹੋ, ਤੇ ਵਰਤਕ ਤੋਂ ਭਾਵ ਗੁਣਨਖੰਡ ਤੋਂ ਲੈ ਸਕਦੇ ਹੋ, ਠੀਕ ਹੈ, ਵੈਰੀ ਗੁੱਡ। ਤਾਂ ਐਲਸੀਐਮ ਤੇ ਦੋ ਨੰਬਰਾਂ ਦੇ ਵਿੱਚ ਇਹ ਟਰੂ ਹੁੰਦਾ ਹੈ ਕਿ ਐਲਸੀਐਮ ਤੇ ਐਚਸੀਐਫ ਹੈ। ਮਹਸਵ ਨੂੰ ਐਚਸੀਐਫ ਜਾਂ ਜੀਸੀਡੀ ਵੀ ਕਹਿੰਦੇ ਆ, ਠੀਕ ਹੈ। ਐਲਸੀਐਮ ਮਹਸਵ ਮਹੱਤਮ ਸਮਾਪ ਵਰਤਕ, ਜਾਂ ਫਿਰ ਇਸ ਨੂੰ ਐਚਸੀਐਫ ਜਾਂ ਜੀਸੀਡੀ ਕਹਿੰਦੇ ਆ। ਤਾਂ ਇਹ ਜਿਹੜਾ ਹੈ ਇਹ ਤੁਹਾਡੇ ਕੋਲੇ ਐਚਸੀਐਫ ਦੇ ਬਰਾਬਰ ਹੋ ਗਿਆ, ਐਲਸੀਐਮ ਗੁਣਾ ਐਚਸੀਐਫ ਬਰਾਬਰ ਦੋਨਾਂ ਨੰਬਰਾਂ ਦੀ ਗੁਣਾ, ਠੀਕ ਹੈ। ਤਾਂ ਉਹ ਉਦਾਹਰਨ ਇੱਕ ਲੈ ਕੇ ਦੱਸ ਦਿੰਦਾ ਮੈਂ ਕਿਵੇਂ ਹੈਗਾ, ਤਾਂ ਕਿ ਕਨਸੈਪਟ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬੈਠ ਜਾਏ। ਇੱਕ ਮੰਨ ਲਓ 24 ਹੈਗਾ, ਦੂਸਰਾ 36 ਹੈਗਾ, ਠੀਕ ਹੈ। a = 24, b = 36,
ਤਾਂ ਇਹਨਾਂ ਦਾ ਮੈਸ ਹੈ ਕਿੰਨਾ ਹੋਏਗਾ, ਠੀਕ ਹੈ। ਮੈਸ ਹੈ ਮਤਲਬ HCF ਇਹਨਾਂ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ 12 ਦੋਨਾਂ ਨੂੰ ਡਿਵਾਈਡ ਕਰਦਾ, 12 ਤੋਂ ਵੱਡਾ ਕੋਈ ਵੀ ਨੰਬਰ ਨਹੀਂ ਹੈਗਾ ਜਿਹੜਾ ਦੋਨਾਂ ਨੂੰ ਡਿਵਾਈਡ ਕਰਦਾ ਹੋਵੇ, ਠੀਕ ਹੈ। 12 ਆ ਗਿਆ ਜੀ। ਤੇ LCM ਜਾਂ LCM ਤਾਂ ਉਹਦੇ ਲਈ ਜਿਹੜਾ ਤੁਸੀਂ ਬਣਾ ਲਓ ਆਪਣਾ ਜਿਹੜਾ ਟੇਬਲ, ਜਿਸ ਤਰੀਕੇ ਨਾਲ ਆਪਾਂ ਕਰਦੇ ਹੁੰਦੇ ਅਕਸਰ। ਤਾਂ ਇਹਨੂੰ 2 ਨਾਲ ਡਿਵਾਈਡ ਕਰਦੇ ਆ 12, ਆ 18, ਫਿਰ 2 ਨਾਲ ਡਿਵਾਈਡ ਕਰਦੇ ਆ 6, ਆ 9 ਹੋ ਜਾਏਗਾ ਜੀ ਤੁਹਾਡੇ ਕੋਲੇ, ਫਿਰ 2 ਨਾਲ ਆ 3 ਤੇ ਆ 9। ਹੁਣ 2 ਨਾਲ ਕੋਈ ਵੀ ਡਿਵਾਈਡ ਨਹੀਂ ਹੁੰਦਾ ਤਾਂ 3 ਨਾਲ ਡਿਵਾਈਡ ਕਰਨਾ ਸ਼ੁਰੂ ਕਰ ਦਿਆਂਗੇ, 1 ਤੇ 3, ਫਿਰ 3 ਨਾਲ ਕਰਾਂਗੇ ਤਾਂ 1,1 ਆ ਜਾਏਗਾ ਜੀ, ਜਦੋਂ ਫਿਰ ਆਪਾਂ ਬੰਦ ਕਰ ਦਿਆਂਗੇ। ਤਾਂ ਇਹਨਾਂ ਦੀ ਗੁਣਨਫਲ ਜਿਹੜੀ ਹੈਗੀ ਆ ਉਹ LCM ਹੁੰਦਾ 2 ਦੂਣੀ 4 ਦੂਣੀ 8 ਤੀਆ 24, 24 ਤੀਆ 72। ਤਾਂ LCM ਹੋ ਗਿਆ ਜੀ ਤੁਹਾਡੇ ਕੋਲੇ 72, ਠੀਕ ਹੈ। ਹੁਣ ਤੁਸੀਂ ਇਹਨਾਂ ਦੋਨਾਂ ਦੀ ਗੁਣਾ ਵੀ ਕਰਕੇ ਦੇਖ ਲਓ। ਤਾਂ 72 ਗੁਣਾ 12, 72 ਗੁਣਾ 12, ਠੀਕ ਹੈ। ਤਾਂ ਇਹ ਤੁਹਾਡੇ ਕੋਲੇ ਕਿੰਨਾ ਹੋ ਜਾਏਗਾ, ਤੁਸੀਂ ਇਹਨੂੰ ਦੇਖੋ ਜਰਾ ਥੋੜਾ ਜਿਹਾ, ਇਹਨੂੰ ਆਪਾਂ ਦੇਖੀਏ, ਧਿਆਨ ਨਾਲ ਹੀ ਦੇਖੀਏ ਵੈਸੇ ਹੀ। ਤਾਂ ਇਹਨੂੰ ਤੁਸੀਂ ਲਿਖ ਸਕਦੇ ਹੋ 36 ਗੁਣਾ 2, 36 ਦੁਣਾ 72 ਹੁੰਦਾ ਨਾ। ਇਸ 72 ਨੂੰ ਮੈਂ ਕੀ ਕੀਤਾ, 36 ਦੁਣਾ ਲਿਖ ਲਿਆ ਗੁਣਾ 12। ਤੇ ਹੁਣ ਆ ਮੈਂ ਇਸ ਇਧਰੋਂ ਕੱਢ ਕੇ ਇਹਦੇ ਨਾਲ ਇਹਨੂੰ ਜੋੜ ਦਿੱਤਾ, ਮਤਲਬ ਗੁਣਾ ਕਰ ਲਿਆ। ਤਾਂ 12 ਦੁਣਾ ਜਿਹੜਾ 24 ਹੁੰਦਾ। ਤੁਸੀਂ ਇਹ ਦੇਖੋ ਕਿ ਆਹ ਤੁਹਾਡੇ ਨੰਬਰ ਜਿਹੜੇ ਸੀਗੇ ਉਹ A ਗੁਣਾ B ਹੋ ਗਏ ਜੀ। ਆਹ ਵਾਲਾ A 24 ਗੁਣਾ 36, 24 ਗੁਣਾ 36, ਠੀਕ ਹੈ। ਤਾਂ ਇਸ ਤਰੀਕੇ ਨਾਲ ਬਣ ਗਿਆ ਜੀ ਤੁਹਾਡੇ ਕੋਲੇ, ਠੀਕ ਹੈ। ਤਾਂ LCM ਗੁਣਾ HCF ਜਿਹੜਾ ਹੈ ਉਹ ਤੁਹਾਡੇ ਕੋਲੇ 2 ਨੰਬਰ ਦੇ ਲਈ, ਮੈਂ ਕੀ ਕਹਿ ਰਿਹਾ ਫਿਰ ਧਿਆਨ ਨਾਲ ਨੋਟ ਕਰਨਾ ਹੈ, 2 ਨੰਬਰਸ ਦਾ ਹੀ LCM ਤੇ HCF ਲੈਣਾ ਹੈ। ਜਦੋਂ ਤੀਸਰਾ ਨੰਬਰ ਆ ਗਿਆ, 3 ਦਾ LCM ਤੇ 3 ਦਾ HCF ਜਿਹੜਾ ਹੈ ਉਹਨਾਂ ਦੀ ਗੁਣਾ 3 ਨੰਬਰਾਂ ਦੀ ਗੁਣਾ ਦੇ ਬਰਾਬਰ ਨਹੀਂ ਹੁੰਦੀ ਹੈ। 3 ਨੰਬਰਾਂ ਦਾ HCF ਤੇ 3 ਨੰਬਰਾਂ ਦਾ LCM, ਉਹਨਾਂ ਨੂੰ ਅਗਰ ਗੁਣਾ ਕਰ ਦਈਏ ਤਾਂ ਉਹ 3 ਨੰਬਰਾਂ ਦੀ ਗੁਣਾ ਦੇ ਬਰਾਬਰ ਨਹੀਂ ਹੋਵੇਗੀ। ਇਹ ਯਾਦ ਰੱਖਣੀ ਹੈ। ਇਹ ਸਿਰਫ ਜਿਹੜਾ ਹੈ ਸਿਰਫ ਤੇ ਸਿਰਫ 2 ਸੰਖਿਆਵਾਂ ਦੇ ਲਈ ਹੀ ਟਰੂ ਹੈਗਾ, 2 ਸੰਖਿਆਵਾਂ ਦੇ ਲਈ ਹੀ ਟਰੂ ਹੈ, ਤਿੰਨਾਂ ਦੇ ਲਈ, ਚਾਰਾਂ ਦੇ ਲਈ, ਠੀਕ ਹੈ। ਤਾਂ ਇਹ ਯਾਦ ਰੱਖਣਾ ਹੈਗਾ। 2 ਚੱਲ ਵਾਲੇ ਰੇਖੀ ਸਮੀਕਰਨ ਵਿੱਚ ਕਾਟਵੀਆਂ ਰੇਖਾਵਾਂ ਕਦੋਂ ਹੁੰਦੀਆਂ ਹਨ? 2 ਚੱਲ ਵਾਲੇ ਰੇਖੀ ਸਮੀਕਰਨ ਵਿੱਚ ਕਾਟਵੀਆਂ ਰੇਖਾਵਾਂ ਕਦੋਂ ਹੁੰਦੀਆਂ ਹਨ? ਜਦੋਂ ਤੁਹਾਡੇ ਕੋਲੇ ਵਿਲੱਖਣ ਹੱਲ ਹੋਵੇ। ਕਾਟਵੀਆਂ ਰੇਖਾਵਾਂ ਕਦੋਂ ਹੁੰਦੀਆਂ? ਜਦੋਂ ਹੱਲ ਵਿਲੱਖਣ ਹੋਵੇ ਜੀ, ਠੀਕ ਹੈ। ਆਪਾਂ ਪੜ ਚੁੱਕੇ ਹਾਂ ਵਿਲੱਖਣ ਹੱਲ ਵਾਲੇ ਦੇ ਵਿੱਚ। ਦੁਬਾਰਾ ਫਿਰ यूनिक सॉल्यूशन सर, यूनिक सॉल्यूशन, ਹਾਂਜੀ ਹਾਂਜੀ, ਯੂਨੀਕ ਸੋਲੂਸ਼ਨ ਹੈਗਾ ਜੀ। ਵਿਲੱਖਣ ਹੱਲ ਯੂਨੀਕ ਸੋਲੂਸ਼ਨ ਹੈਗਾ। ਅੰਕ ਗਣਿਤਕ ਲੜੀਆਂ ਵਿੱਚ ਲਗਾਤਾਰ n ਪ੍ਰਾਕ੍ਰਿਤਿਕ ਸੰਖਿਆਵਾਂ ਦਾ ਜੋੜ ਪਤਾ ਕਰਨ ਦਾ ਸੂਤਰ ਦੱਸੋ। ਤਾਂ ਇਹਦੇ ਵਿੱਚ ਤੁਸੀਂ ਦੇਖੋ ਕਿ ਇੱਕ ਐਗਜ਼ਾਮਪਲ ਲੈ ਲੈਂਦੇ ਆਪਾਂ। ਵੈਸੇ ਤਾਂ ਤੁਹਾਨੂੰ ਯਾਦ ਹੀ ਹੈਗਾ ਮੇਰੇ ਖਿਆਲ ਹੈ ਕਿ ਸੂਤਰ ਜਿਹੜਾ ਅੰਕ ਗਣਿਤਕ ਲੜੀਆਂ ਦੇ ਵਿੱਚ ਆਪਾਂ ਨੇ ਪੜ੍ਹਿਆ ਵੀ ਹੋਇਆ ਕਿ ਜਿਵੇਂ ਮੰਨ ਲਓ ਤੁਹਾਡੇ ਕੋਲੇ ਪਹਿਲੀਆਂ n ਪ੍ਰਾਕ੍ਰਿਤਿਕ ਸੰਖਿਆਵਾਂ ਦਾ ਜੋੜ ਕਿੰਨਾ ਹੁੰਦਾ ਹੈ, ਠੀਕ ਹੈ। n ਤੱਕ ਦਾ ਜੋੜ ਕਿੰਨਾ ਹੁੰਦਾ ਹੈ। ਤਾਂ ਇਹਦੇ ਲਈ ਜਿਹੜਾ ਹੈ SN ਦਾ ਫਾਰਮੂਲਾ ਲਗਾਉਂਦੇ ਆ। ਤਾਂ n/2 ਗੁਣਾ a plus l, ਇਹ ਫਾਰਮੂਲਾ ਹੁੰਦਾ ਹੈ। ਤਾਂ n/2 ਤੇ ਇੱਧਰ a ਜਿਹੜਾ ਹੈ ਆਹ ਵਾਲਾ a ਹੁੰਦਾ ਹੈ ਤੁਹਾਡੇ ਕੋਲੇ। ਪਹਿਲਾ ਪਦ ਜਿਹੜਾ ਹੈ a ਹੈਗਾ, ਫਸਟ ਟਰਮ a1 ਤੇ ਲਾਸਟ ਟਰਮ l, ਲਾਸਟ ਟਰਮ ਹੈਗੀ, ਲਾਸਟ ਟਰਮ ਹੈਗੀ n। ਤਾਂ n, ਠੀਕ ਹੈ। ਇਹਨੂੰ ਥੋੜਾ ਜਿਹਾ ਸਿੰਪਲੀਫਾਈ ਕਰਦੇ ਆ, n ਗੁਣਾ n plus 1/2। ਤਾਂ ਆਹ ਵਾਲਾ ਫਾਰਮੂਲਾ ਜਿਹੜਾ ਹੈ ਇਹ n ਨੰਬਰਾਂ ਦੇ ਜੋੜ ਦਾ ਫਾਰਮੂਲਾ ਹੁੰਦਾ ਜੀ। ਪਹਿਲੇ n ਪ੍ਰਾਕ੍ਰਿਤਿਕ ਸੰਖਿਆਵਾਂ, ਠੀਕ ਹੈ, ਪਹਿਲੀਆਂ n ਪ੍ਰਾਕ੍ਰਿਤਿਕ ਸੰਖਿਆਵਾਂ ਦਾ ਜੋੜਫਲ। ਤਾਂ n ਗੁਣਾ n plus 1/2, ਠੀਕ ਹੈ। ਅੱਗੇ ਜੀ, ਸਾਈਨ ਥੀਟਾ ਤੇ ਕੋਸ ਥੀਟਾ ਦੇ ਵਰਗਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ ਹੈ? ਵਰਗਾਂ ਦਾ ਜੋੜ ਮਤਲਬ ਪਹਿਲੇ ਇਹਨਾਂ ਦੇ ਵਰਗ ਕਰਨੇ ਹੈ, ਸਾਈਨ ਸਕੁਅਰ ਥੀਟਾ, ਤੇ ਫਿਰ ਕੋਸ ਦਾ ਵਰਗ ਕਰਨਾ ਹੈ, ਕੋਸ ਸਕੁਅਰ ਥੀਟਾ, ਤੇ ਫਿਰ ਜੋੜ ਕਰਨਾ ਹੈ ਦੋਨਾਂ ਦਾ। ਕੀ ਬਣੇਗਾ? 1 ਜੀ, ਬਿਲਕੁਲ ਠੀਕ ਹੈ ਜੀ। ਇਹ ਤਿੰਨ ਸਰਵ ਸਮਤਾਵਾਂ ਜਾਂ ਆਈਡੈਂਟੀਟੀਜ਼ ਜਾਂ ਫਾਰਮੂਲੇ ਕਹਿ ਸਕਦੇ ਆ। ਇਹ ਤੁਹਾਨੂੰ ਨੋਟ ਕਰਵਾਏ ਸੀਗੇ, ਠੀਕ ਹੈ, ਕੱਲ ਦੇ ਲੈਕਚਰ ਦੇ ਵਿੱਚ ਸ਼ਾਇਦ ਸੀਗਾ ਇਹ। ਸਾਈਨ ਸਕੁਅਰ ਥੀਟਾ ਪਲੱਸ ਕੋਸ ਸਕੁਅਰ ਥੀਟਾ 1। ਅੱਛਾ, ਤੇ ਕੋਟੇਂਜੈਂਟ ਸਕੁਅਰ ਥੀਟਾ ਦਾ ਫਾਰਮੂਲਾ ਕੀ ਸੀਗਾ? ਤੇ ਕੋਸੀਕੈਂਟ ਸਕੁਅਰ ਥੀਟਾ ਦਾ ਫਾਰਮੂਲਾ ਕੀ ਸੀਗਾ? ਹਾਂਜੀ ਦੱਸ ਦਿਓ ਜੀ। ਕੋਸੀਕੈਂਟ ਸਕੁਅਰ 1 ਪਲੱਸ ਕੋਟੇਂਜੈਂਟ ਸਕੁਅਰ ਬੇਟਾ। ਤੇ ਇਸ ਤਰ੍ਹਾਂ ਦਾ ਫਾਰਮੂਲਾ ਤਾਂ ਕੋਈ ਨਹੀਂ ਸੀਗਾ ਇੱਥੇ ਸੀਕੈਂਟ ਸਕੁਅਰ ਥੀਟਾ ਸੀਗਾ ਜੀ। ਇਹ ਲਿਖਣ ਦੇ ਵਿੱਚ ਮੇਰੇ ਗੜਬੜ ਹੋ ਗਈ। ਸੀਕੈਂਟ ਸਕੁਅਰ ਥੀਟਾ ਦਾ ਫਾਰਮੂਲਾ ਕੀ ਹੋਏਗਾ? ਸੀਕੈਂਟ ਸਕੁਅਰ ਥੀਟਾ ਦਾ ਫਾਰਮੂਲਾ ਕੀ ਹੋਏਗਾ? ਚਲੋ ਮੈਂ ਹੀ ਲਿਖ ਦਿੰਦਾ 1 ਪਲੱਸ ਟੈਂਜੈਂਟ ਥੀਟਾ, ਠੀਕ ਹੈ। 1 plus tan square theta। ਤਾਂ ਇਹ ਤਿੰਨ ਫਾਰਮੂਲੇ ਜਿਹੜੇ ਹੈਗੇ ਬੇਟਾ ਜੀ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣੇ ਹੈਗੇ ਆ, ਠੀਕ ਹੈ। ਇਹ ਤਿੰਨ ਫਾਰਮੂਲੇ ਜਿਹੜੇ ਚੰਗੀ ਤਰ੍ਹਾਂ ਯਾਦ ਕਰ ਲੈਣੇ ਹੈਗੇ ਆ ਤੇ ਤੁਹਾਨੂੰ ਯਾਦ ਹੋਵੇਗਾ। ਹਾਂਜੀ, ਸਾਈਨ ਸਕੁਅਰ ਥੀਟਾ ਤੇ ਕੋਸ ਸਕੁਅਰ ਥੀਟਾ ਦੇ ਵਰਗਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ ਹੈ? ਤਾਂ ਇਹ ਸਾਈਨ ਸਕੁਅਰ ਥੀਟਾ ਪਲੱਸ ਕੋਸ ਸਕੁਅਰ ਥੀਟਾ ਬਣਦਾ ਹੈ ਤੇ ਆ ਇੱਕ ਹੁੰਦਾ ਹੈ, ਆਪਾਂ ਨੂੰ ਪਤਾ ਹੈਗਾ, ਠੀਕ ਹੈ। ਤਾਂ ਆ ਇੱਕ ਹੋ ਗਿਆ ਜੀ।
ਬਿੰਦੂ 0,5 ਕਿਸ ਧੁਰੇ ਤੇ ਸਥਿਤ ਹੈ? 0,5 ਇਹਦਾ ਜਿਹੜਾ ਹੈ y ਤਾਂ ਹੈਗਾ ਪਰ x 0 ਹੈਗਾ, x 0 ਹੋਵੇ ਤਾਂ ਇਹ y ਦੇ ਉੱਪਰ ਸਥਿਤ ਹੁੰਦਾ ਹੈ। ਠੀਕ ਹੈ, ਤਾਂ y ਧੁਰੇ ਦੇ ਉੱਪਰ ਆ ਨਹੀਂ ਲਗਾਣਾਗਾ। ਠੀਕ ਹੈ, ਤਾਂ ਇਹ y ਧੁਰੇ ਦੇ ਉੱਪਰ ਹੈਗਾ। ਨਿਰਦੇਸ਼ਾਂਕ ਜਿਓਮੈਟਰੀ ਵਿੱਚ ਪੁੱਜ ਕੀ ਹੁੰਦਾ ਹੈ? ਪੁੱਜ ਜਿਹੜਾ ਹੈ ਕਿਸੇ ਬਿੰਦੂ ਦੀ y ਧੁਰੇ ਤੋਂ ਦੂਰੀ ਹੁੰਦੀ ਹੈ, ਮਤਲਬ x ਨਿਰਦੇਸ਼ਾਂਕ ਹੁੰਦਾ ਹੈ। ਇਹ x ਨਿਰਦੇਸ਼ਾਂਕ ਹੁੰਦਾ ਹੈ ਤੇ x ਹੁੰਦਾ ਕੀ ਹੈ? ਤੇ ਕੋਈ ਬਿੰਦੂ y ਤੋਂ ਕਿੰਨਾ ਦੂਰ ਹੈਗਾ, ਆਹ ਵਾਲਾ x ਹੁੰਦਾ ਹੈ ਜੀ। ਆਹ ਦੂਰੀ ਜਿਹੜੀ ਹੈ ਇਹ x ਹੁੰਦੀ ਹੈ, ਇਸ ਕਰਕੇ ਜਿਹੜਾ ਹੈ y ਧੁਰੇ ਤੋਂ ਦੂਰੀ ਹੈਗੀ ਹੈ ਜੀ। ਧਿਆਨ ਰੱਖਣਾ ਹੈ, ਪੁੱਜ ਕੀ ਹੁੰਦਾ ਹੈ? y ਧੁਰੇ ਤੋਂ ਦੂਰੀ, ਤੇ ਉਹਦਾ y ਕੀ ਹੁੰਦਾ ਹੈ? ਤਾਂ ਉਹ ਹੈਗੀ ਹੈ x ਤੋਂ ਦੂਰੀ। ਇਹਦੇ ਤੋਂ ਦੂਰੀ ਕਿੰਨੀ ਹੈ? ਆਹ ਵਾਲਾ ਕਿੰਨਾ ਉੱਚਾ ਹੈਗਾ। ਠੀਕ ਹੈ, ਆਹ y ਹੁੰਦਾ ਹੈ। ਕਲੀਅਰ ਹੈ? ਇਹਨੂੰ ਧਿਆਨ ਨਾਲ ਜਿਹੜਾ ਮਨ ਦੇ ਵਿੱਚ ਬਿਠਾ ਲੈਣਾ, ਇਹਨੂੰ ਡਾਇਗਰਾਮ ਬਣਾ ਕੇ ਦੇਖ ਲੈਣੇ, ਖੁਦ ਆਪਣੇ ਹੱਥੀਂ ਬਣਾ ਕੇ ਦੇਖਣੇ ਹੈ। ਤੇ ਧੁਰਿਆਂ ਦੇ 61ਵੇਂ ਬਿੰਦੂ ਨੂੰ ਕੀ ਕਹਿੰਦੇ ਹਨ? 61ਵੇਂ ਬਿੰਦੂ ਜਿੱਥੇ ਦੋ ਧੁਰੇ ਕੱਟਦੇ ਹੈਗੇ, ਮਤਲਬ x ਐਕਸਿਸ y ਐਕਸਿਸ ਕੱਟਦੇ ਹੈਗੇ, ਇਸ ਬਿੰਦੂ ਨੂੰ ਕੀ ਕਹਿੰਦੇ ਆ? ਮੂਲ ਬਿੰਦੂ ਜਾਂ origin। ਠੀਕ ਹੈ, ਤ੍ਰਿਭੁਜ ਦੀਆਂ ਭੁਜਾਵਾਂ ਦੇ ਸਨਮੁਖ ਕੋਣਾਂ ਵਿੱਚੋਂ ਜੇਕਰ ਇੱਕ ਕੋਣ 50 ਡਿਗਰੀ ਦਾ ਹੋਵੇ ਤਾਂ ਦੂਜਾ ਕਿੰਨੇ ਡਿਗਰੀ ਦਾ ਹੋਵੇਗਾ? ਹੁਣ ਦੇਖੋ, ਤ੍ਰਿਭੁਜ ਦੀਆਂ ਬਰਾਬਰ ਭੁਜਾਵਾਂ ਦੇ ਸਨਮੁਖ ਕੋਣਾਂ ਵਿੱਚੋਂ, ਪਹਿਲਾਂ ਤਾਂ ਦੇਖੋ ਕਿ ਆਹ ਵਾਲੀਆਂ ਮੰਨ ਲਓ ਦੋ ਬਰਾਬਰ ਭੁਜਾਵਾਂ ਹੈਗੀਆਂ ਤੁਹਾਡੇ ਕੋਲੇ, ਆਹ ਵਾਲੀ ਭੁਜਾ ਤੇ ਆਹ ਵਾਲੀ ਭੁਜਾ ਬਰਾਬਰ ਹੈਗੀ ਹੈ ਮੰਨ ਲਓ। ਠੀਕ ਹੈ, ਤੇ ਇਹਨਾਂ ਦੇ ਸਨਮੁਖ ਕੋਣ ਹੈਗੇ ਆ, ਇਹਦਾ ਸਨਮੁਖ ਕੋਣ ਇੱਧਰ ਬਣਦਾ ਹੈ, ਇਹਦਾ ਸਨਮੁਖ ਕੋਣ ਇਸ ਪਾਸੇ ਇੱਥੇ ਬਣਦਾ ਹੈਗਾ। ਕਲੀਅਰ ਹੈ? ਠੀਕ ਹੈ, ਤਾਂ ਇਹ ਸਨਮੁਖ ਕੋਣ ਹੋ ਗਏ ਜੀ ਇਹਨਾਂ ਦੇ। ਤੇ ਇਹਨਾਂ ਦੇ ਵਿੱਚੋਂ ਕਹਿੰਦਾ ਕਿ ਇਹਨਾਂ ਵਿੱਚੋਂ ਕਹਿੰਦਾ ਕਿ ਇੱਕ 50 ਡਿਗਰੀ ਦਾ ਹੈਗਾ, ਇੱਕ 50 ਡਿਗਰੀ ਦਾ ਹੈਗਾ, ਇੱਕ 50 ਦਾ ਹੈਗਾ। ਤਾਂ ਇਹ ਤੁਹਾਨੂੰ ਪਤਾ ਹੈ ਕਿ ਜੇਕਰ ਭੁਜਾਵਾਂ ਬਰਾਬਰ ਹੁੰਦੀਆਂ ਤਾਂ ਉਹਨਾਂ ਦੇ ਸਨਮੁਖ ਕੋਣ ਵੀ ਬਰਾਬਰ ਹੁੰਦੇ। ਆਹ 50 ਦਾ ਹੈ ਤਾਂ ਆਹ ਵੀ 50 ਡਿਗਰੀ ਹੀ ਹੋਵੇਗਾ, ਇਸ ਕਰਕੇ ਜਿਹੜਾ ਇਹਦਾ ਜਵਾਬ 50 ਡਿਗਰੀ ਹੋ ਗਿਆ ਜੀ। ਕਲੀਅਰ ਹੈ ਗੱਲ? ਕੀ ਕਿਹੜੀ ਲਾਈਨ ਯਾਦ ਰੱਖਣ ਵਾਲੀ ਇਹਦੇ ਚ? ਤ੍ਰਿਭੁਜ ਵਿੱਚ ਬਰਾਬਰ ਭੁਜਾਵਾਂ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ। ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡਸ ਆਰ ਇਕੁਅਲ। ਇਸ ਤੋਂ ਅੱਗੇ ਹੈ ਜੀ ਨੈਕਸਟ ਸਮ। ਚੱਕਰ ਦਾ ਕੇਂਦਰ ਚੱਕਰ ਦੇ ਕਿਸ ਭਾਗ ਵਿੱਚ ਸਥਿਤ ਹੁੰਦਾ ਹੈ? ਠੀਕ ਹੈ, ਤਿੰਨ ਪਲੇਨ ਨੂੰ ਤਿੰਨ ਭਾਗਾਂ ਦੇ ਵਿੱਚ ਚੱਕਰ ਵੰਡਦਾ ਹੈਗਾ, ਇੱਕ ਅੰਦਰੂਨੀ, ਇੱਕ ਖੁਦ ਤੇ ਇੱਕ ਬਾਹਰੀ। ਤਾਂ ਹੁਣ ਇਹ ਜਿਹੜਾ ਕੇਂਦਰ ਹੁੰਦਾ ਚੱਕਰ ਦਾ, ਆਹ ਵਾਲਾ ਕੇਂਦਰ ਹੈਗਾ, ਤਾਂ ਕੇਂਦਰ ਜਿਹੜਾ ਹੈਗਾ ਉਹ ਚੱਕਰ ਦੇ ਅੰਦਰ ਹੁੰਦਾ ਕਿ ਬਾਹਰ ਹੁੰਦਾ? ਹੁਣ ਤੁਸੀਂ ਦੱਸ ਦਿਓ। ਅੰਦਰਲੇ ਭਾਗ ਵਿੱਚ, ਇਨਸਾਈਡ ਦ ਸਰਕਲ। ਠੀਕ ਹੈ, ਸਮਰੇਖੀ ਬਿੰਦੂ ਕਿਹੜੇ ਹੁੰਦੇ ਨੇ? ਜਿਹੜੇ ਇੱਕ ਹੀ ਰੇਖਾ ਦੇ ਉੱਪਰ ਸਥਿਤ ਹੋਣ, ਉਹਨਾਂ ਨੂੰ ਸਮਰੇਖੀ ਕਿਹਾ ਜਾਂਦਾ ਹੈ। ਜਿਵੇਂ ਇੱਕ ਆਹ ਵਾਲੇ ਤਿੰਨ ਬਿੰਦੂ ਜਿਹੜੇ ਮੈਂ ਬਣਾਉਂਦਾ, ਤਾਂ ਇਹ ABC ਜਿਹੜੇ ਆ ਉਹ ਸਮਰੇਖੀ ਬਿੰਦੂ ਹੈਗੇ, ਕਿਉਂਕਿ ਇਹ ਇੱਕੋ ਰੇਖਾ ਦੇ ਉੱਪਰ ਹੈਗੇ ਆ ਜੀ। ਠੀਕ ਹੈ, ਜਿਹੜੇ ਬਿੰਦੂ ਇੱਕੋ ਰੇਖਾ ਦੇ ਉੱਪਰ ਹੋਣ ਉਹਨਾਂ ਨੂੰ ਕੀ ਕਹਿੰਦੇ ਆ? ਸਮਰੇਖੀ। ਕੋਲੀਨੀਅਰ ਇੰਗਲਿਸ਼ ਦੇ ਵਿੱਚ ਇਹਦੇ ਲਈ ਨਾਮ ਹੈਗਾ ਕੋਲੀਨੀਅਰ। ਪੁਆਇੰਟਸ ਆਰ ਕੋਲੀਨੀਅਰ ਇਫ ਦੇ ਲਾਈ ਔਨ ਦ ਸੇਮ ਲਾਈਨ। ਤਾਂ ਜਿਹੜੇ ਇੱਕ ਰੇਖਾ ਤੇ ਸਥਿਤ ਹੋਣ ਉਹਨਾਂ ਨੂੰ ਸਮਰੇਖੀ ਬਿੰਦੂ ਕਹਿੰਦੇ ਆ। ਜੇਕਰ ਤਿਕੋਣ ਦੀਆਂ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਨਾਲੋਂ ਛੋਟਾ ਹੋਵੇ ਤਾਂ ਬਣੀਆਂ ਤਿਕੋਣਾਂ ਦੀ ਸੰਖਿਆ ਦੱਸੋ। ਤਾਂ ਇਹਦੇ ਵਿੱਚ ਇੱਕ ਗੁਣ ਹੈ ਬੇਟਾ ਤਿਕੋਣ ਦਾ, ਕਿ ਤਿਕੋਣ ਦੀਆਂ ਕੋਈ ਵੀ ਦੋ ਭੁਜਾਵਾਂ ਦਾ ਜੋੜ ਜਿਹੜਾ ਹੈ ਉਹ ਤੀਸਰੀ ਭੁਜਾ ਤੋਂ ਹਮੇਸ਼ਾ ਵੱਡਾ ਹੁੰਦਾ ਹੈ। ਮੰਨ ਲਓ ABC ਹੈਗਾ, ਕੋਈ ਵੀ ਇਹਨਾਂ ਚੋਂ ਦੋਵਾਂ ਦਾ ਜੋੜ ਕਰ ਦਈਏ, ਮੈਂ ਮੰਨ ਲਓ A ਤੇ B ਦਾ ਜੋੜ ਕਰ ਦਿੰਦਾ, ਤਾਂ ਆਹ ਜੋੜ ਜਿਹੜਾ ਹੈ ਉਹ ਤੀਸਰੀ ਤੋਂ ਹਮੇਸ਼ਾ ਹੀ ਵੱਡਾ ਹੋਵੇਗਾ। ਕੀ ਬੋਲਿਆ ਮੈਂ? ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਹਮੇਸ਼ਾ ਵੱਡਾ ਹੋਵੇਗਾ ਜੇ ਤਿਕੋਣ ਬਣਦੀ ਹੈ ਤਾਂ, ਨਹੀਂ ਤਾਂ ਤਿਕੋਣ ਨਹੀਂ ਬਣਦੀ। ਠੀਕ ਹੈ, ਹੁਣ ਕਹਿੰਦਾ ਹੈ ਕਿ ਜੇਕਰ ਤਿਕੋਣ ਦੀਆਂ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਨਾਲੋਂ ਛੋਟਾ ਹੋਵੇ, ਠੀਕ ਹੈ, ਜੇ ਛੋਟਾ ਹੋਵੇ ਤਾਂ ਮਤਲਬ ਜੋੜ ਛੋਟਾ ਹੈਗਾ, ਉਲਟਾ ਹੋ ਗਿਆ, A + B ਤੀਸਰੀ ਭੁਜਾ ਤੋਂ ਛੋਟਾ ਹੋ ਗਿਆ, ਤਾਂ ਇਸ ਤਰ੍ਹਾਂ ਦਾ ਤਿਕੋਣ ਬਣਦੀ ਨਹੀਂ ਹੈਗੀ। ਤਾਂ ਉਹਨਾਂ ਦੀ ਗਿਣਤੀ ਪੁੱਛੀਏ ਤਾਂ ਗਿਣਤੀ ਸੰਖਿਆ ਕਿੰਨੀ ਹੋਏਗੀ? 0 ਹੋਏਗੀ ਜੀ। ਇਸ ਤਰ੍ਹਾਂ ਦੀ ਤਾਂ ਕੋਈ ਤਿਕੋਣ ਬਣਦੀ ਨਹੀਂ ਹੈਗੀ। ਠੀਕ ਹੈ, ਹਮੇਸ਼ਾ ਤਿਕੋਣ ਉਦੋਂ ਹੀ ਬਣੇਗੀ ਜਦੋਂ ਕੋਈ ਵੀ ਦੋ ਭੁਜਾਵਾਂ ਦਾ ਜੋੜ ਕਰੀਏ ਤੇ ਤੀਸਰੀ ਭੁਜਾ ਤੋਂ ਵੱਡਾ ਆਵੇ। ਮਤਲਬ ਹਰ ਪਾਸਿਓਂ ਹੀ ਦੇਖਣਾ ਇਹਨੂੰ, ਜ਼ਰੂਰੀ ਨਹੀਂ ਹੈਗਾ AB ਕਰਨਾ, ਤੁਸੀਂ B + C ਵੀ ਦੇਖਣਾ ਹੈ, A ਤੋਂ ਵੱਡਾ ਹੋਣਾ ਚਾਹੀਦਾ ਹੈ। C + A ਦਾ ਜੋੜ ਵੀ ਦੇਖਣਾ ਹੈ, ਉਹ B ਤੋਂ ਵੱਡਾ ਹੋਣਾ ਚਾਹੀਦਾ ਹੈ। ਤਿੰਨੇ ਚੈੱਕ ਕਰਨੇ ਅਸਲ 'ਚ ਕੁੱਲ ਮਿਲਾ ਕੇ। ਪਰ ਲੇਕਿਨ ਇਸ ਨੂੰ ਥੋੜਾ ਛੋਟਾ ਐਵੇਂ ਕੀਤਾ ਜਾ ਸਕਦਾ ਹੈ ਕਿ ਦੋ ਛੋਟੀਆਂ ਭੁਜਾਵਾਂ, ਮੰਨ ਲਓ ਇਹ ਦੋ ਛੋਟੀਆਂ ਭੁਜਾਵਾਂ ਨੇ, ਦੋ ਛੋਟੀਆਂ ਭੁਜਾਵਾਂ ਦਾ ਜੋੜ ਅਗਰ ਤੀਸਰੀ ਭੁਜਾ ਤੋਂ ਵੱਡਾ ਆਂਦਾ ਹੈ ਤਾਂ ਤਿਕੋਣ ਬਣਦੀ ਹੈ। ਜੇ ਇਹ ਛੋਟਾ ਆਂਦਾ, ਇਹ ਛੋਟਾ ਆ ਗਿਆ, ਦੋ ਭੁਜਾਵਾਂ ਦਾ ਜੋੜ ਜੇਕਰ ਤੀਸਰੀ ਭੁਜਾ ਤੋਂ
ਵੱਡਾ ਆਂਦਾ ਹੈ ਤਾਂ ਤਿਕੋਣ ਬਣਦੀ ਹੈ। ਜੇਕਰ ਦੋ ਛੋਟੀਆਂ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਛੋਟਾ ਆ ਗਿਆ ਤਾਂ ਇਹ ਤਿਕੋਣ ਨਹੀਂ ਬਣੇਗੀ। ਠੀਕ ਹੈ, ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ 5 12 ਤੇ 4 ਮੰਨ ਲਓ। ਠੀਕ ਹੈ, ਹੁਣ ਦੇਖੋ ਜਰਾ ਕਿ ਇਸ ਤਰ੍ਹਾਂ ਦੇ ਤਿਕੋਣ ਆਪਾਂ ਬਣਾ ਸਕਦੇ ਹਾਂ? ਤੁਸੀਂ ਸੋਚ ਕੇ ਦੱਸੋ ਜਰਾ, ਕੀ ਇੱਕ ਤਿਕੋਣ ਬਣਾਈ ਜਾ ਸਕਦੀ ਹੈ ਜਿਸ ਦੀਆਂ ਭੁਜਾਵਾਂ ਹਾਂਜੀ ਨਹੀਂ ਜੀ, ਇਹ ਬਣਦੀ ਨਹੀਂ ਹੈਗੀ। ਕਿਉਂ ਨਹੀਂ? नो सर। ਕਿਉਂ ਨਹੀਂ ਬਣਦੀ? ਕਿਉਂਕਿ ਇਹਦੇ ਚ ਛੋਟੀਆਂ सर ਦੋ क्योंकि ਭੁਜਾ 5 + 4 = 9 ਹਾਂ and 9 ਹਾਂ, ਦੋ ਛੋਟੀਆਂ ਭੁਜਾਵਾਂ ਜਿਹੜੀਆਂ ਨੇ ਉਹ 5 ਤੇ 4 ਲਿਆ। ਆ ਜੋੜ 12 ਤੋਂ ਵੱਡਾ ਆਣਾ ਚਾਹੀਦਾ ਹੈ। ਜੇ ਨਹੀਂ ਆਂਦਾ ਤਾਂ ਇਹਦਾ ਮਤਲਬ ਇਹ ਨਹੀਂ ਬਣੇਗੀ। ਠੀਕ ਹੈ, ਆਹ ਦੇਖ ਰਹੇ ਹੋ ਤੁਸੀਂ 9 ਹੀ ਹੈਗਾ, 9 12 ਤੋਂ ਵੱਡਾ ਤਾਂ ਨਹੀਂ ਹੁੰਦਾ ਨਾ, ਇਸ ਕਰਕੇ ਜਿਹੜਾ ਤਿਕੋਣ ਨਹੀਂ ਬਣੇਗੀ, ਇਹ ਤਿਕੋਣ ਨਹੀਂ ਬਣੇਗੀ ਜੀ। ਇਸ ਕਰਕੇ ਸਿਫਰ ਜਿਹੜਾ ਇਹਦਾ ਜਵਾਬ ਸਹੀ ਸੀਗਾ। 1 ਅਤੇ 5 ਦੇ ਵਿਚਕਾਰ ਕਿੰਨੀਆਂ ਪਰਿਮੇਯ ਸੰਖਿਆਵਾਂ ਹੋ ਸਕਦੀਆਂ ਹਨ? ਪਰਿਮੇਯ ਸੰਖਿਆਵਾਂ ਜਿਹੜੀਆਂ ਨੇ ਕੋਈ ਵੀ ਦੋ ਨੰਬਰਾਂ ਦੇ ਵਿਚਕਾਰ ਅਣਗਿਣਤ ਪਰਿਮੇਯ ਸੰਖਿਆਵਾਂ ਹੁੰਦੀਆਂ। a b ਹੈਗਾ, ਇਹਦੇ ਵਿਚਕਾਰ a + b / 2 ਹੋਏਗਾ। ਠੀਕ ਹੈ, ਫਿਰ ਇਹਨਾਂ ਦੇ ਵਿਚਕਾਰ ਜਿਹੜਾ ਇੱਕ ਹੋਰ ਲੱਭੀ ਜਾ ਸਕਦੀ ਹੈ, ਦੋਨਾਂ ਦਾ ਜੋੜ ਕਰ ਦਿਓ a + ਮਤਲਬ a ਤੇ a + b / 2, ਇਹਨਾਂ ਦੋਨਾਂ ਦਾ ਜੋੜ ਕੀਤਾ ਫਿਰ ਬਟਾ 2 ਕਰ ਦਿਓ ਤਾਂ ਆਹ ਨੰਬਰ ਆ ਜਾਏਗਾ ਜੀ। ਫਿਰ ਇਹਦਾ ਤੇ ਇਸ a ਦਾ ਜੋੜ ਕਰ ਦਿਓ, ਫਿਰ ਇੱਕ ਇਹਦੇ ਵਿਚਕਾਰ ਫਿਰ ਲੱਭ ਜਾਏਗੀ ਜੀ। ਠੀਕ ਹੈ, ਤਾਂ ਹਰ ਇੱਕ ਦੋ ਪਰਿਮੇਯ ਸੰਖਿਆਵਾਂ ਦੇ ਵਿਚਕਾਰ ਇੱਕ ਪਰਿਮੇਯ ਸੰਖਿਆ ਹੁੰਦੀ ਹੈ ਤੇ ਇਸ ਕ੍ਰਮ ਨੂੰ ਜਿਹੜਾ ਵਾਰੀ-ਵਾਰੀ ਦੁਹਰਾਇਆ ਜਾ ਸਕਦਾ ਹੈ। ਤੇ ਇਸ ਕਰਕੇ ਅਣਗਿਣਤ ਸੰਖਿਆਵਾਂ ਜਿਹੜੀਆਂ ਨੇ ਹੁੰਦੀਆਂ ਆਪਣੇ। ਤੇ ਵਰਗ ਅੰਤਰਾਲ 150 60 ਦਾ ਵਰਗ ਚਿੰਨ ਕਿਹੜਾ ਹੈ? ਵਰਗ ਚਿੰਨ ਕਲਾਸ ਮਾਰਕ ਕਹਿੰਦੇ ਆ ਜੀ ਇਸ ਨੂੰ, ਕਲਾਸ ਮਾਰਕ। ਇਹਨਾਂ ਦੋਨਾਂ ਦੇ सर 155। 155 ਦੋਨਾਂ ਦੇ ਵਿਚਕਾਰ ਕੀ ਹੈਗਾ ਉਹ ਕਿਵੇਂ ਪਤਾ ਕਰਨਾ ਹੁੰਦਾ ਹੈ? 150 + 160 / 2 ਕਰਕੇ। ਠੀਕ ਹੈ, ਤਾਂ ਇਸ ਨੂੰ ਤੁਸੀਂ ਜਦੋਂ 1/2 ਕਰਦੇ ਹੋ ਨਾ ਇਹਦਾ, ਤਾਂ ਆ ਹੋ ਗਿਆ ਤੁਹਾਡੇ ਕੋਲੇ 310 / 2 ਤੇ ਆ ਜਿਹੜਾ ਭਾਗ ਕਰਨ ਤੋਂ ਬਾਅਦ 155 ਆ ਜਾਂਦਾ ਹੈ ਜੀ। ਦੂਸਰਾ ਤਰੀਕਾ ਵੀ ਹੈਗਾ ਜੀ ਇਹਦਾ, ਉਹ ਵੀ ਮੈਂ ਤੁਹਾਨੂੰ ਦੱਸਦਾ। ਸੌਖਾ ਤਰੀਕਾ ਜਿਹੜਾ ਹੈਗਾ ਮੈਨੂੰ ਲੱਗਦਾ ਉਹ, ਤਾਂ ਜਿਹੜਾ ਸੌਖਾ ਤਰੀਕਾ ਹੈ ਉਹਦੀ ਗੱਲ ਕਰਦਾ ਮੈਂ। ਮੈਨੂੰ ਜਿਹੜਾ ਲੱਗਦਾ ਹੈਗਾ ਦੋਨਾਂ ਦੇ ਵਿੱਚ ਅੰਤਰ ਦੇਖੋ ਕਿੰਨਾ ਹੈਗਾ। 50 ਤੇ 60 ਦਾ ਅੰਤਰ ਜਿਹੜਾ 10 ਦਾ ਹੋ ਗਿਆ। ਠੀਕ ਹੈ, 10 ਦਾ ਅੱਧਾ ਕਰ ਦਿਓ, ਕਿੰਨਾ ਹੋ ਗਿਆ? 5 ਹੋ ਗਿਆ। ਇਸ 5 ਨੂੰ ਜਿਹੜਾ ਪਹਿਲੇ ਦੇ ਨੰਬਰ ਦੇ ਵਿੱਚ ਜੋੜ ਦਿਓ ਤਾਂ 150 ਦੇ ਵਿੱਚ 5 ਜੋੜਾਂਗੇ ਤਾਂ 155 ਜਿਹੜਾ ਉਹ ਕਲਾਸ ਮਾਰਕ ਆ ਜਾਏਗਾ ਜੀ। ਅੰਤਰ ਬਟਾ 2। ਠੀਕ ਹੈ, ਉਸ ਨੂੰ ਤੁਸੀਂ ਕਾਹਦੇ ਵਿੱਚ ਜੋੜਨਾ ਹੈ? ਪਹਿਲੇ ਨੰਬਰ ਦੇ ਵਿੱਚ ਜੋੜਨਾ ਹੈ। ਜਿਹੜਾ ਹੈ ਆਪਣੀ ਇਹਦੀ ਹੇਠਲੀ ਸੀਮਾ, ਵਰਗ ਅੰਤਰਾਲ ਦੀ ਹੇਠਲੀ ਸੀਮਾ ਹੈਗੀ ਹੈ, ਲੋਅਰ ਲਿਮਿਟ ਹੈਗੀ ਹੈ ਜਿਹੜੀ, ਉਹਦੇ ਵਿੱਚ ਜੋੜਨਾ ਹੈ ਜੀ। ਠੀਕ ਹੈ, ਤਾਂ 155 ਹੋਵੇਗਾ ਜੀ ਇਹਦਾ ਵਰਗ ਚਿੰਨ। ਆ 155 ਆਂਸਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ, 155। ਗ੍ਰਾਫ ਕਿੰਨੇ ਪਸਾਰੀ ਆਕ੍ਰਿਤੀ ਹੈ? ਗ੍ਰਾਫ ਕਿੰਨੇ ਪਸਾਰੀ ਆਕ੍ਰਿਤੀ ਹੈ? ਡਾਇਮੈਂਸ਼ਨਸ ਪੁੱਛੀਆਂ ਜੀ ਗ੍ਰਾਫ ਦੀਆਂ, ਡਾਇਮੈਂਸ਼ਨਸ। ਠੀਕ ਹੈ, ਤਾਂ 2 ਡਾਇਮੈਂਸ਼ਨ ਦੇ ਵਿੱਚ ਹੁੰਦਾ ਜੀ ਇਹ। ਠੀਕ ਹੈ, ਇੱਕ x ਤੇ ਇੱਕ y, ਦੋ ਨੰਬਰਾਂ ਦੇ ਨਾਲ ਹੀ ਜਿਹੜਾ ਗ੍ਰਾਫ ਆਪਾਂ ਇਸ ਤਰੀਕੇ ਨਾਲ ਬਣਾਉਂਦੇ ਆ ਤਾਂ ਇਹ ਉੱਪਰ ਥੱਲੇ ਹੋ ਸਕਦਾ ਹੈਗਾ। ਤਾਂ ਇੱਕ ਜਿਹੜਾ ਲੰਬਾਈ ਹੋ ਗਈ, ਇੱਕ ਚੌੜਾਈ ਹੋ ਗਈ, ਹਨਾ। ਤਾਂ ਜਿਹੜਾ ਹੈ 2 ਡਾਇਮੈਂਸ਼ਨ ਸੀ ਜਿਹੜੇ ਇਹਦੇ ਉੱਪਰ, ਐਵੇਂ ਕਹਿ ਲਓਗੇ ਇਹਦੇ ਉੱਪਰ ਜਿੰਨੇ ਵੀ ਨੰਬਰ ਦੇ ਜਿਹੜੇ ਹੈਗੇ ਆ, ਜਿਹੜੇ ਪੁਆਇੰਟਸ ਹੈਗੇ, ਉਹਨਾਂ ਦੇ ਲਈ ਕਿੰਨੇ ਨੰਬਰਾਂ ਦੀ ਜ਼ਰੂਰਤ ਹੈਗੀ? ਤਾਂ 2 ਹੀ ਨੰਬਰ ਜਿਹੜੇ ਹੈਗੇ ਆ ਹਰੇਕ ਦੇ ਹੈਗੇ, ਇੱਕ x ਹੈਗਾ, ਇੱਕ y ਹੈਗਾ। ਠੀਕ ਹੈ, ਕੋਈ ਹੋਰ ਕੋਈ ਨਹੀਂ ਹੈਗਾ, ਮਤਲਬ ਇਹ ਸਕਰੀਨ ਤੋਂ ਬਾਹਰ ਨਹੀਂ ਆ ਰਿਹਾ ਤੁਹਾਡੇ ਕੋਲ ਇਹਨਾਂ ਪੁਆਇੰਟ ਜਿਹੜਾ ਹੈਗਾ। ਠੀਕ ਹੈ, ਇਸ ਸਕਰੀਨ ਦੇ ਉੱਪਰ ਹੀ ਰਹੇਗਾ। ਤਾਂ ਇਹ ਜਿਹੜਾ ਲੰਬਾਈ ਚੌੜਾਈ ਦੇ ਵਿੱਚ ਹੈਗਾ, ਲੰਬਾਈ ਚੌੜਾਈ ਦਾ ਹੋਣ ਦਾ ਮਤਲਬ ਹੈ ਇਹ 2 ਪਸਾਰੀ ਹੈਗਾ ਜੀ, 2 ਡਾਇਮੈਂਸ਼ਨਲ ਹੈਗਾ ਜੀ, 2 ਡਾਇਮੈਂਸ਼ਨਲ। ਠੀਕ ਹੈ, ਗ੍ਰਾਫ ਵਿੱਚ ਕਿੰਨੇ ਧੁਰੇ ਹੁੰਦੇ ਹਨ? ਤਾਂ ਗ੍ਰਾਫ ਦੇ ਵਿੱਚ 2 ਧੁਰੇ ਹੁੰਦੇ ਜੀ ਆਪਣੇ ਕੋਲੇ। ਜਿਹੜਾ 2 ਪਸਾਰੀ ਵਾਲੇ ਦੇ ਵਿੱਚ 2 ਹੀ ਧੁਰੇ ਲੈਂਦੇ ਆ, x ਤੇ y। ਠੀਕ ਹੈ, ਅਗਲੀਆਂ ਜਮਾਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ 3 ਵਾਲੇ ਵੀ ਆਪਾਂ ਦੇਖਾਂਗੇ ਥੋੜੇ ਬਹੁਤੇ। ਠੀਕ ਹੈ, ਖੈਰ ਇੱਕ ਪਾਸੇ ਨੂੰ ਸੁੱਟਣ ਤੇ ਸੰਖਿਆ 7 ਤੋਂ ਘੱਟ ਸੰਖਿਆ ਆਉਣ ਦੀ ਪ੍ਰਾਪਤ ਹੋਣ ਦੀ ਸੰਭਾਵਨਾ ਦੱਸੋ। ਕਹਿੰਦਾ 7 ਤੋਂ ਘੱਟ ਦਾ ਮਤਲਬ ਜਿਹੜਾ ਪਾਸੇ ਨੂੰ ਸੁੱਟਦੇ ਆ ਤਾਂ ਆਪਣੇ ਕੋਲੇ ਕੀ ਆਂਦਾ ਹੈਗਾ? ਪਹਿਲੇ ਤਾਂ ਇਹ ਦੇਖ ਲਈਏ ਆਪਣੇ ਕੋਲੇ ਜਿਹੜੀਆਂ ਸੰਭਾਵਨਾਵਾਂ ਨੇ ਉਹ ਇਹ ਹੈਗੀਆਂ ਕਿ 1 ਤੋਂ ਲੈ ਕੇ 6 ਤੱਕ ਕੋਈ ਵੀ ਸੰਖਿਆ ਆ ਸਕਦੀ ਹੈ। ਤੇ 7 ਤੋਂ ਘੱਟ ਇਹਨੇ ਪੁੱਛਿਆ, 7 ਤੋਂ ਘੱਟ, 7 ਤੋਂ ਘੱਟ ਸੰਖਿਆ ਜਿਹੜੀ ਹੈ ਸਾਰੀਆਂ 7 ਤੋਂ ਘੱਟ ਹੀ ਹੈਗੀਆਂ। ਠੀਕ ਹੈ, 7 ਤੋਂ ਘੱਟ ਤਾਂ ਕਿੰਨੀਆਂ ਨੇ? ਤਾਂ 6 ਨੇ। ਇਹਨਾਂ ਦੀ ਗਿਣਤੀ ਕਰਨੀ ਹੈ, ਕਿੰਨੀਆਂ ਨੇ? 6 ਨੇ। ਤੇ ਕੁੱਲ ਆਪਸ਼ਨਸ ਕਿੰਨੇ ਨੇ ਪਾਸੇ ਨੂੰ ਸੁੱਟਣ ਤੇ? ਤਾਂ ਉਹ ਵੀ 6 ਹੀ ਨੇ। 6/6 ਜਿਹੜਾ ਉਹ 1 ਹੋ ਗਿਆ ਜੀ। ਇਹਦੀ ਸੰਭਾਵਨਾ ਜਿਹੜੀ ਤੁਹਾਡੇ ਕੋਲੇ 1 ਹੋਵੇਗੀ ਜੀ। ਅੰਕੜਿਆਂ ਦੇ ਸਮੂਹ ਵਿੱਚੋਂ ਜੋ ਸੰਖਿਆ ਸਭ ਤੋਂ ਵੱਧ ਵਾਰ ਆਉਂਦੀ ਹੈ ਉਸ ਨੂੰ ਕੀ ਕਹਿੰਦੇ ਹਨ? ਉਸ ਨੂੰ ਬਹੁਲਕ ਕਹਿੰਦੇ ਹਨ ਜੀ। ਜੋ ਵਾਰੀ-ਵਾਰੀ ਰਿਪੀਟ ਹੁੰਦਾ ਉਸ ਨੂੰ ਬਹੁਲਕ ਕਹਿੰਦੇ ਹਨ।
ठीक है, ਮੋਡ ਕਹਿੰਦੇ ਆ ਜੀ ਇੰਗਲਿਸ਼ ਦੇ ਵਿੱਚ, ਮੋਡ, ਠੀਕ ਹੈ, ਮੋਡ ਬਹੁਲਕ। ਕਿਸੇ ਸਮਚਤੁਰਭੁਜ ਦਾ ਵੱਡਾ ਵਿਕਰਨ ਉਸ ਨੂੰ ਕਿੰਨੀਆਂ ਤ੍ਰਿਭੁਜਾਂ ਵਿੱਚ ਵੰਡਦਾ ਹੈ? ਕਿਸੇ ਸਮਚਤੁਰਭੁਜ, ਸਮਚਤੁਰਭੁਜ ਕਿਹੜੀ ਹੁੰਦੀ ਹੈ? ਤਾਂ ਇਸ ਤਰ੍ਹਾਂ ਦੀ ਆਕ੍ਰਿਤੀ ਜਿਹਦੀਆਂ ਸਾਰੀਆਂ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੋਣ, ਤੇ ਇਹਦੇ ਵਿੱਚ ਇੱਕ ਵਿਕਰਨ ਜਿਹੜਾ ਹੈ ਉਹ ਆਹ ਵਾਲਾ ਵਿਕਰਨ ਹੈਗਾ, ਇਹ ਵੱਡਾ ਵਿਕਰਨ ਹੈਗਾ, ਆਹ ਵਾਲਾ ਜਿਹੜਾ ਛੋਟਾ ਬਣਦਾ ਹੈਗਾ, ਠੀਕ ਹੈ। ਤਾਂ ਵੱਡਾ ਵਿਕਰਨ ਤ੍ਰਿਭੁਜ ਨੂੰ ਕਿੰਨੀਆਂ ਸੌਰੀ ਧਿਆਨ ਨਾਲ ਦੇਖੋ, ਉਸ ਨੂੰ ਕਿੰਨੀਆਂ ਤ੍ਰਿਭੁਜਾਂ ਵਿੱਚ ਵੰਡਦਾ ਹੈ? ਤਾਂ ਦੋ ਤ੍ਰਿਭੁਜਾਂ ਦੇ ਵਿੱਚ ਵੰਡਦਾ ਹੈ ਜੀ, 1 2, ਠੀਕ ਹੈ। ਤਾਂ ਦੋ ਤ੍ਰਿਭੁਜ। ਕਿਸੇ ਇੱਕ ਚੱਕਰ ਦਾ ਅਰਧ ਵਿਆਸ ਦੁੱਗਣਾ ਕਰ ਦਿੱਤਾ ਜਾਵੇ ਤਾਂ ਉਸ ਦਾ ਪਰਿਮਾਪ ਕਿੰਨੇ ਗੁਣਾ ਹੋ ਜਾਵੇਗਾ? ਅਰਧ ਵਿਆਸ ਨੂੰ ਦੁੱਗਣਾ ਕਰਨਾ ਹੈ। ਅਰਧ ਵਿਆਸ, ਪਹਿਲੇ ਤਾਂ ਪਰਿਮਾਪ ਦਾ ਫਾਰਮੂਲਾ, ਘੇਰਾ ਦਾ ਫਾਰਮੂਲਾ ਦੇਖੋ ਕੀ ਹੁੰਦਾ ਚੱਕਰ ਦਾ। ਤਾਂ ਚੱਕਰ ਦਾ ਘੇਰੇ ਦਾ ਫਾਰਮੂਲਾ ਹੈ ਜੀ 2πr, ਠੀਕ ਹੈ। ਤੇ ਜੇਕਰ ਇਸ r ਦੀ ਥਾਂ ਤੇ 2r ਕਰ ਦਿੱਤਾ ਜਾਵੇ, ਠੀਕ ਹੈ, ਤਾਂ ਜੇ ਇਸ ਦੀ ਥਾਂ ਤੇ 2r ਕਰ ਦਿੱਤਾ ਜਾਵੇ, ਦੁੱਗਣਾ ਮਤਲਬ ਅਰਧ ਵਿਆਸ ਨੂੰ ਦੁੱਗਣਾ ਕਰ ਦਿੱਤਾ, ਠੀਕ ਹੈ, ਤਾਂ ਨਵਾਂ ਪਰਿਮਾਪ ਆ p ਹੈਗਾ, ਮੰਨ ਲਓ ਤਾਂ ਆ p ਡੈਸ਼ ਆ ਗਿਆ ਜੀ। ਤੇ p ਤੇ p ਡੈਸ਼ ਦੇ ਵਿੱਚ ਕੀ ਫਰਕ ਪਿਆ? ਆ 2 ਜਿਹੜਾ ਹੈ ਇਸ ਨੂੰ ਚੱਕ ਕੇ ਤੁਸੀਂ ਬਾਹਰ ਲੈ ਆਓ, ਬਾਕੀ 2πr ਹੀ ਰਹਿ ਗਿਆ, ਠੀਕ ਹੈ। ਤੇ ਆ 2πr ਕੀ ਸੀਗਾ? ਇਹ ਤੁਹਾਡਾ ਆ ਪੁਰਾਣੇ ਵਾਲਾ p ਸੀਗਾ ਜੀ, ਆ 2πr ਸੀਗਾ, ਆ p ਹੈਗਾ। ਤਾਂ p ਡੈਸ਼ ਨਵਾਂ ਪਰਿਮਾਪ ਜਿਹੜਾ ਹੈ ਉਹ ਪਹਿਲੇ ਪਰਿਮਾਪ ਦਾ ਦੁੱਗਣਾ ਹੋ ਜਾਏਗਾ ਜੀ, ਠੀਕ ਹੈ। ਤਾਂ ਪਰਿਮਾਪ ਦਾ 2 ਗੁਣਾ ਹੋ ਜਾਏਗਾ, ਠੀਕ ਹੈ। Thank you for watching. If you like the content, please share and subscribe to the channel. Thank you.